ਅਸੀਂ ਚੈਪਟਰ 7 ਡਿਸਕਸ ਕਰ ਰਹੇ ਹਾਂ ਜੀ। ਪਿਛਲੀ ਵਾਰੀ ਅਸੀਂ ਜਿਹੜਾ ਚੈਪਟਰ 7 ਵੋਲਿਊਮ 8 ਦਾ ਡਿਸਕਸ ਕੀਤਾ ਸੀਗਾ, ਹਿੰਦੂ ਅਲਟਰਨੇਟਿਵ ਟੂ ਪਾਕਿਸਤਾਨ। ਇਹਦੇ ਵਿੱਚ ਕੀ ਸੀਗਾ ਕਿ ਹਿੰਦੂਆਂ ਦਾ ਵਿਕਲਪ ਕੀ ਹੈਗਾ, ਵੀ ਜੇ ਪਾਕਿਸਤਾਨ ਨਾ ਬਣੇ ਤਾਂ ਹਿੰਦੂਆਂ ਦੇ ਕੋਲ ਕੀ ਵਿਕਲਪ ਹੈਗਾ ਆ। ਬਾਬਾ ਸਾਹਿਬ ਇਸ ਚੈਪਟਰ ਦੇ ਵਿੱਚ ਕਹਿੰਦੇ ਹੈਗੇ ਆ ਕਿ ਹੁਣ ਤੱਕ ਅਸੀਂ ਇਹ ਦੇਖਿਆ ਹੈਗਾ ਕਿ ਮੁਸਲਮਾਨ ਜਿਹੜੇ ਹੈਗੇ ਆ ਪਿਛਲੇ ਚੈਪਟਰਾਂ ਦੇ ਵਿੱਚ ਇਹ ਕਹਿ ਰਹੇ ਹੈਗੇ ਕਿ ਸਾਨੂੰ ਵੱਖਰਾ ਪਾਕਿਸਤਾਨ ਚਾਹੀਦਾ ਹੈਗਾ ਆ, ਪਰ ਜਦੋਂ ਅਸੀਂ ਹਿੰਦੂਆਂ ਨੂੰ ਦੇਖਦੇ ਹਾਂ ਹਿੰਦੂ ਇਹਦੇ ਵਿਰੋਧ ਵਿੱਚ ਖੜੇ ਹੈਗੇ ਆ। ਬਾਬਾ ਸਾਹਿਬ ਕਹਿੰਦੇ ਵੀ ਸਾਨੂੰ ਇਹ ਦੇਖਣਾ ਚਾਹੀਦਾ ਹੈਗਾ ਆ ਕੀ ਹਿੰਦੂਆਂ ਦੇ ਕੋਲ ਕੋਈ ਵਿਕਲਪ ਹੈਗਾ ਆ ਜਾਂ ਮੁਸਲਮਾਨਾਂ ਦੇ ਕੋਲ ਵਿਕਲਪ ਹੈਗਾ ਆ, ਕਿੱਦਾਂ ਦਾ ਵਿਕਲਪ ਹੋਣਾ ਹੈਗਾ ਵੀ ਜੇ ਪਾਕਿਸਤਾਨ ਨਾ ਬਣੇ। ਤੇ ਇਹਨੂੰ ਇਸ ਜਿਹੜਾ ਪਾਰਟ 3 ਹੈ ਇਹਨੂੰ ਬਾਬਾ ਸਾਹਿਬ 3 ਚੈਪਟਰਾਂ ਦੇ ਵਿੱਚ ਵੰਡਦੇ ਹੈਗੇ ਆ। ਇਹ ਚੈਪਟਰ ਵੱਡਾ ਸੀਗਾ ਤਾਂ ਕਰਕੇ ਇਸ 2 ਪਾਰਟਸ ਵਿੱਚ ਕਰ ਰਹੇ ਹੈਗੇ ਆ। ਸੈਕੰਡ ਪਾਰਟ ਅੱਜ ਡਾਕਟਰ ਸਾਹਿਬ ਕਰਨਗੇ। ਪਹਿਲਾ ਵਿਕਲਪ ਜਿਹੜਾ ਸੀਗਾ ਵੀ ਹਿੰਦੂਆਂ ਦੇ ਕੋਲ ਕੀ ਵਿਕਲਪ ਹੈਗਾ ਵੀ ਜੇ ਪਾਕਿਸਤਾਨ ਨਾ ਬਣੇ। ਇਹਦੇ ਵਿੱਚ ਆਪਾਂ 2 ਕੇਸ ਡਿਸਕਸ ਕੀਤੇ ਸੀ। ਇੱਕ ਲਾਲਾ ਹਰਦਿਆਲ ਦਾ ਕੇਸ ਡਿਸਕਸ ਕੀਤਾ ਸੀਗਾ ਤੇ ਉਸ ਤੋਂ ਬਾਅਦ ਆਪਾਂ ਸਵਰਕਰ ਦਾ ਕੇਸ ਡਿਸਕਸ ਕੀਤਾ ਸੀ ਹਿੰਦੂ ਮਹਾਸਭਾ ਦੇ ਦਾ। ਇਹਦੇ ਵਿੱਚ ਲਾਲਾ ਹਰਦਿਆਲ ਨੇ ਇਹੀ ਕਿਹਾ ਸੀਗਾ ਕਿ ਜੇ ਜਿਹੜੇ ਹਿੰਦੂ ਹੈਗੇ ਆ, ਜਿਹੜਾ ਹਿੰਦੂ ਸਮਾਜ ਹੈਗਾ ਆ, ਹਿੰਦੂ ਕੌਮ ਹੈਗੀ ਆ, ਉਹ 4 ਪਿੱਲਰਾਂ ਦੇ ਉੱਤੇ ਖੜੀ ਆ ਫਿਊਚਰ ਦੇ ਵਿੱਚ, ਭਵਿੱਖ ਦੇ ਵਿੱਚ। ਉਹ ਜਿਹੜੇ 4 ਪਿੱਲਰ ਹੈਗੇ ਆ ਉਹ ਕਿਹੜੇ ਸਤੰਭ ਕਿਹੜੇ ਹੈਗੇ ਆ। ਇੱਕ ਹਿੰਦੂ ਸੰਗਠਨਾਂ ਦੇ ਉੱਤੇ ਖੜੀ ਹੈਗੀ ਆ, ਹਿੰਦੂ ਰਾਜ ਦੇ ਉੱਤੇ ਖੜੀ ਹੈਗੀ ਆ, ਤੇ ਜਿੰਨੇ ਵੀ ਭਾਰਤ ਦੇ ਮੁਸਲਮਾਨ ਹੈਗੇ ਆ ਉਹਨਾਂ ਦੀ ਸ਼ੁੱਧੀ ਕਰਨੀ ਬੜੀ ਜ਼ਰੂਰੀ ਹੈਗੀ ਆ। ਤੇ ਜਿਹੜੀਆਂ ਸਰਹੱਦਾਂ ਪਾਕਿਸਤਾਨ ਜਾਂ ਭਾਰਤ ਨੂੰ ਆਲੇ ਦੁਆਲੇ ਲੱਗ ਰਹੀਆਂ ਹੈਗੀਆਂ ਆ, ਉਹਨਾਂ ਸਰਹੱਦਾਂ ਦੇ ਵਿੱਚ ਜਿਹੜੇ ਟਰਾਈਬਸ ਹੈਗੇ ਆ, ਜਿਹੜੇ ਮੁਸਲਮਾਨ ਹੈਗੇ ਆ, ਉਹਨਾਂ ਦਾ ਵੀ ਸ਼ੁੱਧੀਕਰਨ ਕਰਨਾ ਪੈਣਾ ਨਾਲ ਦੀ ਨਾਲ। ਜਿੱਦਾਂ ਦਾ ਸਾਨੂੰ ਅਫਗਾਨਿਸਤਾਨ ਤੋਂ ਖਤਰਾ ਬਣਿਆ ਹੈਗਾ ਆ, ਉਸ ਅਫਗਾਨਿਸਤਾਨ ਦੇ ਵਿੱਚ ਜਿੰਨੇ ਮੁਸਲਮਾਨ ਹੈਗੇ ਆ ਉਹਨਾਂ ਦਾ ਜਬਰੀ ਜਿਹੜਾ ਧਰਮ ਪਰਿਵਰਤਨ ਸਾਨੂੰ ਕਰਾਉਣਾ ਪਏਗਾ, ਤਾਂ ਕਿ ਸਾਰੇ ਜਿਹੜੇ ਆ ਕਿਸੇ ਟਾਈਮ ਹਿੰਦੂ ਹੁੰਦੇ ਸੀਗੇ ਤੇ ਇਹਨਾਂ ਨੂੰ ਹਿੰਦੂ ਬਣਾਇਆ ਜਾਵੇਗਾ। ਇਹ ਵਿਕਲਪ ਆ ਜੀ ਪਾਕਿਸਤਾਨ ਦਾ। ਤੇ ਬਾਬਾ ਸਾਹਿਬ ਇਹਦੇ ਵਿੱਚ ਦੱਸ ਰਿਹਾ ਹੈਗੇ ਆ ਕਿ ਇਹਦੇ ਵਿੱਚ 3 ਪ੍ਰੋਬਲਮਸ ਹੈਗੀਆਂ ਆ। ਜਿਹੜਾ ਲਾਲਾ ਹਰਦਿਆਲ ਦਾ ਮਸਲਾ ਹੈਗਾ ਆ ਉਹਦੇ ਵਿੱਚ ਇੱਕ ਤਾਂ ਹੈਗਾ ਵੀ ਹਿੰਦੂ ਜਿਹੜਾ ਧਰਮ ਹੈਗਾ ਆ ਉਹ ਜਿਹੜਾ ਇੱਕ ਕ੍ਰਿਸਚਨ ਧਰਮ ਆ ਜਾਂ ਮੁਸਲਮਾਨ ਧਰਮ ਆ, ਉਹਦੇ ਵਾਂਗੂ ਇੱਕ ਮਿਸ਼ਨਰੀ ਧਰਮ ਨਹੀਂ ਹੈ। ਭਾਵ ਕਿ ਉਹਦੇ ਵਿੱਚ ਕਨਵਰਜਨ ਨਹੀਂ ਹੋ ਸਕਦੀ। ਕੋਈ ਵੀ ਧਰਮ ਪਰਿਵਰਤਨ ਕਰਕੇ ਜਿਹੜਾ ਆ ਉਹ ਹਿੰਦੂ ਨਹੀਂ ਬਣ ਸਕਦਾ, ਕਿਉਂਕਿ ਜਦੋਂ ਕੋਈ ਨਾ ਕੋਈ ਕਿਸੇ ਧਰਮ ਦੇ ਵਿੱਚ ਜਾਂਦਾ ਆ ਉਹਦੇ ਵਿੱਚ ਸਮਾਜ ਬਹੁਤ ਜ਼ਰੂਰੀ ਆ। ਸਿਆਸੀ ਤੌਰ ਦੇ ਉੱਤੇ, ਪੋਲੀਟੀਕਲ ਤੌਰ ਦੇ ਉੱਤੇ ਭਾਵੇਂ ਜ਼ਰੂਰੀ ਹੋਵੇ ਚਾਹੇ ਨਾ ਹੋਵੇ, ਜਿਹੜੇ ਇਨਸਾਨ ਹੈਗੇ ਆ ਉਹਨਾਂ ਨੂੰ ਸਮਾਜ ਬਹੁਤ ਜ਼ਰੂਰੀ ਹੈਗਾ ਆ। ਤੇ ਜਦੋਂ ਵੀ ਕਿਸੇ ਨੇ ਧਰਮ ਪਰਿਵਰਤਨ ਕਰਨਾ ਹੈਗਾ ਉਹਦੀ ਕਾਸਟ ਡੈਜ਼ਿਗਨੇਟ ਕਰਨੀ, ਉਹਨੂੰ ਕਾਸਟ ਕਿਹੜੀ ਕਾਸਟ ਦੇ ਵਿੱਚ ਰੱਖਣਾ ਆ, ਉਹਦਾ ਵਰਨ ਕਿਹੜਾ ਹੋਣਾ ਆ, ਇਹ ਜਦ ਤੱਕ ਹਿੰਦੂ ਸਮਾਜ ਦੇ ਵਿੱਚ ਉਹ ਜੰਮਦਾ ਨਹੀਂ ਹੈਗਾ ਉਦ ਤੱਕ ਇਹ ਆਧਾਰਿਤ ਨਹੀਂ ਕੀਤਾ ਜਾਂਦਾ। ਇਸ ਕਰਕੇ ਹਿੰਦੂ ਜਿਹੜਾ ਧਰਮ ਜਿਹੜਾ ਹੈਗਾ ਆ ਉਹਨੂੰ ਕੋਈ ਅਪਣਾ ਨਹੀਂ ਸਕਦਾ ਹੈਗਾ, ਇਹ ਜਨਮ ਤੋਂ ਹੀ ਹੈਗਾ। ਇੱਕ ਪ੍ਰੋਬਲਮ ਬਾਬਾ ਸਾਹਿਬ ਕਹਿੰਦੇ ਇਹ ਹੈਗੀ ਆ। ਦੂਸਰੀ ਪ੍ਰੋਬਲਮ ਹੈਗੀ ਆ ਫਾਈਨੈਂਸ਼ੀਅਲ ਪ੍ਰੋਬਲਮ ਹੈਗੀ ਆ। ਫਾਈਨੈਂਸ਼ੀਅਲ ਪ੍ਰੋਬਲਮ ਬਾਬਾ ਸਾਹਿਬ ਕਹਿੰਦੇ ਵੀ ਇਹ ਜਿਹੜੇ ਇਹਦੇ ਰਿਸੋਰਸਿਸ ਹੈਗੇ ਆ, ਇਹਦੇ ਸਰੋਤ ਹੈਗੇ ਆ, ਉਹ ਬਹੁਤ ਵੱਧ ਪੈਸੇ ਵਾਲੇ ਹੈਗੇ ਆ। ਤੇ ਭਾਰਤ ਦੇ ਵਿੱਚ ਇੱਕੋ ਹੀ ਇੱਕ ਸਮਾਜ ਇਦਾਂ ਦਾ ਹੈਗਾ ਆ ਜਿਹਦੇ ਕੋਲ ਪੈਸੇ ਹੈਗੇ ਆ, ਕਿਉਂਕਿ ਜਿਹੜੀ ਚਤੁਰਵਰਨ ਵਿਵਸਥਾ ਹੈਗੀ ਉਹਦੇ ਅਕੋਰਡਿੰਗਲੀ ਜਿਹੜੇ ਬਾਣੀਏ ਹੈਗੇ ਆ, ਬਾਣੀਆਂ ਦੇ ਕੋਲ ਸਭ ਨਾਲੋਂ ਵੱਧ ਪੈਸਾ ਹੈਗਾ ਆ। ਤੇ ਬਾਣੀਏ ਦਾ ਜਿਹੜਾ ਇੰਟਰਸਟ ਹੈਗਾ ਆ ਤੇ ਉਹ ਕੀ ਹੈਗਾ ਆ, ਬਾਣੀਆਂ ਦਾ ਜਿਹੜਾ ਇੰਟਰਸਟ ਹੈਗਾ ਆ ਉਹ ਸਿਰਫ ਇਸ ਚੀਜ਼ ਨੂੰ ਲੈ ਕੇ ਆ ਵੀ ਮੈਂ ਕਿੱਦਾਂ ਧਨ ਜੋੜਨਾ ਆ, ਆਪਣੇ ਆਉਣ ਵਾਲੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਧੰਨਵਾਨ ਬਣਾਉਣਾ ਹੈਗਾ ਆ। ਉਹਦਾ ਧਰਮ ਨਾਲ ਕੋਈ ਲੈਣ ਦੇਣ ਨਹੀਂ, ਧਰਮ ਦੇ ਵਿੱਚ ਉਹਦਾ ਕੋਈ ਇੰਟਰਸਟ ਨਹੀਂ ਹੈਗਾ। ਹਾਂ, ਹੁਣ ਉਹ ਜ਼ਰੂਰ ਸੋਚ ਰਿਹਾ ਹੈਗਾ ਕਿ ਗਾਂਧੀ ਜਿਹੜਾ ਬਣੀਆਂ ਹੈਗਾ ਆ ਤੇ ਜਿਹੜੇ ਭਾਰਤ ਦੇ ਬਾਣੀਏ ਹੈਗੇ ਗਾਂਧੀ ਨੂੰ ਸਪੋਰਟ ਕਰਦੇ ਆ ਸਿਰਫ ਆਪਣੇ ਸਿਆਸੀ ਲਾਭਾਂ ਦੇ ਲਈ, ਧਰਮ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੈ। ਇਸ ਕਰਕੇ ਜਿਹੜੀ ਦੂਸਰੀ ਪ੍ਰੋਬਲਮ ਹਿੰਦੂ ਕਨਵਰਜ਼ਨ ਦੇ ਵਿੱਚ ਆਉਣੀ ਹੈਗੀ, ਸਿਆਸੀ ਹੋਣੀ ਹੈਗੀ ਆ, ਫਾਈਨੈਂਸ਼ੀਅਲ ਹੋਣੀ ਹੈਗੀ ਆ, ਤੇ ਆਰਥਿਕ ਤੰਗੀ ਹੈਣੀ ਹੈਗੀ ਆ। ਤੇ ਉਸ ਤੋਂ ਬਾਅਦ ਦੱਸਦੇ ਹੈਗੇ ਆ ਕਿ ਕਿੱਦਾਂ ਇੱਕ ਨਾਇਮਤੁੱਲਾ ਇੱਕ ਨਾਂ ਦਾ ਬੰਦਾ ਸੀਗਾ ਜਿਹੜਾ ਇੱਕ ਮਿਰਜ਼ਾ ਗੁਲਾਮ ਅਹਿਮਦ ਦਾ ਫਾਲੋਅਰ ਸੀਗਾ। ਵੀ ਜੇ ਲਾਲਾ ਹਰਦਿਆਲ ਕਹਿੰਦਾ ਵੀ ਅਸੀਂ ਅਫਗਾਨਿਸਤਾਨ ਦੇ ਵਿੱਚ ਅਸੀਂ ਜਬਰ ਜ਼ੁਲਮ ਦੇ ਨਾਲ ਜਿਹੜਾ ਆ ਉਹ ਅਸੀਂ ਉੱਥੇ ਦੇ ਮੁਸਲਮਾਨਾਂ ਨੂੰ ਅਸੀਂ ਹਿੰਦੂ ਬਣਾ ਦੇਣਾ ਹੈਗਾ ਆ। ਬਾਬਾ ਸਾਹਿਬ ਕਹਿੰਦੇ ਇਹ ਵੀ ਕਾਰਗਰ ਨਹੀਂ ਸਿੱਧ ਹੋਣਾ ਹੈਗਾ, ਕਿਉਂਕਿ ਤੁਸੀਂ ਕੇਸ ਦੇਖੋਗੇ ਕਿ ਇੱਕ ਨਾਇਮਤੁੱਲਾ ਨਾਮ ਦਾ ਇੱਕ ਫਾਲੋਅਰ ਸੀਗਾ, ਮਿਰਜ਼ਾ ਗੁਲਾਮ ਅਹਿਮਦ, ਕਾਦੀਆਂ ਦੇ ਵਿੱਚ ਕੋਈ ਬਣੀ ਹੋਈ ਹੈ ਜੀ ਪੰਜਾਬ ਦੇ ਕਾਦੀਆਂ ਜਿਹੜਾ ਹੈਗਾ ਏਰੀਆ, ਉੱਥੇ ਜਿਹੜਾ ਇੱਕ ਜਗ੍ਹਾ ਬਣੀ ਹੋਈ ਹੈ ਮਿਰਜ਼ਾ ਗੁਲਾਮ ਅਹਿਮਦ ਦੀ। ਉੱਥੇ ਉਹ ਜਿਹੜਾ ਇੱਕ ਬਾਬਾ ਸੀਗਾ ਜਾਂ ਉਹ ਪੀਰ ਫਕੀਰ ਸੀ ਆਪਣੇ ਆਪ ਨੂੰ ਕਹਿੰਦਾ, ਉਹਦਾ ਇੱਕ ਚੇਲਾ ਸੀ ਨਾਇਮਤੁੱਲਾ। ਉਹਨੇ ਆਪਣੇ ਆਪ ਨੂੰ ਕਿਹਾ ਸੀ ਕਿ ਮੈਂ ਰਹਿਬਰ ਆ ਜਾਂ ਮੈਂ ਮਸੀਹਾ ਆ, ਮੈਂ ਪ੍ਰੋਫਿਟ ਆ। ਉਹਨੂੰ ਅਫਗਾਨਿਸਤਾਨ ਦੇ ਜਿਹੜੇ ਉਸ ਵੇਲੇ ਦੇ ਪ੍ਰੀਸਟ ਸੀ, ਪਾਦਰੀ ਲੋਕ ਸੀ ਇਸਲਾਮ ਦੇ, ਉਹਨਾਂ ਨੇ ਜਿੱਦਾਂ ਪੱਥਰ ਮਾਰ ਕੇ ਸਜ਼ਾ ਦਿੱਤੀ ਸੀ, ਪੱਥਰ ਮਾਰ ਕੇ ਉਹਨੂੰ ਮਾਰਿਆ ਗਿਆ ਸੀਗਾ। ਸੋ ਬਾਬਾ ਸਾਹਿਬ ਕਹਿੰਦੇ ਵੀ ਇਹਦਾ ਮਤਲਬ ਲਾਲਾ ਹਰਦਿਆਲ ਜਿਹੜਾ ਹੈਗਾ ਆ ਇੱਕ ਸੁਪਨਾ ਹੀ ਆ ਉਹਦੇ ਦਿਮਾਗ ਦੇ ਵਿੱਚ, ਬਈ ਮਤਲਬ ਕਿ ਅਸੀਂ ਜਬਰਨ ਜਿਹੜੇ ਹੈਗੇ ਆ ਅਸੀਂ ਉਹ ਬਣਾਵਾਂਗੇ, ਮੁਸਲਮਾਨ ਜਿਹੜੇ ਆ ਉਹ ਹਿੰਦੂ ਬਣਾਵਾਂਗੇ। ਇਸ ਤੋਂ ਬਾਅਦ ਸਵਰਕਰ ਦਾ ਅਸੀਂ ਪਲਾਨ ਦੇਖਿਆ ਸੀਗਾ, ਜਿਹੜਾ ਵੀਡੀ ਸਵਰਕਰ ਸੀਗਾ ਉਹਨੇ ਇੱਕ ਗੱਲ ਜਿਹੜੀ ਨਿਸ਼ਚਿਤ ਕੀਤੀ ਸੀਗੀ ਕਿ ਭਾਰਤ ਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਕੌਮਾਂ ਹੈਗੀਆਂ ਆ ਉਹਨਾਂ ਨੂੰ ਭਾਰਤ ਦੇ ਵਿੱਚ ਹੀ ਰੱਖਿਆ ਜਾਵੇਗਾ, ਪਰ ਜੇ ਕੋਈ ਉਹਨਾਂ ਨੂੰ
ਅਧਿਕਾਰ ਦਿੱਤਾ ਜਾਊਗਾ ਤੇ ਜਿਹੜੀ ਵੱਧ ਗਿਣਤੀ ਵਾਲੇ ਲੋਕ ਹੈਗੇ ਆ ਉਹਨਾਂ ਦੇ ਨਾਲੋਂ ਕੋਈ ਵੱਖਰਾ ਅਧਿਕਾਰ ਨਹੀਂ ਦਿੱਤਾ ਜਾਵੇਗਾ। ਭਾਵ ਕਿ ਜਿੱਦਾਂ ਦਾ ਅਧਿਕਾਰ ਵੱਧ ਗਿਣਤੀ ਵਾਲਿਆਂ ਨੂੰ ਦਿੱਤਾ ਜਾਵੇਗਾ, ਉਸੇ ਤਰ੍ਹਾਂ ਦਾ ਅਧਿਕਾਰ ਜਿਹੜਾ ਆ ਘੱਟ ਗਿਣਤੀ ਵਾਲਿਆਂ ਨੂੰ ਦਿੱਤਾ ਜਾਵੇਗਾ। ਕਨਸਟੀਟਿਊਸ਼ਨ ਦੇ ਵਿੱਚ ਇਦਾਂ ਦੇ ਪ੍ਰੋਵੀਜ਼ਨ ਕੀਤੇ ਜਾਣਗੇ। ਉਹਨਾਂ ਨੇ ਇਹ ਵੀ ਦੱਸਿਆ ਸੀਗਾ ਕਿ ਹਾਂ ਜੇ ਮੁਸਲਮਾਨ ਜ਼ੋਰ ਪਾਉਂਦੇ ਹੈਗੇ ਆ ਉਹਨਾਂ ਦੇ ਲਈ ਅਸੀਂ ਸੀਟਾਂ ਜਿਹੜੀਆਂ ਆ ਨਿਰਧਾਰਿਤ ਕਰ ਸਕਦੇ ਆ, ਪਰ ਇਹ ਕਨਸਟੀਟਿਊਸ਼ਨ ਦੇ ਇਹ ਉਸ ਵੇਲੇ ਮੌਕੇ 'ਚ ਦੇਖਿਆ ਜਾਵੇਗਾ ਕਿ ਕਿੱਦਾਂ ਕਰਨਾ ਹੈਗਾ ਆ। ਪਰ ਇਦਾਂ ਕਿਸੇ ਵੀ ਮਿਨੋਰਿਟੀ ਨੂੰ ਕੋਈ ਵੱਖਰਾ ਅਧਿਕਾਰ ਨਹੀਂ ਦੇਣਾ ਹੈਗਾ, ਜਿਹੜਾ ਕਿ ਅਧਿਕਾਰ ਵੱਧ ਗਿਣਤੀ ਵਾਲਿਆਂ ਨੂੰ ਤਿਆਗਣਾ ਪਵੇ, ਜਾਂ ਵੱਧ ਗਿਣਤੀ ਵਾਲੀਆਂ ਜਿਹੜੀਆਂ ਕੌਮਾਂ ਹੈਗੀਆਂ ਜਿੱਦਾਂ ਹਿੰਦੂ ਕੌਮ ਹੈਗੀ ਆ ਉਹਨਾਂ ਦੇ ਕੋਲੋਂ ਅਧਿਕਾਰ ਖੋਹ ਕੇ ਘੱਟ ਗਿਣਤੀਆਂ ਵਾਲੀਆਂ ਕੌਮਾਂ ਨੂੰ ਦੇ ਦਿੱਤਾ ਜਾਵੇ। ਇਦਾਂ ਦੀ ਚੀਜ਼ ਅਸੀਂ ਕਹਿੰਦੇ ਨਹੀਂ ਕਰਨੀ ਹੈਗੀ। ਭਾਵ ਕਿ ਸੇਫਗਾਰਡ ਜਿਹੜੇ ਆਪਾਂ ਗੱਲ ਕਰਦੇ ਆਉਂਦੇ ਆ ਵੀ ਘੱਟ ਗਿਣਤੀ ਵਾਲਿਆਂ ਨੂੰ ਕਨਸਟੀਟਿਊਸ਼ਨ ਦੇ ਵਿੱਚ ਸੇਫਗਾਰਡ ਪ੍ਰੋਵੀਜ਼ਨ ਹੋਣੇ ਚਾਹੀਦੇ ਆ, ਉਹਦੇ ਖਿਲਾਫ ਵੀ ਡੀ ਸਾਵਰਕਰ ਜਿਹੜਾ ਇਹ ਕਰ ਰਿਹਾ ਹੈਗਾ ਸਾਰਾ ਕੁਝ। ਇਸ ਤੋਂ ਬਾਅਦ ਉਹ ਇਹ ਵੀ ਕਹਿ ਰਿਹਾ ਹੈਗਾ ਕਿ ਭਾਰਤ ਦੇ ਜਿਹੜੇ ਮੁਸਲਮਾਨ ਹੈਗੇ ਉਹ ਭਾਰਤ ਵਿੱਚ ਹੀ ਰਹਿਣਗੇ ਅੰਡਰ ਵਨ ਕਨਸਟੀਟਿਊਸ਼ਨ, ਤੇ ਭਾਰਤ ਦੀ ਜਿਹੜੀ ਬੋਲੀ ਹੋਣੀ ਹੈਗੀ ਆ ਉਹ ਹਿੰਦੀ ਹੋਣੀ ਹੈਗੀ ਨੈਸ਼ਨਲ ਲੈਂਗੁਏਜ, ਤੇ ਜਿਹੜੀ ਪਵਿੱਤਰ ਬੋਲੀ ਹੋਣੀ ਹੈਗੀ ਉਹ ਸੰਸਕ੍ਰਿਤ ਹੋਣੀ ਹੈਗੀ ਆ, ਤੇ ਲਿਪੀ ਜਿਹੜੀ ਹੋਣੀ ਹੈਗੀ ਉਹ ਹਿੰਦੀ ਹੋਣੀ ਹੈਗੀ ਆ। ਸੋ ਇਦਾਂ ਦੀਆਂ ਗੱਲਾਂ ਸਾਵਰਕਰ ਕਰਦਾ ਹੈਗਾ। ਤੇ ਭਾਰਤ ਦੇ ਵਿੱਚ ਜਿਹੜਾ ਇੱਕ ਭਾਰਤ ਨੂੰ ਅਸੀਂ ਹਿੰਦੂਡਮ ਬਣਾਉਣਾ ਹੈਗਾ। ਹਿੰਦੂਡਮ ਦੇ ਵਿੱਚ ਉਹ ਲੋਕ ਹਿੰਦੂ ਹੋਣਗੇ, ਭਾਵ ਕਿ ਉਹਦੇ ਵਿੱਚੋਂ ਕ੍ਰਿਸਚਨ ਤੇ ਮੁਸਲਮਾਨ ਜਿਹੜੇ ਆ ਉਹ ਬਾਹਰ ਨਿਕਲਣਗੇ। ਬਾਕੀ ਜਿੰਨੇ ਵੀ ਭਾਰਤ ਦੇ ਜਿੱਦਾਂ ਜੈਨਿਜ਼ਮ ਹੋ ਗਿਆ, ਬੁੱਧਿਜ਼ਮ ਹੋ ਗਿਆ, ਸਿੱਖੀਜ਼ਮ ਹੋ ਗਿਆ, ਇਹ ਸਾਰੇ ਜਿੰਨੇ ਵੀ ਧਰਮ ਹੈਗੇ ਆ, ਇਹ ਸਾਰੇ ਲਿੰਗਾਇਤਿਜ਼ਮ ਹੋ ਗਿਆ, ਇਹ ਸਾਰੇ ਦੇ ਸਾਰੇ ਲੋਕ ਜਿਹੜੇ ਆ ਇਹ ਕਹਿੰਦਾ ਵੀ ਹਿੰਦੂ ਧਰਮ ਚੋਂ ਨਿਕਲੇ ਹੈਗੇ, ਇਹਨਾਂ ਨੂੰ ਹਿੰਦੂ ਹੀ ਮੰਨਿਆ ਜਾਵੇਗਾ। ਤੇ ਪਰ ਇੱਕ ਗੱਲ ਬਾਬਾ ਸਾਹਿਬ ਜਾਂਦੇ ਜਾਂਦੇ ਸਾਵਰਕਰ ਦੇ ਪਲਾਨ ਦੇ ਵਿੱਚ ਇਹ ਕਹਿੰਦੇ ਹੈਗੇ ਆ ਕਿ ਸਾਵਰਕਰ ਜਿਹੜਾ ਆ ਉਹ ਆਪਣੇ ਲਈ ਤਾਂ ਹਿੰਦੁਸਤਾਨ ਮੰਗ ਰਿਹਾ ਹੈਗਾ ਆ, ਆਪਣੇ ਆਪ ਨੂੰ ਤਾਂ ਵੱਖਰੀ ਕੌਮ ਸਿੱਧ ਕਰਕੇ ਇਹ ਸਿੱਧ ਕਰ ਰਿਹਾ ਹੈਗਾ ਕਿ ਸਾਨੂੰ ਜਿਹੜਾ ਆ ਵੱਖਰਾ ਹਿੰਦੁਸਤਾਨ ਚਾਹੀਦਾ ਹੈਗਾ, ਜਾਂ ਸਾਡਾ ਜਿਹੜਾ ਦੇਸ਼ ਦਾ ਨਾਮ ਹੈ ਉਹ ਹਿੰਦੂਡਮ ਜਾਂ ਹਿੰਦੁਸਤਾਨ ਹੋਣਾ ਚਾਹੀਦਾ ਆ। ਪਰ ਦੂਜੇ ਪਾਸੇ ਇਹ ਚੀਜ਼ ਭੁੱਲ ਰਿਹਾ ਹੈਗਾ ਕਿ ਮੁਸਲਮਾਨ ਵੀ ਇੱਕ ਆਪਣੇ ਆਪ ਦੇ ਵਿੱਚ ਅਲੱਗ ਨੇਸ਼ਨ ਹੈਗਾ। ਉਹ ਦੱਸ ਰਿਹਾ ਹੈਗਾ ਆ ਕਿ ਮੁਸਲਮਾਨਾਂ ਦਾ ਆਪਣਾ ਕਲਚਰ ਹੈਗਾ ਆ। ਤੇ ਇਸੇ ਗੱਲ ਤੇ ਬਾਬਾ ਸਾਹਿਬ ਜਿਨ੍ਹਾਂ ਦੇ ਨਾਲ ਉਹਦਾ ਕੰਪੈਰੀਜ਼ਨ ਕਰਦੇ ਵੀ ਜਿਹੜਾ ਜਿੰਨਾ ਹੈਗਾ ਆ ਉਹ ਵੀ ਸੇਮ ਗੱਲ ਕਹਿੰਦਾ ਹੈਗਾ ਆ ਵੀ ਭਾਰਤ ਦੇ ਵਿੱਚ ਦੋ ਨੇਸ਼ਨਸ ਹੈਗੇ ਆ, ਦੋ ਰਾਸ਼ਟਰ ਹੈਗੇ ਆ, ਇੱਕ ਮੁਸਲਮਾਨ ਰਾਸ਼ਟਰ ਹੈ, ਇੱਕ ਹਿੰਦੂ ਰਾਸ਼ਟਰ ਹੈ। ਦੋਨਾਂ ਦੀ ਰੀਤੀ ਰਿਵਾਜ, ਦੋਨਾਂ ਦੀ ਸੰਸਕ੍ਰਿਤੀ ਵੱਖਰੀ ਵੱਖਰੀ ਹੈਗੀ ਆ। ਇਸ ਕਰਕੇ ਦੋਨਾਂ ਨੂੰ ਅੱਡ ਕਰ ਦਿੱਤਾ ਜਾਵੇ, ਦੋਨਾਂ ਦੀ ਪਾਰਟੀਸ਼ਨ ਕਰ ਦਿੱਤੀ ਜਾਵੇ, ਇੱਕ ਪਾਕਿਸਤਾਨ ਬਣ ਜਾਵੇ, ਇੱਕ ਹਿੰਦੁਸਤਾਨ ਬਣ ਜਾਵੇ। ਪਰ ਜਿਹੜਾ ਸਾਵਰਕਰ ਹੈਗਾ ਆ ਉਹ ਆਪਣਾ ਵਰਚਸਵ ਬਣਾਉਣ ਦੇ ਲਈ ਪੂਰੇ ਭਾਰਤ ਨੂੰ ਇਕੱਠਾ ਕਰਨਾ ਚਾਹੁੰਦਾ ਆ। ਉਹ ਮਾਈਨੋਰਿਟੀ ਦੇ ਤੌਰ ਤੇ ਮੁਸਲਮਾਨਾਂ ਨੂੰ ਭਾਰਤ ਦੇ ਵਿੱਚ ਰੱਖਣਾ ਚਾਹੁੰਦਾ ਆ, ਤੇ ਤਾਂ ਕਿ ਸਿਆਸੀ ਤੌਰ ਦੇ ਉੱਤੇ ਉਹਨਾਂ ਦੇ ਉੱਤੇ ਸਾਰੇ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਜਾਣ, ਐਜੂਕੇਸ਼ਨਲੀ, ਸੋਸ਼ਲੀ ਜਾਂ ਪੋਲੀਟੀਕਲੀ। ਇਹ ਚੀਜ਼ਾਂ ਬਾਬਾ ਸਾਹਿਬ ਦੱਸਦੇ ਹੈਗੇ। ਉਹਦੇ ਨਾਲ ਕੀ ਪ੍ਰੋਬਲਮਸ ਆਉਣੀਆਂ ਹੈਗੀਆਂ ਬਾਬਾ ਸਾਹਿਬ ਦੱਸਦੇ ਆ ਵੀ ਇਹ ਪਲਾਨ ਆ ਜੀ ਸਾਵਰਕਰ ਦਾ। ਤੇ ਉਸ ਤੋਂ ਬਾਅਦ ਜਿਹੜਾ ਤੀਸਰਾ ਪਲਾਨ ਹੈਗਾ ਆ ਉਹ ਗਾਂਧੀ ਦਾ ਹੈਗਾ ਆ। ਗਾਂਧੀ ਨੇ ਕੀ ਕੀਤਾ, ਖਿਲਾਫਤ ਮੂਵਮੈਂਟ ਦਾ ਸਾਥ ਕਿੱਦਾਂ ਦਿੱਤਾ, ਵੀ ਨਵੀਆਂ ਖੁਲਾਸੇ ਹੋਣੇ ਆ। ਮੈਂ ਹੁਣ ਸਾਰੇ ਡਿਸਕਸ਼ਨ ਡਾਕਟਰ ਸਾਹਿਬ ਡਿਟੇਲ 'ਚ ਕਰਨਗੇ, ਤੇ ਡਾਕਟਰ ਸਾਹਿਬ ਤੁਸੀਂ ਟੇਕ ਓਵਰ ਕਰ ਸਕਦੇ ਹੋ ਜੀ। ਪਿਛਲੀ ਵਾਰੀ ਅਸੀਂ ਜੋ ਡਿਸਕਸ ਕੀਤਾ ਸੀ ਮੈਂ ਰਿਵਿਊ ਕਰ ਦਿੱਤਾ ਜੀ। ਠੀਕ ਹੈ ਜੀ, ਥੈਂਕ ਯੂ ਜੀ। ਥੈਂਕ ਯੂ। ਠੀਕ ਹੈ, ਤੇ ਆਪਾਂ ਗੱਲ ਕਰ ਰਹੇ ਸੀ ਵੀ ਖਿਲਾਫਤ ਮੂਵਮੈਂਟ ਜਿਹੜੀ ਹੈਗੀ ਹੈ ਇਹਦੇ ਬਾਰੇ ਆਪਾਂ ਨੂੰ ਥੋੜਾ ਬੇਸਿਕ ਅੰਡਰਸਟੈਂਡਿੰਗ ਹੋਏਗੀ, ਤਾਂ ਹੀ ਆਪਾਂ ਨੂੰ ਜੋ ਬਾਬਾ ਸਾਹਿਬ ਲਿਖ ਰਹੇ ਇਸ ਚੈਪਟਰ ਵਿੱਚ ਸਮਝਣ 'ਚ ਹੈਲਪ ਹੋਏਗੀ। ਖਿਲਾਫਤ ਜਿਹੜੀ ਹੈਗੀ, ਖਿਲਾਫਤ ਵਰਡ ਹੈ ਤੇ ਉਹਦੇ ਮੂਵਮੈਂਟ ਹੈ ਕਿਸ ਤਰ੍ਹਾਂ ਇਹ ਬਣੀ ਹੈਗੀ ਹੈ। ਖਿਲਾਫਤ ਜਿਹੜੀ ਹੈ ਖਲੀਫ ਤੋਂ ਵਰਡ ਬਣਦਾ ਹੈਗਾ। ਓਟੋਮਨ ਐਮਪਾਇਰ ਜਿਹੜੀ ਹੈਗੀ ਹੈ ਇਹਦੇ ਨਾਲ ਕੀ ਰਿਲੇਸ਼ਨਸ਼ਿਪ ਆ, ਓਟੋਮਨ ਐਮਪਾਇਰ ਕਿੱਦਾਂ ਵੱਧਦੀ ਹੈ, ਕਿੱਦਾਂ ਉਹ ਖਤਮ ਹੁੰਦੀ ਹੈਗੀ ਹੈ। 4-5 ਉਹਦੇ ਕਾਰਨ ਹੈਗੇ, ਇਟਲੀ ਵਾਰ ਆ, ਬਾਲਕਨ ਵਾਰ ਆ, ਵਰਲਡ ਵਾਰ 1 ਆ, ਟ੍ਰੀਟੀ ਆਫ ਸੈਵਰਸ ਆ, ਤੇ 1924 ਦੇ ਵਿੱਚ ਇਹਨੂੰ ਅਬੋਲਿਸ਼ ਕਰ ਦਿੱਤਾ ਜਾਂਦਾ ਆ। ਫਿਰ ਜਿਹੜਾ ਬਾਲਕਨ ਵਾਰ ਆ, ਬਾਲਕਨ ਕੀ ਚੀਜ਼ ਹੈ ਵੀ ਆਪਾਂ ਦੇਖਾਂਗੇ ਇਹਦੇ ਵਿੱਚ। ਉਸ ਤੋਂ ਬਾਅਦ ਆਪਾਂ ਦੇਖਾਂਗੇ ਵੀ ਜਿਹੜਾ ਵਰਲਡ ਵਾਰ 1 ਹੁੰਦਾ ਹੈ ਸੈਂਟਰਲ ਐਕਸਿਸ ਤੇ ਅਲਾਈਸ ਐਕਸਿਸ ਵਿੱਚ ਵਾਰ ਹੋਇਆ ਸੀਗਾ। ਇਹ ਜਿਹੜਾ ਵਾਰ ਹੋਇਆ ਸੀਗਾ ਇਹਦੇ ਵਿੱਚ ਜਿਹੜੀ ਥ੍ਰੈਟ ਆਈ ਸੀ ਖਲੀਫ ਨੂੰ ਤੇ ਖਲੀਫਤ ਨੂੰ, ਉਦੋਂ ਬਚਾਉਣ ਲਈ ਜਿਹੜੀ ਹੈਗੀ ਆ ਅਲੀ ਬ੍ਰਦਰਸ ਨੇ ਜਿਹੜੀ ਮੂਵਮੈਂਟ ਸ਼ੁਰੂ ਕੀਤੀ ਸੀ ਉਹਨੂੰ ਖਿਲਾਫਤ ਮੂਵਮੈਂਟ ਕਹਿੰਦੇ ਆ। ਤੇ ਖਿਲਾਫਤ ਮੂਵਮੈਂਟ ਫੇਲ ਕਿੱਦਾਂ ਹੋਈ ਹੈਗੀ ਆ ਇਹਦੇ ਬਾਰੇ ਆਪਾਂ ਸਾਰਾ ਕੁਝ ਅਜੇ ਕਵਰ ਕਰ ਲੈਣਾ, ਤੇ ਉਸ ਤੋਂ ਬਾਅਦ ਫਿਰ ਬਾਬਾ ਸਾਹਿਬ ਜੋ ਆਪਣੇ ਚੈਪਟਰ 'ਚ ਦੱਸ ਰਹੇ ਆ ਉਹਦੇ ਬਾਰੇ ਗੱਲ ਕਰਾਂਗੇ ਆਪਾਂ। ਤੇ ਇਹਦੇ ਵਿੱਚ ਸਟਾਰਟਿੰਗ ਵਿੱਚ ਜਿਹੜਾ ਹੁਣ ਖਿਲਾਫਤ ਵਰਡ ਹੈਗਾ ਆ, ਇਹ ਇੱਕ ਤਰ੍ਹਾਂ ਕਹਿ ਸਕਦੇ ਆ ਜਿਹੜਾ ਅਧਿਆਤਮਕ ਤੌਰ ਤੇ ਜਾਂ ਰੂਹਾਨੀ ਇਸਲਾਮੀ ਅਥਾਰਟੀ ਹੈਗੀ ਆ ਜਿਹੜੀ, ਉਹਨੂੰ ਖਿਲਾਫਤ ਕਹਿੰਦੇ ਹੈਗੇ ਆ। ਤੇ ਇਹ ਜਿਹੜਾ ਹੈਗਾ ਆ ਕਿਹਦੇ ਹੱਥ ਵਿੱਚ ਹੁੰਦਾ ਹੈ, ਜਿਹੜਾ ਟਰਕੀ ਦਾ ਸੁਲਤਾਨ ਹੁੰਦਾ ਆ ਉਹ ਇਹਨਾਂ ਦਾ ਮੋਹਰੀ ਹੁੰਦਾ ਆ। ਤੇ ਟਰਕੀ ਵਿੱਚ ਇਹਨੂੰ ਕਹਿੰਦੇ ਹਿਲਾਫਤ, ਤੇ ਅਰਬਿਕ ਵਿੱਚ ਕਹਿੰਦੇ ਆ ਖਿਲਾਫਾ, ਖਲੀਫਾ, ਖਿਲਾਫਾ ਜਾਂ ਖਲੀਫੇ ਜਾਂ ਖਲੀਫੇਟ। ਤੇ ਇਹ ਜਿਹੜਾ ਉਹ ਤਾਂ ਹੀ ਉਹ ਤੋਂ ਖਲੀਫ ਜਿਹੜਾ ਹੁੰਦਾ ਆ ਉਹ ਲੀਡਰ ਹੁੰਦਾ ਆ। ਖਲੀਫਾਤ ਜਿਹੜਾ ਹੁੰਦਾ ਆ ਉਸ ਲੀਡਰ ਦੇ ਅੰਡਰ ਜਿਹੜੀ ਹੈਗੀ ਆ ਸਾਰੇ ਮੁਸਲਿਮ ਰਾਜ ਜਿਹੜੇ ਹੈਗੇ ਆ ਜਾਂ ਟੈਰੀਟਰੀਜ਼ ਹੈਗੀਆਂ ਦੁਨੀਆ ਦੀ ਅੰਡਰ ਆਉਂਦੀਆਂ ਹੈਗੀਆਂ, ਉਹਨੂੰ ਖਲੀਫਾਤ ਕਹਿੰਦੇ ਹੈਗੇ ਆ। ਤੇ ਜਿਹੜਾ ਵੀ
ਔਰ ਇਹ ਜਿਹੜਾ ਖਲੀਫ ਹੁੰਦਾ ਹੈਗਾ ਟਰਕੀ ਦਾ ਸੁਲਤਾਨ ਹੁੰਦਾ ਆ, ਇਹ ਇਹਨਾਂ ਦਾ ਸਪਿਰਿਚੁਅਲ ਲੀਡਰ ਆ ਬੇਸਿਕਲੀ ਸਾਰੇ ਮੁਸਲਿਮ ਕੰਟਰੀਜ਼ ਦਾ। ਤੇ ਇਹ ਜਿਹੜੀ ਚੀਜ਼ ਸੀਗੀ ਜਦੋਂ ਵਰਲਡ ਵਾਰ ਆਪਣੇ 1 ਹੁੰਦਾ ਆ, ਉਸ ਤੋਂ ਬਾਅਦ ਜਿਹੜਾ ਟਰਕੀ ਓਟੋਮਨ ਐਮਪਾਇਰ ਹੁੰਦਾ ਹੈਗਾ ਆ, ਤੇ ਉਹ ਜਦੋਂ ਟੁੱਟਣ ਲੱਗਦਾ ਹੈਗਾ ਉਹਦੇ ਨਾਲ ਕਾਫੀ ਨੁਕਸਾਨ ਹੁੰਦਾ ਹੈ ਉਹਦੇ ਵਿੱਚ ਟਰਕੀ ਦੇ ਲੋਕਾਂ ਨੂੰ, ਟਰਕੀ ਦੇ ਸੁਲਤਾਨ ਨੂੰ ਵੀ। ਤੇ ਉਹ ਜਦੋਂ ਉਹਨਾਂ ਨੂੰ ਡਰ ਪੈਣ ਲੱਗ ਪੈਂਦਾ ਵੀ ਇਹ ਇੱਕ ਟਾਈਮ ਤੇ ਆ ਕੇ ਖਤਮ ਹੋ ਜਾਣਾ ਹੈਗਾ ਆ, ਤੇ ਮੁਸਲਮਾਨਾਂ ਨੂੰ ਇਹ ਡਰ ਪੈ ਜਾਂਦਾ ਵੀ ਇਹ ਜਿਹੜਾ ਸਾਡਾ ਖਲੀਫ ਹੈਗਾ ਆ ਜਾਂ ਖਲੀਫਾਤ ਹੈਗਾ ਆ, ਇਹ ਜੇ ਖਤਮ ਹੋ ਗਿਆ ਤਾਂ ਸਾਡਾ ਜਿਹੜਾ ਮੁਸਲਿਮ ਜਿਨ੍ਹਾਂ ਨੂੰ ਉਹ ਸਮਝਦੇ ਆ, ਜਿੱਦਾਂ ਇੱਕ ਐਗਜ਼ਾਮਪਲ ਕੰਪੈਰੀਜ਼ਨ ਤੁਸੀਂ ਲੈ ਸਕਦੇ, ਜਿੱਦਾਂ ਕ੍ਰਿਸਚਨਾਂ ਵਿੱਚ ਪੋਪ ਨਹੀਂ ਹੁੰਦਾ ਹੈਗਾ, ਕੈਥੋਲਿਕ ਕ੍ਰਿਸਚਨ ਦਾ ਜਿਹੜਾ ਸਾਰਿਆਂ ਦਾ ਕਰਤਾ ਧਰਤਾ ਪੋਪ ਮੰਨਦੇ ਆ, ਇਸੇ ਤਰ੍ਹਾਂ ਇਹ ਮੁਸਲਿਮ ਵਰਲਡ ਦੇ ਵਿੱਚ ਜਿਹੜਾ ਉਹਨਾਂ ਦਾ ਪੋਪ ਜਿਹੜਾ ਹੈਗਾ ਆ ਉਹ ਖਲੀਫ ਆ ਜਾਂ ਟਰਕੀ ਦਾ ਸੁਲਤਾਨ ਆ। ਵਰਲਡ ਵਾਰ 1 ਤੋਂ ਬਾਅਦ ਜਦੋਂ ਉਹਨਾਂ ਦੀ ਹਾਰ ਹੋ ਜਾਂਦੀ ਹੈਗੀ ਆ, ਤੇ ਉਸ ਤੋਂ ਬਾਅਦ ਉਹਨਾਂ ਨੂੰ ਡਰ ਪੈ ਜਾਂਦਾ ਵੀ ਇਹ ਕਿਤੇ ਖਤਮ ਹੀ ਨਾ ਹੋ ਜਾਏ, ਤੇ ਇਸ ਕਰਕੇ ਜਿਹੜੇ ਸੀਗੇ ਸ਼ੌਕਤ ਅਲੀ ਔਰ ਜਿਹੜੇ ਸੀਗੇ ਮੁਹੰਮਦ ਅਲੀ ਤੇ ਅਬਦੁਲ ਕਲਾਮ ਆਜ਼ਾਦ 1919 ਦੇ ਵਿੱਚ ਗਾਂਧੀ ਨਾਲ ਰਲ ਕੇ ਇਹ ਖਿਲਾਫਤ ਜਿਹੜੀ ਹੈਗੀ ਆ ਇਹਨੂੰ ਬਚਾਉਣ ਲਈ, ਜੇ ਟਰਕੀ ਦੇ ਜਿਹੜੇ ਸੁਲਤਾਨ ਉਹਦੀ ਪੋਜੀਸ਼ਨ ਨੂੰ ਬਚਾਉਣ ਲਈ, ਮੁਸਲਿਮ ਗੌਰਮੈਂਟ ਜਾਂ ਮੁਸਲਿਮ ਢਾਂਚੇ ਨੂੰ ਬਚਾਉਣ ਲਈ ਜਿਹੜੀ ਮੂਵਮੈਂਟ ਚਲਾਉਂਦੇ ਹੈਗੇ ਆ, ਤਾਂ ਕਿ ਬ੍ਰਿਟਿਸ਼ਰਸ ਤੇ ਪ੍ਰੈਸ਼ਰ ਪਾਇਆ ਜਾਵੇ, ਕਿਉਂਕਿ ਬ੍ਰਿਟਿਸ਼ਰਸ ਅਗੇਂਸਟ ਸੀਗੇ ਇਹਨਾਂ ਦੇ ਟਰਕੀ ਦੇ ਵਰਲਡ ਵਾਰ 1 ਦੇ ਵਿੱਚ। ਉਹ ਜਿਹੜੀ ਮੂਵਮੈਂਟ ਚਲਾਈ ਸੀਗੀ ਉਹਨੂੰ ਇਹ ਖਲੀਫਤ ਨੂੰ ਜਾਂ ਖਿਲਾਫਤ ਨੂੰ ਬਚਾਉਣ ਲਈ ਜਿਹੜੀ ਮੂਵਮੈਂਟ ਚਲਾਈ ਸੀ, ਅਲੀ ਬ੍ਰਦਰਸ ਨੂੰ ਖਿਲਾਫਤ ਮੂਵਮੈਂਟ ਕਹਿੰਦੇ ਆ ਬੇਸਿਕਲੀ। ਤੇ ਇਹਦੇ ਵਿੱਚ ਕੀ ਹੈਗਾ ਵੀ ਖਿਲਾਫਤ ਮੂਵਮੈਂਟ ਜਿਹੜੀ ਹੈਗੀ ਇਹਨੂੰ ਕਾਫੀ ਤਰ੍ਹਾਂ ਖਤਰਾ ਪੈਂਦਾ। 1911 ਦੇ ਵਿੱਚ ਕੀ ਹੁੰਦਾ ਹੈ, ਇਟਲੀ ਜਿਹੜੀ ਹੈਗੀ ਆ ਅਟੈਕ ਕਰਦੀ ਹੈਗੀ ਇਹਦੇ ਨਾਰਥ ਪਾਰਟ ਦੇ ਵਿੱਚ, ਉਹ ਆਪਾਂ ਡਿਸਕਸ ਕਰਾਂਗੇ ਵੀ ਕਿੱਦਾਂ ਇਟਲੀ ਦੇ ਲਾਗੇ ਲੱਗਦਾ ਹੈਗਾ ਆ, ਤੇ ਉਹਦੇ ਨਾਲ ਜਿਹੜੀ ਇਹ ਕਾਫੀ ਇਹਨਾਂ ਨੂੰ ਹਾਰ ਹੁੰਦੀ ਹੈ। ਫਿਰ ਬਾਲਕਨ ਵਾਰਸ ਆਉਂਦੇ ਹੈਗੇ ਆ, ਉਹਦੇ ਨਾਲ ਵੀ ਕਾਫੀ ਇਹ ਚਰਮਰਾ ਜਾਂਦੇ ਹੈਗੇ ਆ ਓਟੋਮਨ ਐਮਪਾਇਰ ਜਿਹੜੀ ਹੈਗੀ ਆ। ਤੇ ਵਰਲਡ ਵਾਰ 1 ਹੁੰਦਾ, ਉਹਦੇ ਵਿੱਚ ਆਪਾਂ ਦੇਖ ਹੀ ਲਿਆ ਹੈਗਾ ਜਿੱਦਾਂ ਡਰ ਪੈਦਾ ਹੁੰਦਾ ਵੀ ਜਿਹੜਾ ਖਲੀਫਾਤ ਹੈਗਾ ਖਤਮ ਹੀ ਨਾ ਹੋ ਜਾਏ ਇਹ। ਫਿਰ ਉਸ ਤੋਂ ਬਾਅਦ ਇਹਨਾਂ ਦੇ ਜਿਹੜੀ ਆ 1920 ਦੇ ਵਿੱਚ ਇਹ ਇਹਨਾਂ ਦੀ ਜਿਹੜਾ ਆਪਾਂ ਟ੍ਰੀਟੀ ਕਹਿੰਦੇ ਆ, ਤੇ ਸੰਧੀ ਦੇ ਵਿੱਚ ਇਹ ਜਿਹੜੀ ਤਾਂ ਓਟੋਮਨ ਐਮਪਾਇਰ ਦੇ ਹੇਠਾਂ ਕੰਟਰੀਜ਼ ਹੁੰਦੇ ਆ ਨਾ, ਉਹ ਬ੍ਰਿਟਿਸ਼, ਗ੍ਰੀਸ ਔਰ ਇਟਲੀ ਚਲ ਜਾਂਦੇ ਹੈਗੇ ਆ। ਤੇ ਉਸ ਤੋਂ ਬਾਅਦ ਇਹ ਟੋਟਲੀ ਖਤਮ ਹੀ ਹੋ ਜਾਂਦਾ। 1922 ਤੱਕ ਆਉਂਦੇ 24 ਤੱਕ ਆਉਂਦੇ ਟੋਟਲੀ ਇਹ ਪੋਜੀਸ਼ਨ ਜਿਹੜੀ ਆ ਖਲੀਫ ਦੀ ਪੋਜੀਸ਼ਨ ਅਬੋਲਿਸ਼ ਹੋ ਜਾਂਦੀ ਹੈਗੀ ਆ। ਇਸੇ ਲਈ ਜਿਹੜੀ ਹੈ ਖਿਲਾਫਤ ਮੂਵਮੈਂਟ ਚਲਾਈ ਸੀਗੀ। ਤੇ ਹੁਣ ਜਿਹੜੇ ਕਈ ਵਰਡਸ ਜਿਹੜੇ ਹੈਗੇ ਆ, ਜਿੱਦਾਂ ਇਹ ਆਪਾਂ ਇਹਦੇ ਵਿੱਚ ਥੋੜਾ ਡਿਸਕਸ ਕਰ ਸਕਦੇ ਹਾਂ। ਖਲੀਫ ਜਿਹੜਾ ਹੈਗਾ ਹੈ ਇੰਗਲਿਸ਼ ਵਰਡ ਹੈਗਾ ਹੈ, ਖਲੀਫ ਦਾ ਮਤਲਬ ਹੁੰਦਾ ਮੁਸਲਿਮ ਲੀਡਰ ਬੇਸਿਕਲੀ, ਤੇ ਅਰਬਿਕ ਵਿੱਚ ਇਹਨੂੰ ਕਹਿੰਦੇ ਆ ਖਲੀਫਾ। ਖਲੀਫਾਤ ਜਿਹੜਾ ਹੈਗਾ ਆ, ਇਹ ਜਿਹੜਾ ਯੂਨਾਈਟਿਡ ਇਸਲਾਮਿਕ ਸਟੇਟ ਹੈਗੀ ਆ ਖਲੀਫ ਦੇ ਅੰਡਰ, ਉਹਨੂੰ ਕਹਿੰਦੇ ਹੈਗੇ, ਜਾਂ ਕਹਿ ਸਕਦੇ ਆ ਵੀ ਜਿਹੜੇ ਮੁਸਲਿਮ ਅੰਪਾਇਰ ਆ ਜਾਂ ਮੁਸਲਿਮ ਕੰਟਰੀਜ਼ ਹੈਗੇ ਆ, ਇਹ ਇੱਕ ਖਲੀਫ ਦੇ ਅੰਡਰ ਜਿਹੜੀ ਹੈਗੀ ਆਉਂਦੀ ਹੈਗੀ, ਖਲੀਫਾ ਦੇ ਅੰਡਰ ਆਉਂਦੀ ਹੈਗੀ। ਇਹ ਸਾਰੇ ਖਲੀਫਾ ਦੇ ਵਿੱਚ ਹੀ ਆਉਂਦੇ ਜਿੰਨੇ ਮੁਸਲਿਮ ਕੰਟਰੀ ਆਲੇ ਦੁਆਲੇ, ਜਿਹੜੇ ਸੁਲਤਾਨ ਨੂੰ ਆਪਣਾ ਜਿਹੜਾ ਹੈਗਾ ਆ ਖਲੀਫ ਮੰਨਦੇ ਹੈਗੇ ਆ। ਖਲੀਫ ਭਾਵ ਹੈਗਾ ਵੀ ਜਿਹੜਾ ਆਪਣੇ ਮੁਹੰਮਦ ਪ੍ਰੋਫਿਟ ਦਾ ਜਿਹੜਾ ਸਕਸੈਸਰ ਹੈ ਉਹਨੂੰ ਖਲੀਫ ਕਹਿੰਦੇ ਆ ਇਹ। ਤੇ ਇਸ ਕਰਕੇ ਇਹ ਉਹਦੇ ਨਾਲ ਜੁੜੇ ਹੈਗੇ ਆ ਵੀ ਸਾਰੇ ਮੁਹੰਮਦ ਜਿਹੜਾ ਪ੍ਰੋਫਿਟ ਮੁਹੰਮਦ ਹੋਇਆ ਹੈਗਾ ਆ, ਉਹਦੇ ਜਿਹੜੇ ਗਾਂ ਪੈਰੋਕਾਰ ਹੈਗੇ ਜਾਂ ਉਹਦੇ ਸਕਸੈਸਰ ਹੈਗੇ ਆ, ਉਹ ਟਰਕੀ ਸੁਲਤਾਨ ਦੇ ਰੂਪ ਵਿੱਚ ਸਥਾਪਿਤ ਹੋਏ ਹੈਗੇ ਆ। ਤੇ ਇਸ ਕਰਕੇ ਜਿਹੜੀ ਸਾਰੀ ਕਮਾਂਡ ਹੈਗੀ ਉੱਥੋਂ ਆਉਂਦੀ ਹੈ। ਜਿੱਦਾਂ ਪੋਪ ਹੈਗਾ ਆਪਣਾ ਵੈਟੀਕਨ ਪੋਪ ਹੈਗਾ ਰੋਮ ਚੋਂ ਕੈਥੋਲਿਕ ਚਰਚਿਸ ਨੂੰ ਦਿੰਦਾ ਹੈਗਾ, ਇਸੇ ਤਰ੍ਹਾਂ ਜਿਹੜਾ ਹੈਗਾ ਸੁਲਤਾਨ ਦਾ ਖਲੀਫ ਸਾਰੇ ਮੁਸਲਿਮ ਕੰਟਰੀਜ਼ ਨੂੰ ਜਿਹੜਾ ਹੈਗਾ ਆ ਆਪਣਾ ਜਿਹੜਾ ਆਦੇਸ਼ ਦਿੰਦਾ ਹੁੰਦਾ ਹੈਗਾ। ਤੇ ਇਹਨਾਂ ਦੇ ਵਿੱਚ 4-5 ਚੀਜ਼ਾਂ ਜਿਹੜੀਆਂ ਇਸਲਾਮ ਵਿੱਚ ਆਉਂਦੀਆਂ ਹੈਗੀਆਂ, ਜਿਹੜੇ ਉਹ ਹੈਗੇ ਸ਼ਹਾਦਾ, ਜਿਹਦਾ ਭਾਵ ਹੈਗਾ ਵੀ ਜਿਹੜਾ ਆਪਣਾ ਧਰਮ ਜਿਹੜਾ ਹੈਗਾ ਉਹਨੂੰ ਨਿਭਾਉਣਾ, ਸਲਾਹ, ਪ੍ਰੇਅਰ, ਜ਼ਕਾਤ ਜਿਹੜਾ ਚੈਰੀਟੇਬਲ ਗਿਵਿੰਗ ਦਾਨ ਕਰਨਾ, ਤੇ ਫਾਸਟਿੰਗ, ਤੇ ਹਜ ਮਤਲਬ ਵੀ ਮੱਕੇ ਜਾਣਾ। ਤੇ ਇਹਦੇ ਵਿੱਚ ਜਿਹੜਾ ਹਦੀਤ ਇੱਕ ਵਰਡ ਆਉਂਦਾ, ਹਦੀਤ ਮਤਲਬ ਜਿਹੜਾ ਮੁਹੰਮਦ ਪ੍ਰੋਫਿਟ ਮੁਹੰਮਦ ਹੋਏ ਹੈਗੇ ਆ, ਉਹਨਾਂ ਦੀ ਜਿਹੜੀਆਂ ਸਿੱਖਿਆਵਾਂ ਹੈਗੀਆਂ ਜਾਂ ਉਹਨਾਂ ਦੀਆਂ ਅਖੌਤਾਂ ਹੈਗੀਆਂ ਜਾਂ ਉਹਨਾਂ ਦੇ ਕਹੇ ਜਿਹੜੀ ਗੱਲ ਹੈਗੀ ਉਹਨੂੰ ਹਦੀਤ ਕਹਿੰਦੇ ਆ। ਤੇ ਖਲੀਫ ਜਿਹੜੇ ਹੈਗੇ ਆ, ਪਹਿਲੇ ਜਿਹੜੇ 4 ਖਲੀਫ ਹੋਏ ਹੈਗੇ, ਜਿਹੜੇ ਪਹਿਲੇ 4 ਸਕਸੈਸਰ ਹੋਏ ਆ ਮੁਹੰਮਦ ਦੇ, ਉਹ ਉਹਨਾਂ ਦੇ ਟਾਈਮ ਦੇ ਵਿੱਚ ਹੀ ਉਹਨਾਂ ਨੂੰ ਸਿੱਖਿਆ ਦਿੱਤੀ ਸੀਗੀ। ਔਰ ਉਹ ਕਿਹੜੇ ਸੀਗੇ? ਅਬੂ ਬਕਰ, ਉਮਾਰ ਇਬਨ ਅਲ ਖਤਬ, ਉਥਮਾਨ ਇਬਨ ਅਫਾਨ ਤੇ ਅਲੀ ਇਬਨ ਅਬੀ ਤਾਲਿਬ। ਇਹ 4 ਖਲੀਫ ਹੋਏ ਆ। ਜੇ ਇਹਨਾਂ ਨੂੰ ਰਾਈਟਲੀ ਗਾਈਡਡ ਕਹਿੰਦੇ ਆ ਕਿਉਂਕਿ ਇਹ ਡਾਇਰੈਕਟਲੀ ਮੁਹੰਮਦ ਤੋਂ ਸਿੱਖੇ ਹੈਗੇ ਆ।
ਫਿਰ ਇੱਕ ਆਉਂਦਾ ਹੈਗਾ ਆ ਰਮਾਦਾਨ। ਇਹ ਹੈਗਾ ਪਹਿਲਾ ਜਾਂ ਇੰਗਲਿਸ਼ ਸਿੰਪਲ ਇੰਗਲਿਸ਼ ਕਹਿ ਸਕਦੇ ਫਸਟ ਹੋਲੀ ਮੰਥ ਆਫ ਮੁਸਲਿਮਸ। ਤੇ ਦੂਸਰਾ ਜਿਹੜਾ ਇਹਨਾਂ ਦਾ ਹੋਲੀ ਮੰਥ ਹੈਗਾ ਆ ਉਹ ਹੈਗਾ ਆ ਮੁਹਰਮ। ਮੁਹਰਮ ਇਸਲਾਮਿਕ ਕੈਲੰਡਰ ਦੇ ਹਿਸਾਬ ਨਾਲ ਪਹਿਲਾ ਮਹੀਨਾ ਹੁੰਦਾ ਆ, ਜਿਹਨੂੰ ਹਿਜਰੀ ਕੈਲੰਡਰ ਵੀ ਕਹਿੰਦੇ ਹੈਗੇ ਆ। ਇਹ ਲੂਨਰ ਕੈਲੰਡਰ ਦੇ ਹਿਸਾਬ ਨਾਲ ਚੱਲਦਾ ਹੈਗਾ ਆ, ਤੇ ਇਹਨੂੰ ਸੈਕੰਡ ਹੋਲੀ ਮੰਥ ਆਫ ਮੁਸਲਿਮ ਕਹਿੰਦੇ ਹੈਗੇ ਆਫਟਰ ਰਮਾਦਾਨ। ਇਹਦੇ ਵਿੱਚ ਵੀ ਜਿਹੜਾ ਕਿਉਂਕਿ ਇਹਦੇ ਵਿੱਚ ਜ਼ਿਕਰ ਆਉਣਾ ਹੈਗਾ ਵੀ ਜਿਹੜੀਆਂ ਲੜਾਈਆਂ ਹੋਈਆਂ ਆ, ਜਿਹੜੇ ਰਾਇਟਸ ਹੋ ਗਏ ਮੁਹਰਮ ਤੇ ਹੁੰਦੇ ਹੈਗੇ ਆ, ਤੇ ਉਹਦੇ ਇਸ ਕਰਕੇ ਇਹਦੇ ਵਿੱਚ ਥੋੜਾ ਇਹਨੂੰ ਸਮਝਣਾ ਆਪਾਂ ਨੂੰ ਪਤਾ ਲੱਗ ਜਾਏਗਾ ਵੀ ਪੂਰਾ ਮਹੀਨਾ ਜਿਹੜਾ ਚੱਲਦਾ ਹੈਗਾ ਇਹ ਮਨਾਉਂਦੇ ਹੈਗੇ ਆ। ਇਹਦੇ ਵਿੱਚ ਫਾਸਟਿੰਗ ਕਰਦੇ ਹੈਗੇ ਆ, ਤੇ 10ਵੇਂ ਦਿਨ ਜਦੋਂ ਹੁੰਦਾ ਵੀ ਇਹਦਾ ਜਿਹੜਾ ਪੋਤਾ ਇਹਨੂੰ ਮਾਰਿਆ ਹੁੰਦਾ ਇਮਾਮ ਹੁਸੈਨ ਨੂੰ, ਉਹਨੂੰ ਯਾਦ ਕਰਦੇ ਹੈਗੇ ਆ, ਤੇ ਉਹਨੂੰ ਕਹਿੰਦੇ 10ਵੇਂ ਦਿਨ ਉਸ ਮਹੀਨੇ ਦੇ ਮੁਹਰਮ ਦੇ ਉਹਨੂੰ ਕਹਿੰਦੇ ਅਸ਼ੂਰਾ ਜਾਂ ਅਸ਼ਹੂਰਾ। ਤੇ ਉਸ ਦਿਨ ਇਹ ਫਿਰ ਕਾਲੇ ਕੱਪੜੇ ਪਾਉਂਦੇ ਆ, ਤੇ ਉਸ ਦਿਨ ਫਿਰ ਆਪਣੇ ਇਹ ਵਰਤ ਰੱਖਦੇ ਹੈਗੇ ਆ, ਤੇ ਉਹਨੂੰ ਯਾਦ ਕਰਦੇ ਹੈਗੇ ਆ ਉਹਦੇ ਪੋਤੇ ਨੂੰ, ਮੁਹੰਮਦ ਇਮਾਮ ਹੁਸੈਨ ਨੂੰ, ਜਿਹੜਾ ਕਿ ਕਰਬਲਾ ਲੜਾਈ ਦੇ ਵਿੱਚ ਮਾਰਿਆ ਗਿਆ ਸੀਗਾ। ਇਮਾਮ ਕਹਿ ਸਕਦੇ ਆ, ਜਿੱਦਾਂ ਆਪਾਂ ਪੰਜਾਬੀ 'ਚ ਕਹਿੰਦੇ ਚੀਫ ਗ੍ਰੰਥੀ ਹੈਗਾ, ਉਹਨੂੰ ਇਮਾਮ ਕਹਿ ਸਕਦੇ ਆ। ਸਲਾਤ ਹੈਗਾ ਵੀ ਜਿਹੜੀਆਂ 5 ਪ੍ਰੇਅਰਸ ਕਰਦੇ ਹੈਗੇ ਆ, 5 ਟਾਈਮ ਦੀ ਜਿਹੜੀ ਮੱਕਾ ਨੂੰ ਮੂੰਹ ਕਰਕੇ ਪ੍ਰੇਅਰ ਕਰਦੇ ਉਹਨੂੰ ਸਲਾਤ ਕਹਿੰਦੇ ਆ। ਤੇ ਜਿਹੜਾ ਖਲੀਫਾਤ ਜਿਹੜਾ ਸੀਗਾ ਉਹ ਪਹਿਲਾਂ ਜਿਸ ਤਰ੍ਹਾਂ ਆਪਾਂ ਕਿਹਾ ਵੀ ਆਪਾਂ ਜਿਹੜਾ ਪਹਿਲਾ ਉਹਦਾ ਉੱਤਰਾਧਿਕਾਰੀ ਸੀਗਾ ਮੁਹੰਮਦ ਦਾ, ਉਹ ਸੀਗਾ ਅਬੂ ਬਕਰ, ਤੇ ਪਹਿਲਾ ਖਲੀਫ ਉਹੀ ਸੀਗਾ। ਤੇ ਇਹ ਜਿਹੜੇ ਖਲੀਫ ਹੋਏ ਆ ਤਿੰਨ ਤਰ੍ਹਾਂ ਦੇ ਜਿਹੜੇ ਮੋਟੇ ਪਰਿਵਾਰਾਂ ਵਿੱਚ ਫੈਲਿਆ ਹੈਗਾ ਆ। ਪਹਿਲਾ ਜਿਹੜਾ ਸੀਗਾ ਉਮਾਯਾਦ, ਇਹ ਸੀਗਾ 661 ਤੋਂ ਲੈ ਕੇ 661 ਤੋਂ ਲੈ ਕੇ 775 ਈਸਾ ਬਾਅਦ ਜਿਹੜੇ ਇਹ ਮੁਸਲਮਾਨ ਹੋਏ ਹੈਗੇ ਆ। ਇਹ ਉਮਾਯਾਦ ਪਰਿਵਾਰ ਦੇ ਵਿੱਚੋਂ ਜਿਹੜਾ ਸੀਗਾ ਉਹਨਾਂ ਨੇ ਜਿਹੜਾ ਖਲੀਫਾਤ ਸਾਂਭਿਆ। ਉਸ ਤੋਂ ਬਾਅਦ ਆਏ ਹੈਗੇ ਆ ਅਬਾਸੀਦ। ਉਹਨਾਂ ਤੋਂ ਇਹਨਾਂ ਨੇ ਫਿਰ 750 ਤੋਂ ਲੈ ਕੇ 1517 ਤੱਕ ਖਲੀਫਾਤ ਸਾਂਭਿਆ। ਉਸ ਤੋਂ ਬਾਅਦ ਆਏ ਆ ਓਟੋਮਨ ਜਿਹੜੇ ਸੀਗੇ ਉਹਨਾਂ ਨੇ ਸਾਂਭਿਆ 1517 ਤੋਂ ਲੈ ਕੇ 1924 ਤੱਕ ਖਲੀਫਾਤ ਜਿਹੜਾ ਹੈਗਾ ਆ ਇਹ ਸਾਂਭਿਆ। ਵੀ ਜਿਹੜਾ ਪ੍ਰੋਫਿਟ ਮੁਹੰਮਦ ਦੀ ਜਿਹੜੀ ਗੱਦੀ ਹੈਗੀ ਆ ਉਹ ਉਮਾਯਾਦ, ਫਿਰ ਅਬਾਸੀਦ, ਤੇ ਉਸ ਤੋਂ ਬਾਅਦ ਓਟੋਮਨ ਨੇ ਸਾਂਭੀ ਹੈਗੀ ਆ। ਤੇ ਇਹ ਜਿਹੜਾ ਹੈਗਾ ਆ ਆਪਾਂ ਜਿਹੜਾ ਉਮਾਯਾਦ ਹੈਗਾ ਆ ਨਾ, ਇਹ ਅੱਗੇ ਜਾ ਕੇ ਆਪਾਂ ਦੇਖਦੇ ਹੈਗੇ ਆ ਵੀ ਇਹ 3 ਤਰ੍ਹਾਂ ਦੇ ਜਿਹੜੇ ਖਲੀਫਾਤ ਪਰਿਵਾਰ ਹੋਏ ਆ ਜਿਨ੍ਹਾਂ ਨੇ ਅੱਗੇ ਸਾਂਭਿਆ। ਜਿਹੜਾ ਓਟੋਮੈਨ ਜਿਹੜੇ ਪਰਿਵਾਰ ਨੇ ਜਿਹੜਾ ਓਥੋਮੈਨ ਤੋਂ ਬਣਿਆ ਹੈਗਾ ਇਹ, ਤੇ ਇਹ ਅੱਗੇ ਆਪਾਂ ਦੇਖਾਂਗੇ ਵੀ ਕਿੱਦਾਂ ਦਾ ਨਾਂ ਪਿਆ। ਇਹਨਾਂ ਦੇ ਵਿੱਚ ਜਿਹੜਾ ਹੈ ਇਹਨਾਂ ਨੇ ਜਿਹੜਾ ਮੁਸਲਿਮ ਸਮਰਾਜ ਜਿਹੜਾ ਹੈਗਾ ਓਟੋਮਨ ਸਮਰਾਜ ਜਿਹੜਾ ਹੈਗਾ ਇਹਨਾਂ ਨੇ ਪੂਰਾ ਸਥਾਪਿਤ ਕੀਤਾ। ਬਹੁਤ ਦੂਰ ਦੂਰ ਤੱਕ ਫੈਲਿਆ ਇਹ, ਯੂਰਪ ਟਰਕੀ ਦੇ ਆਲੇ ਦੁਆਲੇ ਜਿਹੜਾ ਏਰੀਆ ਹੈਗਾ ਉੱਥੇ, ਇੱਥੋਂ ਤੱਕ ਕਿ ਜਿਹੜਾ ਨਾਰਥ ਆਪਣੇ ਅਫਰੀਕਾ ਹੈਗਾ ਉੱਥੇ ਤੱਕ ਵੀ। ਤੇ ਆਪਾਂ ਮੈਪ ਵਿੱਚ ਦੇਖਾਂਗੇ ਅੱਗੇ ਜਾ ਕੇ ਕਿੱਥੇ ਤੱਕ ਫੈਲਿਆ ਹੈਗਾ। ਤੇ ਇਹਦੇ ਵਿੱਚ ਜਿਹੜਾ ਹੈਗਾ ਆ ਆਪਣੇ ਇਹੀ ਓਟੋਮੈਨ ਦੀ ਗੱਲ ਹੁੰਦੀ ਹੈ, ਕਿਉਂਕਿ ਖਲੀਫ ਜਿਹੜੇ ਹੈਗੇ ਆ ਓਟੋਮੈਨ, ਉਸਮਾਨ, ਉਥਮਨ ਤੋਂ ਓਟੋਮੈਨ ਬਣਦਾ ਹੈਗਾ। ਤੇ ਇਹ ਜਿਹੜਾ ਹੈਗਾ ਮੁਸਲਮਾਨਾਂ ਦੀ ਜਿਹੜੀ ਹੈਗੀ ਆ ਖਲੀਫਾਤ ਨੂੰ ਸਾਂਭਣ ਵਾਲੇ ਲੋਕ ਜਿਹੜੇ ਹੈਗੇ ਆ ਉਹਨਾਂ ਨੇ ਓਟੋਮੈਨ ਅੰਪਾਇਰ ਬਣਾਈ ਹੈਗੀ, ਓਟੋਮੈਨ ਅੰਪਾਇਰ। ਤੇ ਉਹ ਜਦੋਂ ਟੁੱਟ ਜਾਂਦੀ ਹੈ ਵਰਲਡ ਵਾਰ 2 ਆਪਣੇ ਵਰਲਡ ਵਾਰ 1 ਦੇ ਵਿੱਚ, ਉਹਨੂੰ ਬਚਾਉਣ ਲਈ, ਉਸ ਪੋਜੀਸ਼ਨ ਨੂੰ, ਗੱਦੀ ਨੂੰ ਬਚਾਉਣ ਲਈ ਇਹ ਜਿਹੜੀ ਖਿਲਾਫਤ ਮੂਵਮੈਂਟ ਸ਼ੁਰੂ ਹੁੰਦੀ ਹੈਗੀ ਆ। ਉੱਤਰ ਦੇ ਵਿੱਚ ਈਸਾ ਤੋਂ ਬਾਅਦ ਮੁਹੰਮਦ ਦਾ ਜਨਮ ਹੁੰਦਾ ਮੱਕੇ ਦੇ ਵਿੱਚ, ਤੇ 610 ਦੇ ਵਿੱਚ ਉਹਨੂੰ ਫਿਰ ਜਿਹੜੀ ਹੈਗੀ ਆ ਗਾਬਰੀਅਲ ਐਂਜਲ ਦੇ ਥਰੂ ਜਿਹੜਾ ਹੈ ਪਹਿਲਾਂ ਰੱਬ ਵੱਲੋਂ, ਦੂਜਾ ਜਿਹੜਾ ਹੁੰਦਾ ਕਹਿੰਦੇ ਰੈਵੀਲੇਸ਼ਨ ਜਿੱਦਾਂ ਕਹਿੰਦੇ ਵੀ ਰੱਬ ਨੇ ਆ ਕੇ ਦੱਸਿਆ ਕੁਰਾਨ ਦਾ, ਤੇ ਉਹ 610 ਵਿੱਚ ਹੋਇਆ। ਉਸ ਤੋਂ ਬਾਅਦ ਜਿਹੜਾ ਹੈਗਾ ਆ ਮੇਨ ਚੀਜ਼ ਹੈਗੀ ਆ ਜਦੋਂ 632 ਦੇ ਵਿੱਚ ਪ੍ਰੋਫਿਟ ਮੁਹੰਮਦ ਉਹਨਾਂ ਦੀ ਡੈਥ ਹੁੰਦੀ ਹੈ, ਤੇ ਉਸ ਤੋਂ ਬਾਅਦ ਅਬੂ ਬਕਰ ਜਿਹੜਾ ਹੁੰਦਾ ਉਹਨਾਂ ਦਾ, ਉਹ ਪਹਿਲਾਂ ਲੀਡਰ ਬਣਦਾ ਹੈਗਾ ਆ ਇਸਲਾਮ ਦਾ। ਤੇ ਫਿਰ ਜਦੋਂ 644 ਦੇ ਵਿੱਚ ਉਥਮਨ ਆਉਂਦੇ ਹੈਗੇ ਆ ਪਰਿਵਾਰ ਦੇ ਲੋਕ, 3rd ਖਲੀਫਾਤ ਬਣਾਉਂਦੇ ਹੈਗੇ ਆ, ਉਹ ਕੁਰਾਨ ਨੂੰ ਸਟੈਂਡਰਡਾਈਜ਼ ਕਰਦੇ ਹੈਗੇ ਆ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆ ਇਹਨਾਂ ਦੇ ਵਿੱਚ ਇੱਕ ਮੈਥਮੈਟੀਸ਼ੀਅਨ ਹੁੰਦਾ 780 ਦੇ ਵਿੱਚ, ਖਵਾਰਿਜ਼ਮੀ, ਜਿਹਨੂੰ ਕਹਿੰਦੇ ਫਾਦਰ ਆਫ ਅਲਜਬਰਾ ਵੀ ਕਹਿੰਦੇ ਹੈਗੇ ਆ। ਉਸ ਤੋਂ ਬਾਅਦ 1025 ਦੇ ਵਿੱਚ ਇਬਨ ਸਿਨਾ ਆਉਂਦਾ ਹੈਗਾ, ਜਿਹੜਾ ਮੈਡੀਸਿਨ ਦਾ ਐਨਸਾਈਕਲੋਪੀਡੀਆ ਬਣਾਉਂਦਾ ਹੈਗਾ, ਜਿਹਦਾ ਨਾਮ ਹੈਗਾ ਦ ਕਨਾਨ ਆਫ ਮੈਡੀਸਿਨ, ਦ ਕੈਨਨ ਆਫ ਮੈਡੀਸਿਨ। 1048 ਦੇ ਵਿੱਚ ਉਮਾਰ ਖਯਾਮ ਜਿਹੜਾ ਪੋਇਟ ਹੋਇਆ ਹੈਗਾ ਆ,
ਉਹ ਪੈਦਾ ਹੁੰਦਾ ਹੈਗਾ ਆ। ਫਿਰ ਇਹਨਾਂ ਦੀ 1099 ਦੇ ਵਿੱਚ ਜਿਹੜੀ ਹੈਗੀ ਆ ਕ੍ਰਿਸਚੀਅਨ ਆਰਮੀ ਨਾਲ ਜੇਰੂਸਲਮ ਦੇ ਵਿੱਚ ਲੜਾਈ ਲੱਗਦੀ ਹੈਗੀ ਮੁਸਲਮਾਨਾਂ ਦੀ। ਫਿਰ 1258 ਦੇ ਵਿੱਚ ਜਿਹੜੇ ਮੰਗੋਲ ਹੁੰਦੇ ਹੈਗੇ ਆ ਉਹ ਬਗਦਾਦ ਤੇ ਆ ਕੇ ਅਟੈਕ ਕਰਦੇ ਆ ਤੇ ਖਲੀਫ ਜਿਹੜਾ ਹੁੰਦਾ ਉਹਨੂੰ ਮਾਰ ਦਿੰਦੇ ਹੈਗੇ ਆ। ਤੇ 1325 ਦੇ ਵਿੱਚ ਜਾ ਕੇ ਇੱਕ ਤੁਸੀਂ ਨਾਮ ਬਹੁਤ ਮਸ਼ਹੂਰ ਨਾਂ ਸੁਣਿਆ, ਜਿਹੜਾ ਮੁਸਲਮਾਨ ਟਰੈਵਲਰ ਸੀਗਾ ਇਬਨ ਬਤੂਤਾ, ਉਹ ਕਾਫੀ ਟਰੈਵਲ ਕਰਦਾ, ਉਹ ਇੰਡੀਆ ਤੱਕ ਵੀ ਹੈ, ਉਹ ਕਾਫੀ ਜ਼ਿਕਰ ਆਉਂਦਾ ਹੈਗਾ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆ ਆਪਣੇ 1526 ਦੇ ਵਿੱਚ ਮੁਗਲ ਅੰਪਾਇਰ ਜਿਹੜੀ ਹੈਗੀ ਇੰਡੀਆ ਵਿੱਚ ਐਸਟੈਬਲਿਸ਼ ਹੁੰਦੀ ਹੈਗੀ ਹੈ। ਇਹਦੇ 1924 ਦੇ ਵਿੱਚ ਜਿਹੜਾ ਹੈਗਾ ਮੁਸਤਫਾ ਅਤਾਤੁਰਕ ਜਿਹੜਾ ਹੈਗਾ ਆ ਫਸਟ ਪ੍ਰੈਜ਼ੀਡੈਂਟ ਆਫ ਟਰਕੀ ਬਣਦਾ ਆ। ਖਲੀਫਾਤ ਨੂੰ ਖਤਮ ਕਰਕੇ ਰਿਪਬਲਿਕਨ ਟਰਕੀ ਬਣਾਉਂਦੇ ਹੈਗੇ ਤੇ ਉਹਦਾ ਜਿਹੜਾ ਪ੍ਰੈਜ਼ੀਡੈਂਟ ਬਣਦਾ ਮੁਸਤਫਾ ਅਤਾਤੁਰਕ ਬਣਦਾ ਹੈਗਾ ਆ। ਹੁਣ ਆਪਾਂ ਗੱਲ ਕਰ ਰਹੇ ਸੀਗੇ ਓਟੋਮਨ ਅੰਪਾਇਰ ਦੀ, ਵੀ ਇਹ ਬਣਦਾ ਹੈਗਾ 15 ਤੋਂ 16ਵੀਂ ਈਸਵੀ ਦੇ ਵਿੱਚ ਜਿਹੜਾ ਹੈਗਾ ਇਹ ਓਟੋਮਨ ਅੰਪਾਇਰ ਜਾਂ ਓਟੋਮਨ ਅੰਪਾਇਰ ਜਿਹੜਾ ਹੈਗਾ ਹੈ ਸਾਮਰਾਜ ਸਥਾਪਿਤ ਹੁੰਦਾ ਹੈਗਾ ਆ। ਇਹ ਇੱਕ ਟਰਕੀ ਦੀ ਟ੍ਰਾਈਬ ਹੁੰਦੀ ਹੈ ਐਨਾਟੋਲੀਆ ਦੇ ਵਿੱਚ, ਏਸ਼ੀਆ ਮਾਈਨਰ ਨੂੰ ਕਹਿੰਦੇ ਆ ਆਪਾਂ। ਐਨਾਟੋਲੀਆ ਏਰੀਆ ਜਿਹੜਾ ਹੈਗਾ ਟਰਕੀ ਦਾ ਏਰੀਆ, ਉਹਦੇ ਵਿੱਚ ਜਿਹੜੇ ਟ੍ਰਾਈਬ ਸੀਗੇ, ਉਹ ਟ੍ਰਾਈਬ ਜਿਹੜੇ ਸੀਗੇ ਜਿਹੜੇ ਥਰਡ ਖਲੀਫਾਤ ਦੇ ਵਿੱਚੋਂ ਜਿਹੜੇ ਬਿਲੋਂਗ ਕਰਦੇ ਸੀਗੇ, ਉਹਨਾਂ ਵਿੱਚ ਕੀ ਸੀਗਾ ਉਸਮਾਨ 1 ਜਿਹੜਾ ਮੁਸਲਮਾਨ ਸੀਗਾ, ਉਹ ਅਰਬੀ ਵਿੱਚ ਉਹਨੂੰ ਕੀ ਕਹਿੰਦੇ, ਉਥਮਾਨ ਕਹਿੰਦੇ ਆ। ਇੰਗਲਿਸ਼ ਵਿੱਚ ਉਹਦਾ ਨਾਂ ਹੁੰਦਾ ਓਟੋਮਨ। ਇਸ ਕਰਕੇ ਜਿਹੜਾ ਉਸਮਾਨ ਨਾਂ ਦਾ ਮੁਸਲਮਾਨ ਥਰਡ ਖਲੀਫਾ ਜਿਨ੍ਹਾਂ ਨੇ ਬਣਾਇਆ ਸੀਗਾ, ਉਹਨਾਂ ਦੇ ਨਾਂ ਤੇ ਓਟੋਮਨ ਅੰਪਾਇਰ ਜਿਹੜੀ ਨਾਂ ਪੈਂਦਾ ਆ। ਤੇ ਇਹ 1299 ਜਾਂ 1300 ਦਾ ਇਹਨਾਂ ਨੇ ਸ਼ੁਰੂ ਕੀਤਾ ਸੀਗਾ ਤੇ ਉੱਥੋਂ ਬਣਦਾ। ਤੇ ਉਸ ਤੋਂ ਬਾਅਦ ਇਹ ਜਿਹੜੇ ਇਹਨਾਂ ਦੇ ਓਟੋਮਨ ਅੰਪਾਇਰ ਦੇ ਜਿਹੜੇ ਸੁਲਤਾਨ ਹੁੰਦੇ ਹੈਗੇ ਆ, ਇਹ ਸਾਰਿਆਂ ਦੇ ਨਾਂ ਆਉਂਦੇ ਹੈਗੇ ਆ। 1300 ਤੋਂ ਲੈ ਕੇ 1324 ਤੱਕ ਉਸਮਾਨ ਇੱਕ ਰਹਿੰਦਾ। ਉਸ ਤੋਂ ਬਾਅਦ ਫਿਰ ਤੁਸੀਂ ਅਖੀਰਲਾ ਦੇਖ ਸਕਦੇ 1928 ਤੋਂ 1922 ਦੇ ਵਿੱਚ ਜਿਹੜਾ ਹੈਗਾ ਮਹਿਮਦ 6 ਆਉਂਦਾ ਹੈਗਾ ਆ। ਤੇ ਉਸ ਤੋਂ ਬਾਅਦ ਕੀ ਹੁੰਦਾ ਵੀ ਇਹਨਾਂ ਦਾ ਜਿਹੜਾ 600 ਸਾਲ ਦਾ ਜਿਹੜਾ ਇਹਨਾਂ ਦਾ ਰਾਜ 1922 ਦੇ ਵਿੱਚ ਓਟੋਮਨ ਅੰਪਾਇਰ ਦਾ ਖਤਮ ਹੁੰਦਾ ਹੈਗਾ ਆ। ਤੇ ਉਹਦੇ ਨਾਲ ਜਿਹੜੀ ਆ ਟਰਕਿਸ਼ ਰਿਪਬਲਿਕ ਦੀ ਸਥਾਪਨਾ ਹੁੰਦੀ ਹੈਗੀ ਆ। ਤੇ ਹੁਣ ਆਪਾਂ ਦੇਖਾਂਗੇ ਵੀ ਓਟੋਮਨ ਅੰਪਾਇਰ ਕਿਹਨਾਂ ਕੰਟਰੀਆਂ ਦਾ ਬਣਿਆ ਹੋਇਆ ਸੀਗਾ, ਕਿਹੜੇ ਏਰੀਆ ਇਹਨਾਂ ਦੇ ਵਿੱਚ ਆਉਂਦਾ ਹੁੰਦਾ ਸੀਗਾ। ਇਹ ਇੰਪੋਰਟੈਂਟ ਹੈਗਾ ਕਿਉਂਕਿ ਸਾਰਾ ਪੰਗਾ ਇੱਥੇ ਹੀ ਪੈਂਦਾ ਹੈਗਾ। ਲੜਾਈ ਜਿਹੜੀ ਵਰਲਡ ਵਾਰ ਦੀ ਹੈਗੀ ਆ ਉਹ ਇਹਨਾਂ ਚੀਜ਼ਾਂ ਦੇ ਆਲੇ ਦੁਆਲੇ ਹੁੰਦੀ ਹੈਗੀ ਆ। ਤੇ ਇਹਦੇ ਵਿੱਚ ਆਪਾਂ ਦੇਖਾਂਗੇ ਵੀ ਜਿਹੜਾ ਵਿਆਨਾ ਹੈਗਾ, ਕੁਛ ਹਿੱਸਾ ਵਿਆਨਾ ਦਾ, ਤੇ ਅੱਜ ਕੱਲ੍ਹ ਜਿਹੜਾ ਹੈਗਾ ਆ ਹੰਗਰੀ ਤੇ ਬਾਲਕਨ ਰੀਜਨ, ਗ੍ਰੀਸ, ਯੂਕਰੇਨ, ਫਿਰ ਆਪਣੇ ਇਧਰ ਮਿਡਲ ਈਸਟ, ਇਰਾਕ, ਸੀਰੀਆ, ਇਜ਼ਰਾਈਲ, ਇਜਿਪਟ, ਨਾਰਥ ਅਫਰੀਕਾ, ਅਲਜੀਰੀਆ ਤੇ ਅਰੇਬੀਅਨ ਪੈਨਿਨਸੂਲਾ, ਇਹ ਸਾਰਾ ਜਿਹੜਾ ਏਰੀਆ ਸੀਗਾ ਓਟੋਮਨ ਅੰਪਾਇਰ ਦਾ ਹਿੱਸਾ ਹੁੰਦਾ ਸੀਗਾ। ਤੇ ਇਹਦੇ ਵਿੱਚ ਆ ਜੇ ਕੰਟਰੀ ਦੇਖਣੇ ਹੈਗੇ, ਇਹਦੇ ਵਿੱਚ ਆਣਾ ਟਰਕੀ, ਗ੍ਰੀਸ, ਬਲਗੇਰੀਆ, ਇਜਿਪਟ, ਹੰਗਰੀ, ਮੈਸੇਡੋਨੀਆ, ਰੋਮੇਨੀਆ, ਜਾਰਡਨ, ਪੈਲਸਟੀਨ, ਲੈਬਨਾਨ, ਸੀਰੀਆ, ਇਹ ਸਾਰੇ ਹੀ ਜਿਹੜੇ ਹੈਗੇ ਆ ਓਟੋਮਨ ਅੰਪਾਇਰ ਦੇ ਕੰਟਰੀ ਹੈਗੇ ਆ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੈਗੇ ਆ ਸਾਥੀ ਕਰ ਰਿਹਾ ਹੈਗਾ, ਇਹ ਟਰਕੀ ਦਾ ਏਰੀਆ ਹੈਗਾ ਆ। ਤੇ ਇਹਦੇ ਵਿੱਚ ਕੀ ਹੈਗਾ ਤੁਸੀਂ ਦੇਖ ਸਕਦੇ ਆ ਜਿਹੜਾ ਇੱਥੇ ਇਹਨੂੰ ਅੰਟੋਲੀਆ ਜਾਂ ਏਸ਼ੀਆ ਮਾਈਨਰ ਏਰੀਆ ਕਹਿੰਦੇ ਆ, ਜਿੱਥੇ ਮੈਂ ਸਰਕਲ ਕਰ ਰਿਹਾ ਇਸ ਵੇਲੇ ਸਕਰੀਨ ਦੇ ਉੱਪਰ। ਤੇ ਇਹਦੇ ਨਾਲ ਜਿਹੜੇ ਕੰਟਰੀ ਲੱਗਦੇ ਆ, ਦੇਖੋ ਬਲਗੇਰੀਆ, ਇੱਥੇ ਆ ਇਸਤਾਨਬੁਲ ਆ, ਇਹਨੂੰ ਪੁਰਾਣੀ ਭਾਸ਼ਾ ਦੇ ਵਿੱਚ ਕੈਂਸਟੈਂਟੀਨੋਪਲ ਵੀ ਕਹਿੰਦੇ ਸੀਗੇ। ਬਲਗੇਰੀਆ ਹੋ ਗਿਆ, ਬਲਗੇਰੀਆ ਦੇ ਨਾਲ ਹੇਠਾਂ ਲੱਗਦਾ ਗ੍ਰੀਸ, ਉਹ ਤੋਂ ਉੱਪਰ ਮੈਸੇਡੋਨੀਆ, ਫਿਰ ਅਲਬੇਨੀਆ ਆ ਜਾਂਦਾ, ਕੋਸਾਵਾ, ਮੌਂਟੀਨੇਗਰੋ, ਸਾਰਾਜੇਵੋ, ਤੇ ਉਸ ਤੋਂ ਬਾਅਦ ਸਰਬੀਆ ਆ ਜਾਂਦਾ, ਫਿਰ ਰੋਮਾਨੀਆ ਆ ਜਾਂਦਾ ਆ, ਹੰਗਰੀ ਤੋਂ ਨਾਲ ਜਿਹੜਾ ਹੈਗਾ ਆਪਣੇ ਆਸਟਰੀਆ ਆ ਜਾਂਦਾ ਆ, ਆਸਟਰੀਆ ਤੋਂ ਹੇਠਾਂ ਸਲੋਵੇਨੀਆ, ਫਿਰ ਕ੍ਰੋਏਸ਼ੀਆ। ਇਹ ਸਾਰੇ ਜਿਹੜੇ ਹੈਗੇ ਓਟੋਮਨ ਅੰਪਾਇਰ ਦੇ ਜਿਹੜਾ ਉੱਪਰ ਆਪਾਂ ਜਿੱਦਾਂ ਉਸ ਤੋਂ ਹੇਠਾਂ ਜਿੱਦਾਂ ਤੁਸੀਂ ਇੱਧਰ ਆ ਜਾਓ, ਟਰਕੀ ਤੋਂ ਹੇਠਾਂ ਆ ਜਾਓ, ਫਿਰ ਤੁਹਾਡਾ ਸੀਰੀਆ ਆ ਜਾਂਦਾ, ਇੱਥੇ ਲੈਬਨਾਨ ਆ ਜਾਂਦਾ, ਜਾਰਡਨ ਆ ਜਾਂਦਾ, ਇਜ਼ਰਾਈਲ ਆ ਜਾਂਦਾ, ਆ ਜਿਹੜਾ ਆਪਣੇ ਅਰੇਬੀਅਨ ਪੈਨਿਨਸੂਲਾ ਇੱਧਰ ਆ ਜਾਂਦਾ ਹੈਗਾ, ਆ ਨਾਰਥ ਅਫਰੀਕਾ ਆ ਜਾਂਦਾ। ਇਹ ਜਿਹੜਾ ਸਾਰਾ ਏਰੀਆ ਨਾ ਇਹ ਸਾਰਾ ਹੀ ਓਟੋਮਨ ਅੰਪਾਇਰ ਦੇ ਵਿੱਚ ਆਉਂਦਾ ਹੁੰਦਾ ਸੀਗਾ। ਓਟੋਮਨ ਅੰਪਾਇਰ ਜਿਹੜੀ ਹੈਗੀ ਆ 1600 ਦੇ ਵਿੱਚ ਕਾਫੀ ਤਕੜੀ ਓਟੋਮਨ ਸਮਰਾਜ ਇਹਨਾਂ ਦਾ ਬਣਾ ਚੁੱਕੇ ਸੀਗੇ ਮੁਸਲਮਾਨ ਉਸ ਟਾਈਮ। ਤੇ ਆਪਾਂ ਉੱਪਰ ਗੱਲ ਕਰਕੇ ਇਸ ਬਾਲਕਨ ਏਰੀਆ ਆਉਂਦਾ। ਬਾਲਕਨ ਬੇਸਿਕਲੀ ਪੈਨਿਨਸੂਲਰ ਏਰੀਆ ਹੈਗਾ ਆ, ਜਿਹੜਾ ਟਰਕੀ ਦੇ ਵਿੱਚ ਪਹਾੜ ਨੂੰ ਬਾਲਕਨ ਕਹਿੰਦੇ ਆ।
ਤੇ ਆ ਜਿਹੜਾ ਏਰੀਆ ਬਣਦਾ ਟ੍ਰਾਇੰਗੂਲਰ ਬਣਦਾ, ਇਹ ਪੈਨਿਨਸੂਲਾ ਹੈਗਾ ਹੈ। ਪੈਨਿਨਸੂਲਾ ਉਹ ਹੁੰਦਾ ਹੈ ਵੀ ਲੈਂਡ ਦਾ ਹਿੱਸਾ ਹੈ ਜਿਹੜਾ ਕਿ ਤਿੰਨ ਸਾਈਡਾਂ ਤੋਂ ਸਮੁੰਦਰ ਦੇ ਵਿੱਚ ਹੈਗਾ ਆ, ਜਾਂ ਜਿਹਦੀ ਚੁੰਝ ਜੀ ਹੈਗੀ ਸਮੁੰਦਰ ਦੇ ਵਿੱਚ, ਇਸ ਕਰਕੇ ਇਹਨੂੰ ਪੈਨਿਨਸੂਲਾ ਕਹਿੰਦੇ ਆ ਜੀਓਗ੍ਰਾਫੀ ਭੂਗੋਲਿਕ ਤੌਰ ਤੇ। ਤੇ ਜਿਹੜਾ ਬਾਲਕਨ ਪੈਨਿਨਸੂਲਾ ਇਹਦੇ ਵਿੱਚ ਕਈ ਕੰਟਰੀਜ਼ ਆਉਂਦੇ ਹੈਗੇ, ਇਹ ਸਾਰੇ ਪਹਾੜੀ ਇਲਾਕਾ ਆ। ਔਰ ਇਹ ਜਿਹੜਾ ਸੀਗਾ ਓਟੋਮੈਨ ਸਾਮਰਾਜ ਦੇ ਅੰਡਰ ਆਉਂਦਾ ਹੁੰਦਾ ਸੀਗਾ। ਉਸ ਤੋਂ ਉੱਪਰ ਜਿਹੜਾ ਸੀਗਾ ਆਸਟਰੀਆ ਆ ਜਾਂਦਾ ਇੱਥੇ, ਤੇ ਹੰਗਰੀ ਜਿਹੜਾ ਲਿਖਿਆ ਹੈਗਾ ਇਹ ਆਸਟਰੋ ਹੰਗੇਰੀਅਨ ਅੰਪਾਇਰ ਸੀਗੀ, ਆਸਟਰੋ ਹੰਗੇਰੀਅਨ ਸਾਮਰਾਜ ਦਾ ਹਿੱਸਾ ਸੀਗਾ। ਤੇ ਉਸ ਤੋਂ ਬਾਅਦ ਉਹ ਤੋਂ ਹੇਠਾਂ ਜਿਹੜੇ ਆਉਂਦੇ ਸਲੋਵੇਨੀਆ, ਕ੍ਰੋਏਸ਼ੀਆ, ਬੋਸਨੀਆ, ਮੌਂਟੇਨੇਗਰੋ, ਸਰਬੀਆ, ਕੋਸੋਵਾ, ਨਾਰਥ ਮੈਸੇਡੋਨੀਆ, ਅਲਬੇਨੀਆ, ਗ੍ਰੀਸ ਤੱਕ, ਇਹ ਸਾਰੇ ਜਿਹੜੇ ਹੈਗੇ ਬਲਗੇਰੀਆ, ਇਹ ਸਾਰੇ ਟਰਕੀ ਆ। ਜਿਹੜਾ ਟਰਕੀ ਨਾ ਇੱਥੇ ਤੁਸੀਂ ਦੇਖ ਸਕਦੇ ਆ, ਇਹ ਟਰਕੀ ਦੇ ਓਟੋਮੈਨ ਐਮਪਾਇਰ ਜਿਹੜਾ ਸੀਗਾ, ਕਿਉਂਕਿ ਜਿਹੜਾ ਉਹ ਖਲੀਫ ਹੁੰਦਾ ਆ, ਸੁਲਤਾਨ ਸੀਗਾ ਟਰਕੀ ਦਾ, ਉਹ ਟਰਕੀ ਤੋਂ ਕੰਟਰੋਲ ਕਰਦਾ ਹੁੰਦਾ ਹੈਗਾ ਸਾਰੇ ਮੁਸਲਿਮ ਕੰਟਰੀਜ਼ ਨੂੰ। ਤੇ ਜਿੱਦਾਂ ਆਪਣੇ ਪੋਪ ਰੋਮ ਤੋਂ ਕੰਟਰੋਲ ਕਰਦਾ, ਤੇ ਇਦਾਂ ਜਿਹੜਾ ਖਲੀਫ ਸੀਗਾ ਉਹ ਟਰਕੀ ਤੋਂ ਕਰਦਾ ਸੀਗਾ। ਤੇ ਟਰਕੀ ਦੇ ਅੰਡਰ ਹੀ ਇਹ ਸਾਰੇ ਕੰਟਰੀਜ਼ ਆਉਂਦੇ ਸੀਗੇ, ਇਹਨੂੰ ਓਟੋਮੈਨ ਐਮਪਾਇਰ ਕਹਿੰਦੇ ਸੀਗੇ। ਤੇ ਜਿਹੜਾ 1912 ਦੇ ਵਿੱਚ ਕੀ ਸੀਗਾ, ਜਿਹੜਾ ਸਰਬੀਆ ਕੰਟਰੀ ਆ, ਜਿਹੜਾ ਇੱਥੇ ਆ ਸਰਬੀਆ, ਜਿਹੜਾ ਸੈਂਟਰ ਦੇ ਵਿੱਚ ਹੈਗਾ ਇਹਦੇ ਪੈਨਿਨਸੂਲਾ ਦੇ, ਬਲਗੇਰੀਆ, ਗ੍ਰੀਸ, ਮੌਂਟੇਨੇਗਰੋ, ਇਹ ਜਿਹੜੇ ਸੀਗੇ ਇਹ 1912 ਦੇ ਵਿੱਚ ਹੀ ਇਹ ਅਲੱਗ ਹੋ ਜਾਂਦੇ ਹੈਗੇ। ਫਿਰ ਵਰਲਡ ਵਾਰ 1 ਬਣਦਾ ਹੈਗਾ, ਜਿਹੜਾ ਵਰਲਡ ਵਾਰ 1 ਦੇ ਵਿੱਚ ਵੀ ਜਿਹੜੇ ਸਲੈਵਸ ਹੁੰਦੇ ਹੈਗੇ ਆ, ਸਲਾਵਸ ਜਾਂ ਸਲੈਵਸ, ਇਹ ਬਾਬਾ ਸਾਹਿਬ ਯੂਜ਼ ਕਰਦੇ ਕਈ ਜਗ੍ਹਾ ਵਰਡ, ਜਦੋਂ ਆਸਟਰੋ ਹੰਗੇਰੀਅਨ ਤੇ ਓਟੋਮਨ ਐਮਪਾਇਰ ਦਾ ਐਗਜ਼ਾਮਪਲ ਦਿੰਦੇ ਹੈਗੇ। ਥਾਟਸ ਔਨ ਲਿੰਗੁਇਸਟਿਕ ਸਟੇਟ ਦੇ ਵਿੱਚ ਵੀ ਆਉਂਦਾ ਇਹਦਾ ਐਗਜ਼ਾਮਪਲ। ਉਹਦੇ ਵਿੱਚ ਕੀ ਹੁੰਦਾ, ਜਿਹੜੇ ਸਰਬੀਆ, ਮੌਂਟੇਨੇਗਰੋ, ਕ੍ਰੋਏਸ਼ੀਆ, ਸਲੋਵੇਨੀਆ, ਬੋਸਨੀਆ, ਆਹ ਜਿਹੜੇ ਲੋਕ ਹੈਗੇ ਆ, ਇਹਨਾਂ ਨੂੰ ਸਲਾਵ ਲੋਕ ਕਹਿੰਦੇ ਆ। ਇਹ ਜਿਹੜੇ ਸੀਗੇ ਸਾਰੇ ਇੱਕ ਜੋਠੀ ਸੀਗੇ, ਇਹਨਾਂ ਨੇ ਇਕੱਠੇ ਹੋ ਕੇ 1929 ਦੇ ਵਿੱਚ ਯੂਗੋਸਲਾਵੀਆ ਬਣਾਇਆ ਸੀ, ਜਿਹੜਾ ਬਾਅਦ ਚ ਟੁੱਟ ਕੇ ਅਲੱਗ-ਅਲੱਗ ਹੋ ਗਿਆ ਸੀਗਾ। ਤੇ ਫਿਰ ਆ ਜਿਹੜੇ ਸਾਰੇ ਕੰਟਰੀ ਬਾਅਦ ਵਿੱਚ ਉਹਨਾਂ ਤੋਂ ਬਣੇ ਹੈਗੇ ਆ। ਤੇ ਇਹ ਬਾਲਕਨ ਏਰੀਆ, ਇਹਨੂੰ ਬਾਲਕਨ ਏਰੀਆ ਕਹਿੰਦੇ ਬੇਸਿਕਲੀ। ਤੇ ਹੁਣ ਬਾਲਕਨ ਦੇ ਵਿੱਚ ਜਿਹੜਾ ਹੈਗਾ ਆ ਇੱਕ ਹਿੱਸਾ ਜਿਹੜਾ ਸੀਗਾ, ਇਹ ਹਿਸਟਰੀ ਹੈਗੀ ਬਾਲਕਨ ਦੀ, ਇਹਦੇ ਵਿੱਚ ਆਪਾਂ ਜਾਣ ਦੀ ਲੋੜ ਨਹੀਂ ਹੈਗੀ। ਤੇ ਬਾਅਦ ਚ ਕੋਈ ਸਾਥੀ ਜਾਣਨਾ ਚਾਹੁੰਦਾ ਆਪਾਂ ਜ਼ਰੂਰ ਦੱਸ ਸਕਦੇ ਹੈਗੇ ਆ। ਇਹਦੇ ਵਿੱਚ ਇਹੀ ਆ ਵੀ ਵਰਲਡ ਵਾਰ ਦੇ ਵਿੱਚ ਕਿੱਦਾਂ ਰਿਲੇਟਡ ਆ। ਓਟੋਮੈਨ ਐਮਪਾਇਰ ਦੀ ਗੱਲ ਆਉਂਦੀ, ਹੁਣ ਓਟੋਮੈਨ ਐਮਪਾਇਰ ਦੇਖ ਸਕਦੇ ਆ ਇਹਦੇ ਵਿੱਚ, ਆ ਜਿਹੜਾ ਅਰੇਬੀਆ ਜਿਹੜਾ ਡਾਰਕ ਬਰਾਊਨ ਹੈਗਾ ਆ ਇੱਥੇ, ਤੇ ਇਹ ਜਿਹੜਾ ਹੈਗਾ ਆ ਆਹ ਵਾਲਾ ਏਰੀਆ ਹੈਗਾ ਆ, ਇਹ ਖਲੀਫਾਤ ਤੋਂ ਪਹਿਲਾਂ ਦਾ ਆ। ਜਿਹੜੇ 4 ਪਹਿਲੇ ਖਲੀਫਾਤ ਹੋਏ ਹੈਗੇ ਆ, ਅੱਜ ਜਿਹੜੇ ਔਰੰਜ ਹੈਗੇ, ਇਹਨਾਂ ਏਰੀਆ ਇਹਨਾਂ ਨੇ ਕੈਪਚਰ ਆਲੇ ਦੁਆਲੇ ਟਰਕੀ ਦੇ ਜਿਹੜਾ ਹੈਗਾ, ਕਿਉਂਕਿ ਮੱਕਾ ਜਿਹੜਾ ਪੈਂਦਾ ਉਹ ਅਰੇਬੀਅਨ ਪੈਨਿਨਸੂਲਾ ਦੇ ਵਿੱਚ ਪੈਂਦਾ। ਫਿਰ ਇਹ ਜਿਹੜੇ ਸੀਗੇ, ਜਿਹੜੇ ਉਥਮੈਨ ਸੀਗੇ ਨਾ, ਉਸਮਾਨ ਜਿਹੜੇ ਸੀਗੇ, ਇਹ ਮੂਵ ਹੋ ਗਏ ਸੀਗੇ ਟਰਕੀ ਵੱਲ ਨੂੰ। ਫਿਰ ਟਰਕੀ ਤੇ ਸਾਰਾ ਕੁਝ ਇਹ ਸਮਰਾਜ ਆਪਣਾ ਚਲਾਉਣ ਲੱਗ ਪਏ, ਤੇ ਇਸ ਕਰਕੇ ਇਹਨਾਂ ਦਾ ਇੱਧਰ ਨੂੰ ਫੈਲ ਗਏ, ਇਹ ਔਰੰਜ ਜਿਹੜੇ ਹੈਗੇ ਇੱਧਰ ਨੂੰ ਫੈਲ ਗਏ। ਤੇ ਉਸ ਤੋਂ ਬਾਅਦ ਜਿਹੜਾ ਉਮਾਯਾਦ ਆਇਆ ਖਲੀਫਾਤ, ਉਹਨੇ ਕੀ ਹੈਗਾ, ਉਹਨੇ ਅੱਗੇ ਹੋਰ ਫੈਲਾਤਾ ਇੱਥੇ ਤੱਕ। ਜਿਹੜਾ ਯੈਲੋ ਹੈਗਾ ਇਹ ਕਾਫੀ, ਆ ਦੇਖੋ ਇਧਰ ਪੋਰਚੁਗੀਜ਼, ਸਪੇਨ ਤੱਕ ਹੈਗਾ ਆ। ਫਿਰ ਮੋਰੋਕੋ, ਅਲਜੀਰੀਆ, ਜਿਹੜਾ ਨਾਰਥ ਅਫਰੀਕਾ ਦੇ ਵਿੱਚ ਆਉਂਦਾ ਹੈਗਾ, ਇਧਰੋਂ ਇਜਿਪਟ ਆ ਗਿਆ। ਇਹ ਸਾਰਾ ਜਿਹੜਾ ਹੈਗਾ ਸੀਗਾ ਓਟੋਮਨ ਐਮਪਾਇਰ ਦੇ ਵਿੱਚ ਆਉਂਦਾ ਸੀਗਾ। ਤੇ ਇਸ ਤਰ੍ਹਾਂ ਇਹ ਥੋੜਾ ਜਿਹਾ ਜ਼ਿਆਦਾ ਕਲੀਅਰ ਹੈਗਾ ਕਿਹੜੇ ਕਿਹੜੇ ਕੰਟਰੀਜ਼ ਹੈਗੇ ਆ। ਆ ਜਿੰਨਾ ਵੀ ਔਰੇਂਜ ਕਲਰ ਦਾ ਹੈਗਾ ਆ ਸਾਰੇ, ਆ ਦੇਖੋ ਇੱਥੇ ਅਰੇਬੀਅਨ ਪੈਨਿਨਸੂਲਾ ਹੈਗਾ, ਮੱਕਾ, ਮਦੀਨਾ, ਫਿਰ ਇਜਿਪਟ ਆ ਗਿਆ, ਫਿਰ ਇਧਰੋਂ ਆਪਣੇ ਤੁਹਾਡੇ ਅਲਜੀਰੀਆ ਵੀ ਆ ਗਿਆ ਜਿਹੜਾ ਆਪਾਂ ਡਿਸਕਸ ਕਰਕੇ ਹਟੇ ਆ, ਸੀਰੀਆ, ਡਮਾਸਕਸ, ਅੰਟੋਲੀਆ, ਇਹ ਸਾਰੇ ਇਹਦੇ ਵਿੱਚ ਆਉਂਦੇ ਸੀਗੇ। ਫਿਰ ਉਧਰ ਬਲਗੇਰੀਆ, ਸਰਬੀਆ, ਬੋਸਨੀਆ, ਕ੍ਰੋਏਸ਼ੀਆ, ਅਲਬੇਨੀਆ, ਇਹ ਸਾਰੇ ਦਾ ਸਾਰਾ ਜਿਹੜਾ ਸੀਗਾ ਓਟੋਮਨ ਐਮਪਾਇਰ ਦੇ ਅੰਡਰ ਆਉਂਦਾ ਹੁੰਦਾ ਸੀਗਾ। ਇਹ ਹੋ ਗਿਆ ਆਪਣੇ ਮੈਪ ਜਿਹੜੇ ਸੀਗੇ। ਤੇ ਹੁਣ ਓਟੋਮਨ ਐਮਪਾਇਰ ਖਤਮ ਕਿੱਦਾਂ ਹੋਇਆ, ਟੁੱਟਿਆ ਕਿੱਦਾਂ? ਮੁਹੰਮਦ ਤੋਂ ਬਾਅਦ ਜਿਹੜੇ ਉਹਦੇ ਅੱਗੇ ਜਿਹੜੇ ਪੈਰੋਕਾਰ ਹੋਏ ਆ, ਉਹਨਾਂ ਨੇ ਲੜਾਈਆਂ ਲੜੀਆਂ, ਲੋਕਾਂ ਨੂੰ ਆਸੇ-ਪਾਸੇ ਜਿਹੜੇ ਕੰਟਰੀ ਸੀਗੇ ਛੋਟੇ ਛੋਟੇ, ਉੱਥੇ ਜਿੱਤਾਂ ਪ੍ਰਾਪਤ ਕੀਤੀਆਂ, ਆਪਣਾ ਸਾਮਰਾਜ ਵਧਾਇਆ। 17ਵੀਂ ਸਦੀ ਤੱਕ ਇਹ ਪੂਰਾ ਫੈਲ ਚੁੱਕੇ ਸੀਗੇ। ਉਦੋਂ ਕੀ ਹੋਇਆ, ਜਿਹੜਾ ਹੈਗਾ ਆ ਓਟੋਮਨ ਐਮਪਾਇਰ ਦਾ ਜਿਹੜਾ ਅਸਰ ਹੈਗਾ ਆ ਘਟਣ ਲੱਗ ਪਿਆ। ਕਿਉਂਕਿ ਉਦੋਂ ਜਿਹੜਾ ਯੂਰਪ ਸੀਗਾ ਉਹਦੇ ਵਿੱਚ ਰੈਨੇਸਾਂਸ ਹੁੰਦੀ ਹੈ, ਇੰਡਸਟਰੀਅਲ ਰੈਵੋਲੂਸ਼ਨ ਆਉਂਦਾ ਹੈਗਾ ਆ, ਔਰ ਓਟੋਮਨ ਐਮਪਾਇਰ ਦੇ ਜਿਹੜੀ ਲੀਡਰਸ਼ਿਪ ਸੀਗੀ ਉਹ ਵੀ ਬਹੁਤ ਵੀਕ ਸੀਗੀ। ਇੱਥੋਂ ਤੱਕ ਕਿ ਅਮਰੀਕਾ ਤੇ ਇੰਡੀਆ ਦੇ ਵੱਲੋਂ ਵੀ ਜਿਹੜਾ ਸੀਗਾ ਕੰਪੀਟੀਸ਼ਨ ਮਹਿਸੂਸ ਕਰ ਰਿਹਾ ਸੀਗਾ ਓਟੋਮਨ ਐਮਪਾਇਰ। ਇਸ ਕਰਕੇ ਇਹਨਾਂ ਦਾ ਜਿਹੜਾ 17ਵੀਂ ਸਦੀ ਦੇ ਸ਼ੁਰੂ ਤੋਂ ਹੀ ਜਿਹੜਾ ਸੀਗਾ ਹੌਲੀ ਹੌਲੀ ਇਹਨਾਂ ਦਾ ਡਿਕਲਾਈਨ ਸ਼ੁਰੂ ਹੋ ਗਿਆ। ਤੇ ਫਿਰ 1683 ਦੇ ਵਿੱਚ ਆਪਾਂ ਦੇਖ ਸਕਦੇ ਹਾਂ ਵੀ ਜਿਹੜੀ ਵਿਆਨਾ ਸੀਗੀ ਕੰਟਰੀ, ਓਟੋਮਨ ਐਮਪਾਇਰ 'ਚ ਉਹ ਟੁੱਟ ਕੇ ਅਲੱਗ ਹੋ ਜਾਂਦੀ ਹੈਗੀ ਹੈ। 1683 ਦੇ ਵਿੱਚ ਵਿਆਨਾ ਅਲੱਗ ਹੋ ਜਾਂਦੀ ਹੈ।
ਫਿਰ 1830 ਦੇ ਵਿੱਚ ਗ੍ਰੀਸ ਜਿਹੜੀ ਹੈਗੀ ਆ ਉਹ ਆਜ਼ਾਦ ਹੋ ਜਾਂਦੀ ਓਟੋਮਨ ਐਮਪਾਇਰ ਤੋਂ। ਫਿਰ 1878 ਦੇ ਵਿੱਚ ਰੋਮਾਨੀਆ, ਸਰਬੀਆ ਤੇ ਬਲਗੇਰੀਆ ਜਿਹੜੀ ਆ ਉਹ ਅਲੱਗ ਹੋ ਜਾਂਦੀ ਓਟੋਮਨ ਐਮਪਾਇਰ ਤੋਂ। ਉਸ ਤੋਂ ਬਾਅਦ ਫਿਰ ਜਿਹੜੀ ਹੈ 20ਵੀਂ ਸਦੀ ਆਉਂਦੀ ਹੈਗੀ, ਉਹਦੇ ਵਿੱਚ ਜਿਹੜੇ ਹੈਗੇ ਆ ਕਾਫੀ ਚੀਜ਼ਾਂ ਓਟੋਮਨ ਐਮਪਾਇਰ ਦੇ ਵਿੱਚ ਆਉਂਦੀਆਂ ਹੈਗੀਆਂ, ਤਬਦੀਲੀਆਂ ਆਉਂਦੀਆਂ। ਉਹਨਾਂ ਵਿੱਚ ਯੰਗ ਟਰਕਸ ਹੁੰਦੇ ਆ, ਇੱਕ ਜਿਹੜੇ ਲੋਕ ਹੁੰਦੇ ਹੈਗੇ ਆ ਜਿਹੜੇ ਕਿ ਅਗਾਂਹ ਵਧੂ ਸੋਚ ਦੇ ਲੋਕ ਹੈਗੇ ਆ, ਉਹਨਾਂ ਨੂੰ ਯੰਗ ਟਰਕਸ ਦੇ ਹਿਸਾਬ ਨਾਲ ਆਪਾਂ ਸਮਝ ਸਕਦੇ ਹਾਂ ਵੀ ਜਿਹੜਾ ਚਾਹੁੰਦੇ ਸੀ ਐਜੂਕੇਸ਼ਨ ਹੋਵੇ, ਜਿਹੜਾ ਚਾਹੁੰਦੇ ਸੀ ਇੰਡਸਟਰੀਲਾਈਜੇਸ਼ਨ ਹੋਵੇ ਇੱਥੇ। ਤੇ ਇਹ ਜਿਹੜੀ ਤਰੱਕੀ ਸੀਗੀ ਇਹਨਾਂ ਦੇ ਲੋਕਾਂ ਦਾ ਜਿਹੜਾ ਸੀਗਾ, ਇਹ ਚਾਹੁੰਦੇ ਸੀਗੇ ਵੀ ਅਸੀਂ ਇੱਕ ਸਰਕਾਰ ਬਣਾਈਏ, ਇੱਕ ਸਟੇਟ ਬਣਾਈਏ, ਰੈਦਰ ਦੈਨ ਵੀ ਅਸੀਂ ਕੋਈ ਸਮਰਾਜ ਦੇ ਹੇਠਾਂ ਕੰਮ ਕਰੀਏ, ਕਿਉਂਕਿ ਦੁਨੀਆ ਜਿਹੜੀ ਆ ਅੱਗੇ ਜਾ ਰਹੀ ਹੈਗੀ ਆ। ਹੌਲੀ ਹੌਲੀ ਜਿਹੜਾ ਰਾਜਨੀਤਿਕ ਢਾਂਚਾ ਹੈਗਾ ਆ ਰਾਜਸ਼ਾਹੀ ਤੋਂ ਉਹ ਸਰਕਾਰ ਵੱਲ ਆ ਰਿਹਾ ਹੈਗਾ ਆ, ਤੇ ਜਾਂ ਗਣਰਾਜ ਵੱਲ ਆ ਰਿਹਾ ਹੈ, ਜਾਂ ਆਪਣੇ ਕਹਿ ਸਕਦੇ ਹਾਂ ਲੋਕਤੰਤਰ ਵੱਲ ਆ ਰਿਹਾ, ਡੈਮੋਕ੍ਰੈਟਿਕ ਕੰਟਰੀਜ਼ ਜਾਂ ਰਿਪਬਲਿਕਨ ਕੰਟਰੀਜ਼ ਬਣ ਰਹੇ ਹੈਗੇ ਆ। ਤੇ ਇਹਨਾਂ ਦਾ ਵੀ ਜਿਹੜਾ ਇਨਫਲੂਐਂਸ ਸੀਗਾ ਉਸ ਵਾਲੇ ਝੁਕਾਵ ਸੀਗਾ। ਇਹਨਾਂ ਵਿੱਚ ਵੀ ਕਾਫੀ ਇਹਨਾਂ ਨੇ ਵੀ ਕਾਫੀ ਜਿਹੜਾ ਹੈਗਾ ਆ ਖਲੀਫ ਨੂੰ ਜਾਂ ਸੁਲਤਾਨ ਜਿਹੜਾ ਉਸ ਟਾਈਮ ਦਾ ਸੀਗਾ ਉਹਨੂੰ ਕਾਫੀ ਇੰਟਰਨਲੀ ਜਿਹੜਾ ਕਹਿ ਸਕਦੇ ਆ ਵੀ ਚੈਲੰਜ ਦਿੱਤੇ ਹੈਗੇ ਆ। ਤੇ ਇਹਦੇ ਨਾਲ ਕੀ ਹੋਇਆ, ਇੱਕ ਨਵੀਂ ਤਰ੍ਹਾਂ ਦੀ ਜਿਹੜੀ ਆ ਟਰਕੀ ਦੇ ਵਿੱਚ ਨੈਸ਼ਨਲਿਜ਼ਮ ਪੈਦਾ ਹੋ ਗਈ। ਤੇ ਇਹਨਾਂ ਦੇ ਵਿੱਚ ਦੋ ਸੁਸਾਇਟੀ ਸੀਗੀਆਂ, ਟਰਕਿਸ਼ ਸੁਸਾਇਟੀ, ਇੱਕ ਸੀਗੀ ਟਰਕਿਸ਼ ਸੁਸਾਇਟੀ ਜਿਹੜੀ 1908 ਦੇ ਵਿੱਚ ਬਣੀ ਸੀਗੀ, ਇੱਕ ਟਰਕਿਸ਼ ਸੁਸਾਇਟੀ ਜਿਹੜੀ ਸੀਗੀ ਟਰਕਿਸ਼ ਹਰਥ 1912 ਦੇ ਵਿੱਚ ਬਣੀ ਸੀਗੀ। ਇਹਨਾਂ ਦੇ ਕਰਕੇ ਜਿਹੜਾ ਸੀਗਾ ਇੱਕ ਅਲੱਗ ਹੀ ਭਾਵਨਾ ਦੀ ਜਿਹੜੇ ਟਰਕੀ ਦੇ ਵਿੱਚ ਰਾਸ਼ਟਰਵਾਦ ਪੈਦਾ ਹੋ ਗਿਆ ਸੀਗਾ, ਜਿਹੜੇ ਕਿ ਚਾਹੁੰਦੇ ਸੀਗੇ ਵੀ ਜਿਹੜੇ ਟਰਕੀ ਬੋਲਣ ਵਾਲੇ ਲੋਕ ਹੈਗੇ ਆ ਉਹੀ ਟਰਕੀ ਦੇ ਵਿੱਚ ਆ ਕੇ ਵਾਪਸ ਆ ਕੇ ਇੱਥੇ ਰਹਿਣ, ਆਪਣਾ ਇੱਕ ਦੇਸ਼ ਬਣਾ ਕੇ ਰਹਿਣ, ਮੁਲਕ ਬਣਾ ਕੇ ਰਹਿਣ, ਰੈਦਰ ਦੈਨ ਇਹ ਇੱਕ ਵੱਡਾ ਸਮਰਾਜ ਨੂੰ ਸਾਹਮਣਾ ਔਖਾ ਹੋ ਗਿਆ ਸੀਗਾ। ਇਹ 1908 ਤੇ 1912 ਦੀ ਗੱਲ ਹੈਗੀ ਆ। ਉਸ ਤੋਂ ਬਾਅਦ ਹੈਗਾ ਵੀ ਜੇ ਇਹਨਾਂ ਦੇ ਜਿਹੜੇ ਓਟੋਮਨ ਐਮਪਾਇਰ ਦੇ ਲਾਗਲੇ ਜਿਹੜੇ ਦੇਸ਼ ਸੀਗੇ ਉਹਨਾਂ ਦੇ ਨਾਲ ਫੋਰਨ ਰਿਲੇਸ਼ਨ ਜਿਹੜੇ ਸੀਗੇ ਉਹ ਵੀ ਕਮਜ਼ੋਰ ਹੋਣ ਲੱਗ ਪਏ। ਜਿੱਦਾਂ ਲਾਗਲਾ ਦੇਸ਼ ਸੀਗਾ ਆਪਣਾ ਵਿਆਨਾ ਹੋ ਗਿਆ, ਗ੍ਰੀਸ ਹੋ ਗਿਆ, ਇਹ ਲਾਗਲੇ ਦੇਸ਼ ਤਾਂ ਆਜ਼ਾਦ ਹੋ ਗਏ ਆ, ਪਰ ਇਹਨਾਂ ਦੇ ਵਿੱਚ ਜਿਹੜਾ ਆਪਸੀ ਜਿਹੜਾ ਸੰਬੰਧ ਸੀਗਾ ਇੱਕ ਗੁਆਂਢੀ ਦੇਸ਼ ਦਾ ਉਹ ਜ਼ਿਆਦਾ ਸਟਰੋਂਗ ਨਹੀਂ ਬਣ ਸਕਿਆ। 1908 ਦੇ ਵਿੱਚ ਕੀ ਹੁੰਦਾ ਹੈਗਾ ਆ, ਆਪਣੇ ਜਿਹੜੀ ਆਸਟਰੋ ਹੰਗੇਰੀਅਨ ਅੰਪਾਇਰ ਹੁੰਦੀ ਹੈਗੀ ਆ ਉਹ ਬੋਸਨੀਆ ਤੇ ਹਰਜ਼ਗੋਵਿਨਾ ਨੂੰ ਜਿਹੜਾ ਹੈਗਾ ਕੈਪਚਰ ਕਰ ਲੈਂਦੀ ਹੈ, ਤੇ ਬਲਗੇਰੀਆ ਜਿਹੜਾ ਹੁੰਦਾ ਉਹ ਅਲੱਗ ਹੋ ਜਾਂਦਾ ਹੈਗਾ ਓਟੋਮਨ ਐਮਪਾਇਰ ਤੋਂ। ਫੇਰ ਵਾਰੀ ਆਉਂਦੀ ਹੈਗੀ 1912 ਦੇ ਵਿੱਚ ਇਟਲੀ ਕੀ ਕਰਦਾ ਹੈਗਾ ਆ, ਲੀਬੀਆ ਨੂੰ ਕੈਪਚਰ ਕਰ ਲੈਂਦਾ ਹੈ। ਲੀਬੀਆ ਵੀ ਓਟੋਮਨ ਐਮਪਾਇਰ ਦਾ ਹਿੱਸਾ ਹੁੰਦਾ ਸੀਗਾ। ਤੇ ਡੋ ਡੈਕਨੀਸ ਜਿਹੜਾ ਹੈਗਾ ਆ ਇਹ ਏਜੀਅਨ ਸੀ ਆਪਣੇ ਗ੍ਰੀਸ ਦੇ ਲਾਗੇ ਹੇਠਾਂ ਜਿਹੜਾ ਏਰੀਆ ਹੈਗਾ ਆ ਉੱਥੇ ਪੈਂਦਾ ਹੈ, ਇਹ ਵੀ ਉਹਨਾਂ ਦੇ ਅੰਡਰ ਆਉਂਦਾ ਹੁੰਦਾ ਸੀਗਾ ਓਟੋਮਨ ਐਮਪਾਇਰ। ਇਹ ਵੀ ਇਟਲੀ ਕੈਪਚਰ ਕਰ ਲੈਂਦਾ 1912 ਦੇ ਵਿੱਚ। ਉਸ ਤੋਂ ਬਾਅਦ 1912 ਦੇ ਵਿੱਚ ਹੀ ਐਂਡ ਦੇ ਵਿੱਚ ਕੀ ਹੁੰਦਾ ਵੀ ਦੋ ਜਿਹੜੇ ਬਾਲਕਨ ਵਾਰਸ ਹੈਗੇ, ਜਿੱਦਾਂ ਆਪਾਂ ਬਾਲਕਨ ਜਿਹੜੇ ਲੋਕ ਉਸ ਏਰੀਆ ਵਿੱਚ ਰਹਿੰਦੇ ਸੀਗੇ ਉਹਨਾਂ ਨੂੰ ਬਾਲਕਨ ਲੋਕ ਕਹਿੰਦੇ, ਉਹਨਾਂ ਦੇ ਵਿੱਚ ਜਿਹੜੇ ਕੰਟਰੀਆਂ ਦੇ ਵਿੱਚ ਜਿਹੜੇ ਬਾਲਕਨ ਵਾਰਸ ਸ਼ੁਰੂ ਹੋ ਗਏ ਹੈਗੇ ਆ, ਉਹਨੇ ਕੀ ਕੀਤਾ 1912-1913 ਦੇ ਵਿੱਚ ਇਹ ਓਟੋਮਨ ਐਮਪਾਇਰ ਨੂੰ ਬਿਲਕੁਲ ਹੀ ਚਰਮਰਾ ਕੇ ਰੱਖਤਾ ਹੈਗਾ, ਬਹੁਤ ਕਮਜ਼ੋਰ ਕਰਤਾ। ਤੇ ਇਹਦੇ ਨਾਲ ਕੀ ਹੋਇਆ ਹੈਗਾ ਆ, ਤੇ ਜਿਹੜੇ ਕੰਟਰੀ ਸੀਗੇ ਜਿੱਦਾਂ ਸਰਬੀਆ ਹੋ ਗਿਆ, ਗ੍ਰੀਸ ਹੋ ਗਿਆ, ਤੇ ਇਹਨਾਂ ਦੇ ਵਿੱਚੋਂ ਇਹ ਸਾਰਿਆਂ ਨੇ ਅਲੱਗ ਹੋ ਗਏ। ਤੇ ਉਸ ਤੋਂ ਬਾਅਦ ਜਿਹੜਾ ਅਲਬੇਨੀਆ ਸੀਗਾ ਜਿਹੜਾ ਕਿ ਇਹਨਾਂ ਦੇ ਅੰਡਰ ਆਉਂਦਾ ਹੁੰਦਾ ਸੀਗਾ ਓਟੋਮਨ ਐਮਪਾਇਰ, ਟ੍ਰੀਟੀ ਆਫ ਲੰਡਨ ਦੇ ਨਾਲ ਉਹ ਅਲੱਗ ਹੋ ਜਾਂਦਾ ਹੈ। ਇੱਦਾਂ ਹੀ ਜਿਹੜਾ ਸੀਗਾ ਦੂਸਰਾ ਜਿਹੜਾ ਸੈਕੰਡ ਵਾਰ ਹੁੰਦਾ 1913 ਦੇ ਵਿੱਚ, ਉਹਦੇ ਵਿੱਚ ਵੀ ਓਟੋਮਨ ਐਮਪਾਇਰ ਨੂੰ ਜਿਹੜੀ ਹੈ ਬਹੁਤ ਹਾਰ ਚੱਲਣੀ ਪੈਂਦੀ ਹੈ। ਇੱਕ ਤੋਂ ਬਾਅਦ ਇੱਕ ਜਿਹੜਾ ਲਗਾਤਾਰ ਹੈ 1908 ਤੋਂ ਬਾਅਦ ਇਦਾਂ ਨੁਕਸਾਨ ਹੋ ਹੀ ਜਾ ਰਿਹਾ ਓਟੋਮਨ ਐਮਪਾਇਰ ਨੂੰ। ਫਿਰ 1914 ਦੇ ਵਿੱਚ ਕੀ ਹੁੰਦਾ, 1914 ਦੇ ਵਿੱਚ ਵਰਲਡ ਵਾਰ 1 ਲੱਗ ਜਾਂਦਾ ਹੈਗਾ। ਉਹਦੇ ਵਿੱਚ ਵੀ ਇਹਨਾਂ ਨੂੰ ਜਿਹੜਾ ਹੈਗਾ ਜਰਮਨੀ ਦੀ ਸਾਈਡ ਲੈਣੀ ਪੈਂਦੀ ਹੈਗੀ ਹੈ, ਔਰ ਜਰਮਨੀ ਜਿਹੜੀ ਹੈਗੀ ਆ ਆਸਟਰੋ ਹੰਗੇਰੀਅਨ ਜਿਹੜੀ ਹੈਗੀ ਆ ਸਮਰਾਜ, ਉਹਨਾਂ ਦੀ ਮਦਦ ਕਰਦਾ ਹੁੰਦਾ ਆ। ਇਹ ਆਪਾਂ ਵਰਲਡ ਵਾਰ ਦਾ ਅੱਗੇ ਦੇਖਾਂਗੇ। ਵਰਲਡ ਵਾਰ ਦੇ ਵਿੱਚ ਜਦੋਂ ਇਹ ਲੜਦੇ ਹੈਗੇ ਆ, ਇਹ ਲੜਦੇ ਆ ਬ੍ਰਿਟਿਸ਼ ਦੇ ਅਗੇਂਸਟ, ਔਰ ਬ੍ਰਿਟਿਸ਼ ਜਿਹੜਾ ਹੁੰਦਾ ਉਸ ਟਾਈਮ ਇੰਡੀਆ ਨੂੰ ਕੰਟਰੋਲ ਕਰ ਰਿਹਾ ਹੁੰਦਾ ਆ। ਤੇ ਇਸ ਕਰਕੇ ਜਿਹੜਾ ਹੈਗਾ ਹੈ ਇਹਨਾਂ ਦਾ ਇਫੈਕਟ ਜੋ ਉੱਥੇ ਹੋ ਰਿਹਾ ਇੰਡੀਆ ਦੇ ਵਿੱਚ, ਉਹ ਅਸਰ ਜਿਹੜਾ ਹੈ ਇੱਥੇ ਹੋ ਰਿਹਾ ਉਹਦਾ ਅਸਰ ਇੰਡੀਆ ਦੇ ਵਿੱਚ ਵੀ ਹੋਵੇਗਾ। ਤੇ ਇਹਦਾ ਜਿਹੜਾ ਅਸਰ ਮੁਸਲਮਾਨਾਂ ਦਾ ਇੰਡੀਆ ਦੇ ਵਿੱਚ ਮੁਸਲਮਾਨਾਂ ਦਾ ਅਸਰ ਹੋਇਆ ਇਹਨਾਂ ਦਾ। ਵਰਲਡ ਵਾਰ ਦੇ 1 ਦੇ ਵਿੱਚ ਵੀ ਦੇਖ ਲਓ 1914 ਤੋਂ 1918 ਦੇ ਵਿੱਚ ਇਹਨਾਂ ਦੇ ਕਾਫੀ ਇਹਨਾਂ ਨੂੰ ਜਿਹੜਾ ਹੈਗਾ ਆ ਲਾਸ ਹੋਇਆ ਓਟੋਮਨ ਐਮਪਾਇਰ ਨੂੰ, ਇਹ ਟੁਕੜੇ ਹੋ ਗਈ। ਤੇ ਉਸ ਤੋਂ ਬਾਅਦ ਜਿਹੜਾ 1920 ਦੇ ਵਿੱਚ ਜਿਹੜਾ ਇਹਨਾਂ ਦਾ ਜਿਹੜੀ ਟ੍ਰੀਟੀ ਹੋਈ ਹੈ, ਸੰਧੀ ਹੋਈ ਹੈ ਟ੍ਰੀਟੀ ਆਫ ਸੇਵਰਸ, ਉਹਦੇ ਵਿੱਚ ਕੀ ਹੋਇਆ, ਜਿਹੜੇ
ਬਾਕੀ ਜਿਹੜੇ ਛੋਟੇ ਛੋਟੇ ਆਲੇ ਦੁਆਲੇ ਦੇ ਗੁਆਂਢੀ ਦੇਸ਼ ਸੀਗੇ ਜਿਹੜੇ ਓਟੋਮਨ ਐਮਪਾਇਰ ਦੇ ਹੇਠਾਂ ਆਉਂਦੇ ਸੀਗੇ, ਉਹ ਟੁੱਟ ਜਾਂਦੇ ਆ, ਆਪਣੀ ਇੰਡੀਪੈਂਡੈਂਸ ਮੰਗਦੇ ਹੈਗੇ ਆ। ਔਰ ਉਹ ਫਿਰ ਇਹਨਾਂ ਦੇ ਜਿਹੜੇ ਲਾਗਲੇ ਕੰਟਰੀਜ਼ ਹੈਗੇ ਆ, ਜਾਂ ਜਿਹੜੇ ਵੱਡੇ ਸਮਰਾਜ ਸੀਗੇ, ਬ੍ਰਿਟੇਨ ਹੋ ਗਿਆ, ਜਰਮਨੀ ਹੋ ਗਿਆ, ਇਟਲੀ ਹੋ ਗਿਆ, ਇਹਨਾਂ ਦੇ ਨਾਲ ਉਹ ਕੋਲੈਬੋਰੇਸ਼ਨ ਕਰਕੇ ਸੈਪਰੇਟ ਹੋ ਜਾਂਦੇ ਹੈਗੇ ਆ। ਤੇ ਜਿਹੜਾ ਓਟੋਮਨ ਐਮਪਾਇਰ ਆ ਇਹ ਬਿਲਕੁਲ ਹੀ ਟੁੱਟ ਜਾਂਦਾ ਹੈਗਾ ਆ। ਤੇ ਇਸ ਤਰ੍ਹਾਂ ਜਿਹੜਾ ਹੈਗਾ ਓਟੋਮਨ ਐਮਪਾਇਰ ਦੀ ਜਿਹੜੀ ਹੈਗੀ ਆ ਗਿਰਾਵਟ ਹੁੰਦੀ ਆ। ਵਰਲਡ ਵਾਰ 1 ਹੁਣ ਵਰਲਡ ਵਾਰ 1 ਦੇ ਵਿੱਚ ਡਾਇਰੈਕਟ ਓਟੋਮਨ ਐਮਪਾਇਰ ਦੀ ਕੋਈ ਇਨਵੋਲਵਮੈਂਟ ਨਹੀਂ ਸੀਗੀ। ਵਰਲਡ ਵਾਰ 1 ਦੇ ਵਿੱਚ ਇਹ ਧੱਕੇ ਨਾਲ ਇਹਨਾਂ ਨੂੰ ਆਉਣਾ ਪਿਆ। ਉਹ ਕਿਸ ਤਰ੍ਹਾਂ ਆਉਣਾ ਪਿਆ? ਜਿਹੜਾ ਵਰਲਡ ਵਾਰ 1 ਜਿਹੜਾ 1914 ਦੇ ਵਿੱਚ ਸ਼ੁਰੂ ਹੋਇਆ ਸੀਗਾ, ਇਹਦੇ ਵਿੱਚ ਦੋ ਹਿੱਸੇ ਸੀ, ਦੋ ਧਿਰ ਸੀਗੇ। ਇੱਕ ਸੀਗਾ ਸੈਂਟਰਲ ਪਾਵਰ ਤੇ ਦੂਜਾ ਸੀਗਾ ਐਲਾਈਜ਼ ਪਾਵਰ। ਤੇ ਸੈਂਟਰਲ ਪਾਵਰ ਦੇ ਵਿੱਚ ਆਉਂਦਾ ਸੀਗਾ ਜਰਮਨੀ, ਆਸਟਰੀਓ ਹੰਗੇਰੀਅਨ ਐਮਪਾਇਰ ਤੇ ਓਟੋਮਨ ਐਮਪਾਇਰ, ਇਹ ਇੱਕ ਸਾਈਡ ਸੀਗੇ। ਤੇ ਦੂਸਰੇ ਐਲਾਈਜ਼ ਜਿਹੜੇ ਸੀਗੇ ਫਰਾਂਸ, ਬ੍ਰਿਟੇਨ, ਰਸ਼ੀਆ, ਇਟਲੀ, ਜਾਪਾਨ, ਫਿਰ 1917 ਦੇ ਵਿੱਚ ਯੂਨਾਈਟਿਡ ਸਟੇਟਸ ਵੀ ਜੁੜ ਜਾਂਦਾ, ਇਹ ਅਲੱਗ ਸੀਗੇ। ਤੇ ਇਹ ਜਿਹੜੀਆਂ ਅਲੱਗ-ਅਲੱਗ ਇਹਨਾਂ ਦੇ ਦੋ ਧਿਰੇ ਸੀਗੇ, ਇਹਨਾਂ ਦੇ ਵਿੱਚ ਜਿਹੜੀ ਲੜਾਈ ਹੋਈ ਹੈਗੀ ਆ। ਜਿਹੜਾ ਆਸਟਰੋ ਹੰਗੇਰੀਅਨ ਦਾ ਜਿਹੜਾ ਰਾਜਾ ਸੀਗਾ, ਉਹਦਾ ਮੁੰਡਾ ਸੀਗਾ ਜਿਹੜਾ, ਉਹਨੂੰ ਮਾਰਿਆ ਜਦੋਂ ਇਹਨਾਂ ਨੇ ਸਰਬੀਆ ਦੇ ਲੋਕਾਂ ਨੇ। ਤੇ ਉਹਦੇ ਵਿੱਚ ਕੀ ਹੋਇਆ, ਜਦੋਂ ਉਹਨਾਂ ਨੂੰ ਮਾਰਿਆ ਤੇ ਉਹਨਾਂ ਦੇ ਜਿਹੜੇ ਆਸਟਰੋ ਹੰਗੇਰੀਅਨ ਦੇ ਜਿਹੜੇ ਜਨਰਲ ਸੀਗੇ, ਉਹਨਾਂ ਨੇ ਜਰਮਨੀ ਦੀ ਹੈਲਪ ਲਈ। ਤੇ ਜਿਹੜਾ ਸਰਬੀਆ ਸੀਗਾ ਆਪਣੇ, ਉਹਨਾਂ ਦੇ ਅਗੇਂਸਟ ਇਹਨਾਂ ਨੇ ਜੋ ਲੜਾਈ ਛੇੜੀ ਹੈਗੀ ਆ, ਉਹਨਾਂ ਨੂੰ ਜਿਹੜੀ ਹੈਲਪ ਆਈ ਹੈਗੀ ਆ ਉਹ ਦੂਸਰੇ ਪਾਸਿਓਂ ਉਹਨਾਂ ਨੂੰ ਆਪਣੇ ਜਿਹੜੇ ਸੀਗੇ ਇਹਦੇ ਵਿੱਚ ਜਿਹੜੀ ਲੜਾਈ ਲੱਗੀ ਹੈਗੀ ਇਹਨਾਂ ਦੇ ਵਿੱਚ, ਉਹ ਆਪਣੇ ਆਸਟਰੋ ਹੰਗੇਰੀਅਨ ਜਿਹੜਾ ਉਹਨਾਂ ਦਾ ਪ੍ਰਿੰਸ ਸੀਗਾ, ਉਹਨੂੰ ਜਦੋਂ ਮਾਰਿਆ ਹੈਗਾ, ਉਸ ਤੋਂ ਬਾਅਦ ਇਹ ਲੜਾਈ ਛਿੜੀ ਹੈਗੀ ਹੈ। ਤੇ ਜਰਮਨੀ, ਕਿਉਂਕਿ ਜਰਮਨ ਜਿਹੜੇ ਸੀਗੀਆਂ ਫੌਜਾਂ ਦਾ ਵਰਤੋਂ ਜਿਹੜੀ ਹੈ, ਜਾਂ ਉਹਨਾਂ ਦੀ ਜਿਹੜੀ ਟ੍ਰੇਨਿੰਗ ਸੀਗੀ, ਉਹ ਯੰਗ ਟਰਕ ਨੂੰ ਮਿਲਦੀ ਸੀਗੀ, ਇਸ ਕਰਕੇ ਉਹਨਾਂ ਦਾ ਇਨਫਲੂਐਂਸ ਜ਼ਿਆਦਾ ਸੀਗਾ। ਤੇ ਉਧਰੋਂ ਜਿਹੜਾ ਰਸ਼ੀਆ ਵੀ ਇਸ ਸਕੀਮ ਵਿੱਚ ਸੀਗਾ ਵੀ ਜੇ ਮੌਕਾ ਮਿਲਦਾ ਤੇ ਇਹ ਜਿਹੜਾ ਹੈਗਾ ਏਰੀਆ ਕੈਪਚਰ ਕਰ ਲੈਣਾ ਮੈਂ, ਟਰਕੀ ਵਾਲਾ। ਤੇ ਇਸ ਕਰਕੇ ਵਰਲਡ ਵਾਰ 1 ਦੇ ਵਿੱਚ ਜਦੋਂ ਰਸ਼ੀਆ ਤੇ ਜਰਮਨ ਆਪੋਜ਼ਿਟ ਸੀਗੇ ਤੇ ਇਹਨਾਂ ਨੂੰ ਡਰ ਪੈ ਗਿਆ, ਤੇ ਇਸ ਕਰਕੇ ਟਰਕੀ ਨੂੰ ਮੱਲੋ ਮੱਲੀ ਜਰਮਨੀ ਵੱਲ ਜਾਣਾ ਪਿਆ ਤਾਂ ਕਿ ਰਸ਼ੀਆ ਤੋਂ ਉਹਨਾਂ ਦਾ ਬਚਾਅ ਹੋ ਸਕੇ। ਇੱਦਾਂ ਇਹ ਵਿੱਚ ਵਰਲਡ ਵਾਰ ਦੇ ਵਿੱਚ ਆ ਜਾਂਦੇ ਹੈਗੇ ਆ। ਤੇ ਇਹ ਜਿਹੜਾ ਹੈਗਾ ਆ ਆਪਣੇ ਇਹਨਾਂ ਦਾ ਥੋੜਾ ਬੈਕਗ੍ਰਾਉਂਡ ਹੈਗਾ ਆ। ਤੇ ਹੁਣ ਜਿਹੜੀ ਗੱਲ ਅੱਗੇ ਜਿਹੜਾ ਚੈਪਟਰ ਦੇ ਵਿੱਚ ਵਰਡ ਆਉਂਦਾ ਹੈਗਾ ਆ, ਉਹ ਆਉਣਾ ਹੈਗਾ ਰੋਮਨ ਐਮਪਾਇਰ ਜਿਹੜਾ ਸੀਗਾ ਉਹ ਕਿਸ ਤਰ੍ਹਾਂ ਸੀਗਾ। ਤੇ ਉਹਨੂੰ ਸਮਝਣ ਲਈ ਇਹ ਜਿਹੜਾ ਡਾਇਗਰਾਮ ਹੈਗਾ ਆ, ਰੋਮਨ ਐਮਪਾਇਰ ਆ ਰੋਮ ਦੇ ਵਿੱਚ ਹੈਗਾ। ਰੋਮ ਜਿਹੜਾ ਸੀਗਾ ਇਟਲੀ ਦਾ ਹਿੱਸਾ ਸੀਗਾ ਕਿਸੇ ਟਾਈਮ। ਤੇ ਇੱਥੋਂ ਰੋਮਨ ਸਾਮਰਾਜ ਜਿਹੜਾ ਹੈਗਾ ਇੱਥੋਂ ਸ਼ੁਰੂ ਹੁੰਦਾ। ਬੇਸਿਕਲੀ ਜਿਹੜੀ ਰੋਮਨ ਦੀ ਕਹਾਣੀ ਹੈਗੀ ਇੱਥੋਂ ਸ਼ੁਰੂ ਹੁੰਦੀ ਹੈਗੀ ਹੈ। ਤੇ ਇਹਦੇ ਵਿੱਚ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲਦਾ, ਆ ਜਿਹੜਾ ਰੋਮਨ ਸਾਮਰਾਜ ਹੈਗਾ ਇਸ ਤਾਂ 117 ਏਡੀ ਦੇ ਵਿੱਚ ਇੰਨਾ ਵੱਡਾ ਜਿਹੜਾ ਹੈਗਾ ਫੈਲ ਚੁੱਕਿਆ ਹੁੰਦਾ ਹੈ। ਇਹ ਸਾਰਾ ਹੀ ਮੈਡੀਟੇਰੀਅਨ ਸੀ ਦੇ ਆਸੇ-ਪਾਸੇ ਹੈਗਾ ਆ। ਇਟਲੀ, ਗ੍ਰੀਸ, ਆ ਜਿਹੜਾ ਮਾਈਨਰ ਏਸ਼ੀਆ ਹੈਗਾ, ਇੱਧਰਲਾ ਟਰਕੀ ਦਾ ਜਿਹੜਾ ਆਪਣੇ ਐਂਟੋਲੀਆ ਹਿੱਸਾ ਹੈਗਾ, ਇਹ ਵੀ ਇਹਦੇ ਵਿੱਚ ਹੀ ਆਉਂਦਾ ਹੁੰਦਾ ਸੀਗਾ। ਉਸ ਤੋਂ ਬਾਅਦ ਇਰਾਕ, ਇੱਥੋਂ ਤੱਕ ਕਿ ਆਪਣੇ ਅਰਮੀਨੀਆ, ਜਿੰਨੇ ਵੀ ਗ੍ਰੀਨ ਹੈਗੇ, ਇਹ ਸਾਰੇ ਦੇ ਸਾਰਾ ਹੀ ਜਿਹੜਾ ਹੈਗਾ ਰੋਮਨ ਸਾਮਰਾਜ ਦੇ ਹੇਠਾਂ ਆਉਂਦਾ ਸੀਗਾ ਇੰਨਾ ਏਰੀਆ। ਇੱਧਰੋਂ ਨਾਰਥ ਅਫਰੀਕਾ ਦਾ ਹਿੱਸਾ ਵੀ ਜਿਹੜਾ ਇਹ ਵੀ ਇਹਦੇ ਅੰਡਰ ਆਉਂਦਾ ਹੁੰਦਾ ਸੀ। ਇਜਿਪਟ ਵੀ ਇੱਥੇ ਤੱਕ ਆਉਂਦਾ ਹੁੰਦਾ ਸੀਗਾ। ਅਰੇਬੀਆ ਨੂੰ ਛੱਡ ਕੇ ਬਾਕੀ ਸਾਰਾ ਜੈਰੂਸਲਮ ਜਿਹੜਾ ਹੋ ਗਿਆ, ਸੀਰੀਆ ਹੋ ਗਿਆ, ਇਹ ਸਾਰੇ ਦਾ ਸਾਰਾ ਜਿਹੜਾ ਹੈਗਾ ਆਪਣੇ ਰੋਮਨ ਐਮਪਾਇਰ ਦੇ ਅੰਡਰ ਆਉਂਦਾ ਹੁੰਦਾ ਸੀਗਾ। ਤੇ ਇਹਦੇ ਵਿੱਚ ਜਿਹੜੀ ਗੱਲ ਆਉਂਦੀ ਹੈਗੀ ਆ, ਦੋ ਵਰਡਸ ਆਉਂਦੇ, ਇੱਕ ਹੋਲੀ ਰੋਮਨ, ਇੱਕ ਰੋਮਨ ਐਮਪਾਇਰ ਤੇ ਹੋਲੀ ਰੋਮਨ ਐਮਪਾਇਰ। ਇਹਦਾ ਫਰਕ ਦੇਖਣ ਨੂੰ ਤਾਂ ਸੁਣਨ ਨੂੰ ਤਾਂ ਇੱਕੋ ਚੀਜ਼ ਲੱਗਦੀ ਹੈਗੀ ਹੈ। ਇਹਦੇ ਵਿੱਚ ਕੀ ਹੋਇਆ, ਜਿਹੜਾ ਰੋਮਨ ਐਮਪਾਇਰ ਆ ਉਹਨੂੰ ਆਪਾਂ 3 ਸਮਿਆਂ ਦੇ ਵਿੱਚ ਵੰਡ ਸਕਦੇ ਹੈਗੇ ਆ। ਪਹਿਲਾ ਸਮਾਂ ਕਹਿ ਸਕਦੇ ਆ ਜਿਹਨੂੰ ਕਹਿੰਦੇ ਪੀਰੀਅਡਸ ਆਫ ਕਿੰਗਸ ਜਾਂ ਰੋਮਨ ਐਮਪਾਇਰ। ਤੇ ਦੂਸਰਾ ਪੀਰੀਅਡ ਹੈਗਾ ਜਿਹੜਾ ਰਿਪਬਲਿਕਨ ਰੋਮ ਜਾਂ ਰੋਮਨ, ਉਹਨੂੰ ਵੀ ਰੋਮਨ ਐਮਪਾਇਰ ਕਹਿ ਸਕਦੇ ਆ ਆਪਾਂ। ਤੀਸਰਾ ਜਿਹੜਾ ਹੈਗਾ ਆ ਫੇਜ਼, ਉਹ ਕਹਿੰਦੇ ਇੰਪੀਰੀਅਲ ਰੋਮ ਜਾਂ ਜਿਹਨੂੰ ਕਹਿੰਦੇ ਹੋਲੀ ਰੋਮਨ ਐਮਪਾਇਰ। ਤੇ ਜਿਹੜਾ ਪਹਿਲਾਂ ਸੀਗਾ ਇਹ ਰਾਜਸ਼ਾਹੀ ਸੀਗੀ। ਇਹਦੇ ਵਿੱਚ ਸੀਗਾ 625 ਈਸਾ ਤੋਂ ਪਹਿਲਾਂ, 625 BC ਤੋਂ ਲੈ ਕੇ 510 BC ਤੱਕ ਇਹ ਰਾਜ ਜਿਹੜਾ ਚੱਲਦਾ ਹੈਗਾ। ਇਹਦੇ ਵਿੱਚ ਰਾਜੇ ਹੁੰਦੇ ਆ, ਰਾਜਸ਼ਾਹੀ ਹੁੰਦੀ ਹੈ। ਉਸ ਤੋਂ ਬਾਅਦ ਰਾਜਸ਼ਾਹੀ ਨੂੰ ਤੋੜ ਕੇ ਇਹ ਰੋਮਨ ਰਿਪਬਲਿਕ ਬਣਦੀ ਹੈਗੀ ਹੈ। ਇਹ ਬਣਦੀ ਹੈ 510 BC ਤੋਂ ਲੈ ਕੇ 31 BC ਤੱਕ ਜਿਹੜੀ ਹੈ ਰੋਮਨ ਰਿਪਬਲਿਕ ਚੱਲਦੀ ਹੈ। ਇਹਦੇ ਵਿੱਚ ਜਿਹੜਾ ਸੀਗਾ, ਜਿਹੜੀ ਆਪਾਂ ਗੱਲ ਕਰਦੇ ਹੈਗੇ ਆ ਵੀ ਰਿਪਬਲਿਕਨ ਵਰਡ ਆਉਂਦਾ ਹੈਗਾ, ਡਾਇਰੈਕਟ ਡੈਮੋਕ੍ਰੇਸੀ ਆਉਂਦੀ ਹੈਗੀ ਹੈ, ਡਿਕਟੇਟਰ ਵਰਡ ਆਉਂਦਾ, ਇਹ ਸਾਰਾ ਹੀ ਇਹ ਰੋਮਨ ਰਿਪਬਲਿਕ ਦੇ ਵਿੱਚ ਜਿਹੜਾ
ਕਾਨੂੰਨ ਦਾ ਸੁਧਾਰ ਹੁੰਦਾ ਹੈਗਾ ਹੈ ਜਾਂ ਕਾਨੂੰਨ ਦੀ ਡਿਵੈਲਪਮੈਂਟ ਹੁੰਦੀ ਹੈ, ਲਾਅ ਦੀ ਡਿਵੈਲਪਮੈਂਟ ਹੁੰਦੀ ਹੈਗੀ ਆ, ਇਹਨਾਂ ਦੇ ਵਿੱਚ ਆਉਂਦੀ ਹੈਗੀ ਆ। ਹਾਲੇ ਕ੍ਰਿਸਚੀਅਨਿਟੀ ਨਹੀਂ ਆਈ ਹੈਗੀ, ਕ੍ਰਿਸਚੀਅਨਿਟੀ ਤੋਂ ਪਹਿਲਾਂ ਦੀ ਗੱਲਾਂ ਹੋ ਰਹੀਆਂ ਸਾਰੀਆਂ। ਇਹਦੇ ਵਿੱਚ ਉਦੋਂ ਕੀ ਸੀਗਾ, ਇਹਦੇ ਗੌਰਮੈਂਟ ਜਿਹੜੀ ਬਣਾਈ ਹੈਗੀ, ਪਹਿਲੀ ਗੌਰਮੈਂਟ ਰੋਮਨ ਰਿਪਬਲਿਕ ਦੀ ਇਸ ਟਾਈਮ ਦੌਰਾਨ ਬਣਦੀ ਹੈਗੀ ਆ। ਇਹਦੇ ਵਿੱਚ ਡਾਇਰੈਕਟ ਡੈਮੋਕ੍ਰੇਸੀ ਹੁੰਦੀ ਹੈ। ਡਾਇਰੈਕਟ ਡੈਮੋਕ੍ਰੇਸੀ ਮਤਲਬ ਵੀ ਇਹਦੇ ਵਿੱਚ ਜਿਹੜੇ ਲੋਕਾਂ ਨੂੰ ਉਸ ਟਾਈਮ ਵੋਟ ਪਾਉਣ ਦਾ ਹੱਕ ਸੀਗਾ, ਡਾਇਰੈਕਟਲੀ ਵੋਟ ਪਾ ਕੇ ਆਪਣਾ ਨੁਮਾਇੰਦਾ ਚੁਣ ਕੇ ਸੈਨੇਟ ਵਿੱਚ ਭੇਜਦੇ ਸੀਗੇ। ਔਰ ਸੈਨੇਟ ਵਿੱਚ ਜਿਹੜੇ ਹੁੰਦੇ ਸੀਗੇ ਅਪਰ ਕਲਾਸ ਦੇ ਲੋਕ ਹੁੰਦੇ ਸੀਗੇ, ਉਹਨਾਂ ਦਾ ਨਾਂ ਜਿੱਦਾਂ ਆਪਾਂ ਪਿਛਲੀ ਵਾਰ ਜੇ ਸਾਥੀਆਂ ਨੂੰ ਯਾਦ ਹੋਊਗਾ, ਪੈਟਰੀਸ਼ੀਅਨ ਜਿਹੜੇ ਸੀਗੇ ਰੋਮਨ ਦੇ ਵਿੱਚ ਅਪਰ ਕਲਾਸ ਦੇ ਹੁੰਦੇ ਸੀਗੇ, ਤੇ ਉਹੀ ਲੋਕ ਜਿਹੜੇ ਸੈਨੇਟ ਦੇ ਵਿੱਚ ਚੁਣ ਕੇ ਭੇਜੇ ਜਾਂਦੇ ਸੀਗੇ। ਰਿਪਬਲਿਕਨ ਦਾ ਮਤਲਬ ਹੁੰਦਾ ਹੈ ਵੀ ਉਹ ਸਟੇਟ ਜਾਂ ਉਹ ਕੰਟਰੀ ਜਿਹਦਾ ਜਿਹੜਾ ਇਲੈਕਟਡ ਹੈਡ, ਜਿਹੜਾ ਹੈਡ ਆ ਨਾ, ਉਹ ਇਲੈਕਟਡ ਹੋਵੇ। ਰਿਪਬਲਿਕਨ ਦਾ ਮਤਲਬ ਇਹ ਹੁੰਦਾ। ਤੇ ਪਰ ਇੱਕ ਗੱਲ ਦੇਖਣ ਵਾਲੀ, ਇਹਦੇ ਵਿੱਚ ਸੋਚਣ ਵਾਲੀ ਹੈ ਵੀ ਇਹ ਜਿਹੜਾ ਹੈਗਾ ਆ ਰਿਪਬਲਿਕਨ ਦੇ ਵਿੱਚ ਜ਼ਰੂਰੀ ਨਹੀਂ ਹੈ ਵੀ ਸਾਰਿਆਂ ਨੂੰ ਵੋਟ ਪਾਉਣ ਦਾ ਹੱਕ ਹੋਵੇ। ਤੇ ਇਹਦੇ ਵਿੱਚ ਡਾਇਰੈਕਟ ਡੈਮੋਕ੍ਰੇਸੀ ਦੇ ਵਿੱਚ ਵੀ ਜਿਹੜਾ ਸੀਗਾ, ਅੱਜ ਕੱਲ੍ਹ ਜਿਹੜੀ ਹੈਗੀ ਆ ਸਾਡੇ ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ ਹੈਗੀ ਹੈ ਇੰਡੀਆ ਦੇ ਵਿੱਚ, ਅੱਜ ਕੱਲ੍ਹ ਜੇ US ਦੇ ਵਿੱਚ ਹੈਗੀ ਹੈ। ਡਿਕਟੇਟਰ ਜਿਹੜਾ ਵਰਡ ਸੀਗਾ, ਡਿਕਟੇਟਰ ਉਦੋਂ ਹੀ ਵਰਤਿਆ ਜਾਂਦਾ ਹੁੰਦਾ ਸੀਗਾ ਜਦੋਂ ਕਿ ਰੋਮਨ ਰਿਪਬਲਿਕ ਨੂੰ ਕੋਈ ਮੁਸੀਬਤ ਵਿੱਚ ਜਾਂ ਕ੍ਰਾਈਸਿਸ ਵਿੱਚ ਫਸ ਜਾਂਦੀ ਸੀਗੀ, ਤਾਂ ਉਹ ਇੱਕ ਬੰਦਾ ਚੁਣਦੇ ਹੁੰਦੇ ਸੀਗੇ ਤੇ ਜਿਹਨੂੰ ਇਹ ਕੰਮ ਸੰਭਿਆ ਜਾਂਦਾ ਸੀਗਾ ਵੀ ਤੂੰ ਇਹਦੀ ਦੇਖਭਾਲ ਕਰਨੀ ਹੈਗੀ, ਬਚਾਉਣਾ ਇਸ ਪ੍ਰੋਬਲਮ ਤੋਂ। ਉਹਦਾ ਨਾਂ ਜਿਹੜਾ ਡਿਕਟੇਟਰ, ਉਹਨੂੰ ਡਿਕਟੇਟਰ ਕਿਹਾ ਜਾਂਦਾ ਸੀਗਾ। ਪਹਿਲਾਂ ਕੰਮ ਜਿਹੜਾ ਡਿਕਟੇਟਰ ਦਾ ਵਧੀਆ ਸੀਗਾ, ਪਰ ਹੌਲੀ ਹੌਲੀ ਜਿਹੜਾ ਨਾਮ ਹੈਗਾ ਖਰਾਬ ਹੋ ਗਿਆ। ਤੇ ਇਹਦੇ ਵਿੱਚ ਇੱਕ ਲਾਅ ਬਣਦਾ ਹੈਗਾ, ਕਰਦੇ ਹੈਗੇ ਆ, ਕੋਡੀਫਾਈ ਕਰਦੇ ਹੈਗੇ ਆ, ਜਿੰਨੇ ਵੀ ਰੂਲਸ ਹੁੰਦੇ ਹੈਗੇ 12 ਟੇਬਲਸ ਬਣਾਉਂਦੇ ਆ ਰੋਮਨ ਲੋਕ ਰੋਮਨ ਰਿਪਬਲਿਕ ਦੇ ਵਿੱਚ। ਇਦਾਂ ਫਿਰ ਸ਼ਹਿਰਾਂ ਦੇ ਵਿੱਚ 12 ਜਿਹੜੇ ਸੀਗੇ ਉੱਥੇ ਲਾਉਂਦੇ ਹੁੰਦੇ ਸੀਗੇ। ਇਦਾਂ ਆਪਣੇ ਜਿਹੜਾ ਕੋਈ ਵੀ ਜਿਹੜਾ ਹੈਗਾ ਜਿਹੜਾ ਸਿਟੀ ਵਾਲਾ ਏਰੀਆ ਹੁੰਦਾ ਸੀਗਾ, ਉਹਦੇ ਵਿੱਚ ਇਹ ਟੇਬਲ ਲਾਉਂਦੇ ਸੀਗੇ ਤੇ ਕੋਈ ਵੀ ਰੈਫਰ ਉੱਥੇ ਜਾ ਕੇ ਕਰ ਸਕਦਾ ਸੀ, ਆਹ ਕਾਨੂੰਨ ਚੱਲਦਾ। ਹਾਲਾਂ ਕ੍ਰਿਸਚੀਅਨਿਟੀ ਨਹੀਂ ਆਈ ਸੀਗੀ। 31 BC ਤੋਂ ਲੈ ਕੇ 476 AD ਤੱਕ ਜਿਹੜਾ ਸੀਗਾ ਇੰਪੀਰੀਅਲ ਜਿਹੜਾ ਰੋਮਨ ਐਮਪਾਇਰ ਸੀਗਾ, ਉਹਨੂੰ ਹੋਲੀ ਰੋਮਨ ਐਮਪਾਇਰ ਕਹਿੰਦੇ। ਉਹਦੇ ਵਿੱਚ ਕੀ ਸੀਗਾ, ਕ੍ਰਿਸਚੀਅਨਿਟੀ ਦਾ ਅਸਰ ਹੁੰਦਾ ਹੈਗਾ। ਜਦੋਂ ਰੋਮਨ ਐਮਪਾਇਰ ਦੇ ਜਿਹੜੇ ਰਾਜੇ ਹੁੰਦੇ ਆ ਕ੍ਰਿਸਚੀਅਨਿਟੀ ਅਪਣਾਉਂਦੇ ਆ, ਆਟੋਮੈਟਿਕਲੀ ਜਿਹੜੇ ਜਿੰਨਾ ਵੀ ਸਮਰਾਜ ਦੇ ਉਸ ਰੋਮਨ ਸਮਰਾਜ ਦੇ ਹੇਠਾਂ ਜਿਹੜੇ ਕੰਟਰੀ ਆਉਂਦੇ, ਉਹ ਆਟੋਮੈਟਿਕਲੀ ਕ੍ਰਿਸਚੀਅਨਿਟੀ ਦੇ ਵਿੱਚ ਆ ਜਾਂਦੇ ਸੀਗੇ। ਇਸ ਤਰ੍ਹਾਂ ਜਿਹੜੀ ਕ੍ਰਿਸਚੀਅਨਿਟੀ ਜਿਹੜੀ ਸਪਰੈਡ ਹੋਈ ਹੈ। ਤੇ ਇਹ ਜਿਹੜਾ ਫੇਸ ਹੈਗਾ, ਇਹਨੂੰ ਹੋਲੀ ਰੋਮਨ ਐਮਪਾਇਰ ਫੇਸ ਕਹਿੰਦੇ ਆ। ਹੁਣ ਆਪਾਂ ਚੱਲਾਂਗੇ ਬਾਬਾ ਸਾਹਿਬ, ਜਿਹੜਾ ਬਾਬਾ ਸਾਹਿਬ ਦਾ ਚੈਪਟਰ ਹੈਗਾ ਆ, ਉਹ ਆਪਾਂ ਸ਼ੁਰੂ ਕਰਾਂਗੇ। ਇਹਦੇ ਵਿੱਚ ਆਪਾਂ 3 ਤੋਂ ਸ਼ੁਰੂ ਕਰਾਂਗੇ, ਆਪਣਾ ਹਿੰਦੂ ਆਲਟਰਨੇਟਿਵ ਟੂ ਪਾਕਿਸਤਾਨ। ਬਈ ਹਿੰਦੂਆਂ ਤੋਂ ਜਿਹੜਾ ਹੈਗਾ ਆ ਵੀ ਹੋਰ ਕੀ ਵਿਕਲਪ ਹੈਗਾ ਆ ਪਾਕਿਸਤਾਨ ਲਈ। ਇਹ ਲਾਲਾ ਹਰਦਿਆਲ ਤੇ ਸਵਰਕਰ ਦਾ, VD ਸਵਰਕਰ ਦਾ ਵਿਚਾਰ ਜਿਹੜੇ ਸੀਗੇ ਉਹਦੇ ਬਾਰੇ ਗੱਲ ਕੀਤੀ। ਇਹਦੇ ਵਿੱਚ ਵੀ ਜਿਹੜਾ ਹੈਗਾ 2 ਤਰ੍ਹਾਂ ਦੇ ਵਿਚਾਰ ਆਉਂਦੇ, ਸਵਰਕਰ ਔਰ ਗਾਂਧੀ ਦੇ। ਜ਼ਿਆਦਾਤਰ ਗਾਂਧੀ ਦੇ ਜਿਹੜਾ ਹੈਗਾ ਰਿਲੇਟਡ ਹੀ ਸਾਰਾ ਟੌਪਿਕ ਹੈਗਾ ਆ, ਪਰ ਇਹਦੇ ਵਿੱਚ ਸਟਾਰਟਿੰਗ ਟੌਪਿਕ ਇੱਥੋਂ ਸ਼ੁਰੂ ਹੁੰਦਾ ਵੀ ਸਵਰਕਰ ਕੀ ਸੋਚਦਾ ਹੈਗਾ ਆ। ਸਵਰਕਰ ਆਪਣੀ ਇੱਧਰ ਹੀ ਸਕੀਮ ਬਣਾਉਂਦਾ ਆ। ਉਹ ਕਹਿੰਦਾ ਵੀ ਜਿਹੜਾ ਮੁਸਲਮਾਨ ਨੂੰ ਦਰਕਨਾਰ ਕਰ ਦਿੰਦਾ ਆ, ਉਹ ਇਦਾਂ ਵੀ ਜਿੱਦਾਂ ਕਹਿੰਦੇ ਉਹਨੂੰ ਚਿੱਠੀ ਜਿਹੜਾ ਪੇਪਰ ਦੇ ਕੇ ਲਿਖ ਦਿੰਦਾ ਵੀ ਜਾਂ ਤੇ ਪੇਪਰ ਫੜੋ ਤੇ ਜਾਂ ਤੁਸੀਂ ਜਾਓ, ਤੁਹਾਡੇ ਤੋਂ ਬਿਨਾਂ ਵੀ ਜਿਹੜਾ ਹੈਗਾ ਅਸੀਂ ਸਵਰਾਜ ਦੀ ਜਿਹੜੀ ਲੜਾਈ ਲੜ ਸਕਦੇ ਹੈਗੇ ਆ। ਕਿਉਂਕਿ ਉਹਨੂੰ ਪਤਾ ਹੁੰਦਾ ਹੈ ਵੀ ਜਿਹੜੇ ਹਿੰਦੂਆਂ ਦੀ ਜਿਹੜੀ ਜਨਸੰਖਿਆ ਹੈਗੀ ਹੈ, ਸਟਰੈਂਥ ਹੈਗੀ ਹੈ, ਜ਼ਿਆਦਾ ਹੈਗੀ, ਉਹ ਮੁਸਲਮਾਨਾਂ ਤੋਂ ਬਿਨਾਂ ਹੀ ਅਸੀਂ ਇਹ ਜਿਹੜਾ ਕੰਮ ਕਰ ਸਕਦੇ ਹੈਗੇ ਆ। ਇੱਦਾਂ ਦਾ ਸਵਰਕਰ ਦਾ ਐਟੀਟਿਊਡ ਸੀਗਾ। ਗਾਂਧੀ ਦਾ ਐਟੀਟਿਊਡ ਟੋਟਲੀ ਉਲਟਾ ਸੀਗਾ। ਗਾਂਧੀ ਨੇ ਜਦੋਂ ਆਪਣਾ ਪੋਲੀਟੀਕਲ ਕੈਰੀਅਰ ਸ਼ੁਰੂ ਕੀਤਾ 1919 ਦੇ ਵਿੱਚ, ਉਹਨੇ ਪਹਿਲਾਂ ਹੀ ਇਹ ਲੋਕਾਂ ਦੇ ਵਿੱਚ ਜਿਹੜੀ ਆ ਜਿੱਦਾਂ ਇੱਕ ਪੋਲੀਟੀਸ਼ੀਅਨ ਭਰ ਦਿੰਦਾ ਆ ਵੀ ਮੈਂ ਤੁਹਾਨੂੰ 6 ਮਹੀਨਿਆਂ ਦੇ ਵਿੱਚ ਜਿਹੜਾ ਸਵਰਾਜ ਲੈ ਕੇ ਦੇ ਦੇਣਾ, ਬਸ਼ਰਤੇ ਇੱਕ ਚੀਜ਼ ਜਿਹੜੀ ਪੂਰੀ ਹੋਣੀ ਚਾਹੀਦੀ ਹੈ। ਉਹ ਸ਼ਰਤ ਕਿਹੜੀ ਸੀਗੀ ਵੀ ਹਿੰਦੂ ਮੁਸਲਿਮ ਏਕਤਾ ਜੇ ਆਪਾਂ ਸਥਾਪਿਤ ਕਰ ਲਈਏ ਤਾਂ ਆਪਾਂ ਜਿਹੜਾ 6 ਮਹੀਨਿਆਂ ਵਿੱਚ ਸਵਰਾਜ ਲੈ ਲਾਂਗੇ। ਤੇ ਇਹ ਕਹਿੰਦੇ ਆ ਗਾਂਧੀ ਕਦੀ ਥੱਕਿਆ ਨਹੀਂ, ਇਹ ਕਹਿੰਦੇ ਆ। ਪਹਿਲੀ ਵਾਰ ਗਾਂਧੀ ਜਿਹੜਾ ਹੈਗਾ ਆਪਣਾ ਇਹਨੇ ਜਿਹੜਾ ਸੱਤਿਆਗ੍ਰਹਿ ਲਾਂਚ ਕੀਤਾ, ਰੋਲੈਟ ਐਕਟ ਦੇ ਅਗੇਂਸਟ ਲਾਂਚ ਕੀਤਾ ਸੀਗਾ। ਰੋਲੈਟ ਐਕਟ ਜਿਹੜਾ ਸੀਗਾ ਮਾਰਚ 2 1919 ਦੇ ਵਿੱਚ ਜਿਹੜੀ ਉਸ ਟਾਈਮ ਦੀ ਬ੍ਰਿਟਿਸ਼ ਇੰਡੀਆ ਦੀ ਪਾਰਲੀਮੈਂਟ ਸੀਗੀ ਜਾਂ ਇੰਪੀਰੀਅਲ ਲੈਜਿਸਲੇਟਿਵ ਕਾਉਂਸਲ ਸੀਗਾ, ਉਹਨੇ ਰੂਲ ਬਣਾਇਆ ਸੀਗਾ। ਕੁਝ ਜਿਹੜੇ ਪੋਲੀਟੀਕਲ ਕੇਸ ਇਦਾਂ ਦੇ ਆ, ਉਹਨਾਂ ਨੂੰ ਬਿਨਾਂ ਕਚਹਿਰੀ ਤੋਂ, ਬਿਨਾਂ ਟ੍ਰਾਇਲ ਤੋਂ ਹੀ ਉਹਨਾਂ ਦਾ ਫੈਸਲਾ ਜਿਹੜਾ ਹੈਗਾ ਆ ਸੁਣਾ ਸਕਦੇ ਸੀਗੇ ਉਹ। ਤੇ ਇਹਦੇ ਵਿੱਚ ਉਹਨਾਂ ਦੀ ਸੁਣਵਾਈ ਜਿਹੜੀ ਕੋਰਟ ਦੇ ਥਰੂ ਨਹੀਂ ਹੋਣੀ ਸੀਗੀ, ਜਿਹੜੇ ਫੜੇ ਜਾਂਦੇ ਸੀਗੇ ਰੋਲੈਟ ਐਕਟ ਦੇ ਥਰੂ। ਤੇ ਇਹਦੇ ਅਗੇਂਸਟ ਗਾਂਧੀ ਨੇ ਜਿਹੜਾ ਸੱਤਿਆਗ੍ਰਹਿ ਕੀਤਾ ਸੀਗਾ, ਤੇ ਉਹਦੇ ਵਿੱਚ ਕੀ ਹੋਇਆ ਸੀ, 2 ਮਾਰਚ ਨੂੰ ਇਹਦਾ ਜਿਹੜਾ ਰੋਲੈਟ ਐਕਟ ਆਉਂਦਾ ਆ ਤੇ ਮਹੀਨੇ ਦੇ ਵਿੱਚ ਜਿਹੜਾ ਹੈਗਾ ਆਪਣੇ ਗਾਂਧੀ ਆਪਣਾ ਜਿਹੜਾ ਹੈਗਾ ਆ ਇਹ ਫੈਸਲਾ ਦੇਣ ਦਾ ਹੈਗਾ ਆ। ਤੇ ਉਹਦੇ ਨਾਲ ਕੀ ਹੁੰਦਾ, ਜਲਿਆਂਵਾਲਾ ਬਾਗ ਵੀ ਉਹਦੇ ਵਿੱਚ 1919 ਦੇ ਵਿੱਚ ਅਪ੍ਰੈਲ ਦੇ ਵਿੱਚ ਹੋ ਜਾਂਦਾ ਆ। ਫਿਰ ਉਹਦੇ ਵਿੱਚ
ਇਹ ਸੱਤਿਆਗ੍ਰਹਿ ਨੂੰ ਗਾਂਧੀ ਨੂੰ ਛੱਡਣਾ ਪੈਂਦਾ ਆ। ਤੇ ਇਹ ਥੋੜਾ ਸੀ ਬੈਕਗ੍ਰਾਉਂਡ ਵੀ ਕਿੱਦਾਂ ਇਹਨੇ ਆਪਣਾ ਜਿਹੜਾ ਪਹਿਲਾ ਸੱਤਿਆਗ੍ਰਹਿ ਰੌਲਟ ਐਕਟ ਦੇ ਅਗੇਂਸਟ ਲਾਂਚ ਕੀਤਾ, ਤੇ ਉਹਦੇ ਨਾਲ ਹੀ ਇਹਨੇ ਜਦੋਂ ਇਹ ਫੇਲ ਹੋ ਗਿਆ ਤਾਂ ਉਹਦੇ ਨਾਲ ਹੀ ਇਹਨੇ ਕਹਿਤਾ ਵੀ ਮੈਂ 6 ਮਹੀਨਿਆਂ ਦੇ ਵਿੱਚ ਤੁਹਾਨੂੰ ਸਵਰਾਜ ਲੈ ਦੇਣਾ, ਤੁਸੀਂ ਹਿੰਦੂ ਮੁਸਲਿਮ ਏਕਤਾ ਜਿਹੜੀ ਹੈ ਬਣਾ ਲਓ। ਤੇ ਇਦਾਂ ਇਹ ਗਾਂਧੀ ਨੇ ਸਿਰਫ ਸਲੋਗਨ ਹੀ ਨਹੀਂ ਦਿੱਤਾ, ਉਹਨੇ ਮਿਹਨਤ ਵੀ ਬਹੁਤ ਕੀਤੀ ਇਸ ਚੀਜ਼ ਨੂੰ ਵੀ ਹਿੰਦੂ ਮੁਸਲਿਮ ਜਿਹੜੀ ਏਕਤਾ ਹੈਗੀ ਆ ਇਕੱਠੀ ਹੋਵੇ, ਇਹ ਬਰਕਰਾਰ ਰੱਖੇ। ਤੇ ਜਿਸ ਤਰ੍ਹਾਂ ਆਪਾਂ ਉੱਪਰ ਇਹ ਤਾਂ ਗੱਲ ਆਪਾਂ ਆਲਰੇਡੀ ਕਰ ਹੀ ਚੁੱਕੇ ਹੈਗੇ ਆ ਵੀ ਰੌਲਟ ਐਕਟ ਜਿਹੜਾ 2 ਮਾਰਚ ਨੂੰ ਆਇਆ ਹੈਗਾ ਆ। 6 ਮਾਰਚ ਨੂੰ ਗਾਂਧੀ ਨੇ ਇਹਦਾ ਪ੍ਰੋਟੈਸਟ ਦਿੱਤਾ, ਕਾਲ ਦਿੱਤੀ ਵੀ ਤੁਸੀਂ ਸਾਰੇ ਇੰਡੀਆ ਵਿੱਚ ਪ੍ਰੋਟੈਸਟ ਕਰਾਂਗੇ, ਤੇ ਫਿਰ 18 ਅਪ੍ਰੈਲ ਦੇ ਵਿੱਚ ਇਹਨੂੰ ਬੰਦ ਵੀ ਕਰਤਾ। ਇਹਦੇ ਵਿੱਚ ਇਹਨੇ ਗਾਂਧੀ ਨੇ ਕੀ ਦਿੱਤਾ ਸੀਗਾ, ਭਾਸ਼ਣ ਦੇ ਵਿੱਚ ਕਿਹਾ ਸੀਗਾ ਵੀ ਅਸੀਂ ਹਿੰਦੂ ਮੁਸਲਮਾਨ ਰੱਬ ਦੇ ਹੀ ਬੱਚੇ ਆ, ਸਾਡੇ ਜਿਹੜੇ ਸਾਡੇ ਇੱਕੋ ਹੀ ਮਾਂ ਪਿਓ ਆ, ਹਿੰਦੂ ਦਾ ਜਿਹੜਾ ਦੁੱਖ ਹੈ ਉਹੀ ਮੁਸਲਮਾਨ ਦਾ ਦੁੱਖ ਹੈਗਾ ਆ, ਤੇ ਸਾਨੂੰ ਇੱਕ ਦੂਜੇ ਦੇ ਧਰਮ ਦੀ ਜਿਹੜੀ ਇੱਜ਼ਤ ਕਰਨੀ ਚਾਹੀਦੀ ਹੈਗੀ ਹੈ, ਤੇ ਇਹਦੇ ਵਿੱਚ ਸਾਨੂੰ ਕਿਸੇ ਤਰ੍ਹਾਂ ਦਾ ਵੀ ਜਿਹੜਾ ਵਾਇਲੈਂਸ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਕਹਿ ਕੇ ਹਿੰਦੂ ਮੁਸਲਿਮ ਏਕਤਾ ਨੂੰ ਜੋੜਨ ਦੀ ਇਹਨੇ ਹਿੰਦੂ ਮੁਸਲਮਾਨਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਸੀਗੀ ਉਸ ਟਾਈਮ। ਤੇ ਉਸ ਟਾਈਮ ਕੀ ਹੋਇਆ ਸੀਗਾ ਵੀ ਇਹ ਗੱਲ ਸੀਗੀ ਆਪਣੇ ਦੇਖ ਲਓ ਉੱਪਰ ਆਪਾਂ ਗੱਲ ਕਰਕੇ ਹਟੇ ਹਾਂ ਵੀ ਮਾਰਚ ਅਪ੍ਰੈਲ 1919 ਦੇ ਵਿੱਚ। ਉਸ ਤੋਂ ਬਾਅਦ ਕੀ ਹੁੰਦਾ ਆ, ਤੇ ਖਿਲਾਫਤ ਮੂਵਮੈਂਟ 1919 ਦੇ ਵਿੱਚ ਸ਼ੁਰੂ ਹੁੰਦੀ ਹੈਗੀ ਹੈ ਵੀ ਜਿਹਦੇ ਕਿ 2 ਮਕਸਦ ਸੀਗੇ, ਇੱਕ ਖਿਲਾਫਤ ਜਿਹੜਾ ਹੈਗਾ ਉਹਨੂੰ ਬਚਾਉਣਾ, ਸੀਟ ਨੂੰ ਬਚਾਉਣਾ, ਦੂਜਾ ਜਿਹੜੀ ਟਰਕੀ ਅੰਪਾਇਰ ਹੈਗੀ ਹੈ ਜਾਂ ਓਟੋਮਨ ਅੰਪਾਇਰ ਹੈਗੀ ਹੈ ਉਹਨੂੰ ਬਚਾਉਣਾ, ਤੇ ਖਲੀਫ ਨੂੰ ਜਿਹੜਾ ਉਹਦੀ ਪੋਜੀਸ਼ਨ ਹੈ ਟਰਕੀ ਸੁਲਤਾਨ ਦੀ ਉਹਨੂੰ ਬਚਾਉਣਾ। ਇਹ 2 ਮਕਸਦ ਸੀਗੇ ਮੁਸਲਮਾਨਾਂ ਦੇ। ਇਹ ਮੁਸਲਮਾਨ ਇੰਡੀਆ ਵਿੱਚ ਰਹਿੰਦੇ ਸੀਗੇ। ਹੁਣ ਇੱਥੇ ਆਪਣਾ ਜਿਹੜਾ ਕਨੈਕਸ਼ਨ ਕੰਪਲੀਟ ਹੋ ਜਾਂਦਾ, ਇੰਡੀਆ ਦੇ ਮੁਸਲਮਾਨਾਂ ਨੂੰ ਟਰਕੀ ਦੇ ਅੰਪਾਇਰ ਦੇ ਨਾਲ ਕੀ ਲੈਣਾ ਦੇਣਾ ਹੈਗਾ, ਉਹ ਅਲੱਗ ਹੈ, ਇਹ ਕੰਟਰੀ ਅਲੱਗ ਹੈਗਾ, ਪਰ ਇਹ ਇੱਥੇ ਇਦਾਂ ਧਾਰਮਿਕ ਤੌਰ ਤੇ ਇਹ ਜੁੜਦੇ ਹੈਗੇ ਆ। ਇਸ ਕਰਕੇ ਉਹ ਜਿਹੜਾ ਪਿੱਛੇ ਆਪਾਂ ਸਾਰਾ ਕੀਤਾ ਉਹ ਇਸ ਕਰਕੇ ਇਹ ਦੱਸਣਾ ਪਿਆ ਸਾਰਾ ਕੁਝ। ਤੇ ਇਹਦੇ ਵਿੱਚ ਕੀ ਸੀਗਾ ਵੀ ਇਹ ਜਿਹੜੇ ਬਾਬਾ ਸਾਹਿਬ ਕਹਿੰਦੇ ਵੀ ਇਹ ਜਿਹੜੇ 2 ਇਹਨਾਂ ਦੇ ਮੇਨ ਮਕਸਦ ਸੀਗੇ ਨਾ, ਵੀ ਜਿਹੜੇ ਇਹ ਆਪਣੇ ਸ਼ੌਕਤ ਅਲੀ ਹੋ ਗਿਆ, ਮੁਹੰਮਦ ਅਲੀ ਹੋ ਗਿਆ, ਅਬਦੁਲ ਕਲਾਮ ਆਜ਼ਾਦ ਹੋ ਗਿਆ, ਤੇ ਇਹਨਾਂ ਦੇ ਵਿੱਚ ਇਹਨਾਂ ਨੂੰ ਕਾਫੀ ਸਹਿਯੋਗ ਦੇਣ ਵਾਲਾ ਗਾਂਧੀ ਵੀ ਸੀਗਾ ਖਿਲਾਫਤ ਮੂਵਮੈਂਟ ਸ਼ੁਰੂ ਕਰਨ ਦੇ ਵਿੱਚ। ਤੇ ਇਹਨਾਂ ਦੇ 2 ਮਕਸਦ ਆ ਜਿਹੜੇ ਸੀਗੇ, ਬਾਬਾ ਸਾਹਿਬ ਕਹਿੰਦੇ ਵੀ ਜਿਹੜੇ ਇਹਨਾਂ ਦੇ 2 ਟੀਚੇ ਹੈਗੇ ਜਾਂ ਮਕਸਦ ਹੈਗੇ ਆ, ਇਹ ਕਿਸੇ ਹੱਦ ਤੱਕ ਵੀ ਜਿਹੜੇ ਆ ਜਾਇਜ਼ ਨਹੀਂ ਹੈਗੇ। ਕਿਉਂ ਨਹੀਂ ਜਾਇਜ਼ ਹੈਗੇ? ਉਹ ਕਹਿੰਦੇ ਵੀ ਜਿਹੜੇ ਉੱਥੋਂ ਦੇ ਲੋਕ ਹੈਗੇ ਆ, ਟਰਕੀ ਦੇ ਲੋਕ, ਉਹ ਆਪ ਹੀ ਨਹੀਂ ਚਾਹੁੰਦੇ ਹੈਗੇ ਵੀ ਸਾਡਾ ਜਿਹੜਾ ਸੁਲਤਾਨ ਅੱਗੇ ਅਸੀਂ ਜਾਰੀ ਰੱਖੀਏ, ਖਲੀਫ ਦੀ ਪੋਜੀਸ਼ਨ ਜਿਹੜੀ ਜਾਰੀ ਰੱਖੀਏ। ਉਹ ਤਾਂ ਆਪ ਚਾਹੁੰਦੇ ਆ ਵੀ ਅਸੀਂ ਜਿਹੜਾ ਆਪਣਾ ਖਲੀਫ ਨੂੰ ਛੱਡ ਕੇ ਹੁਣ ਇੱਥੇ ਰਿਪਬਲਿਕ ਲਿਆਂਦੀ ਜਾਵੇ, ਇੱਥੇ ਇਲੈਕਟਿਡ ਰਿਪਰੈਜ਼ੈਂਟੇਟਿਵ ਲਿਆਂਦਾ ਜਾਵੇ। ਉਹ ਚਾਹੁੰਦੇ ਨਹੀਂ ਹੈਗੇ ਵੀ ਰਾਜਸ਼ਾਹੀ ਰਹੇ, ਉਹ ਚਾਹੁੰਦੇ ਆ ਰਾਜਸ਼ਾਹੀ ਨੂੰ ਖਤਮ ਕਰਕੇ ਅਸੀਂ ਇੱਥੇ ਰਾਜਤੰਤਰ ਆਪਣੇ ਗਣਤੰਤਰ ਲਿਆ ਜਾਵੇ। ਤੇ ਇਹ ਜਿਹੜੀ ਚੀਜ਼ ਹੈਗੀ ਹੈ ਕਹਿੰਦੇ ਵੀ ਇਹ ਆਪਾਂ ਜਦੋਂ ਲੋਕੀ ਉੱਥੇ ਤੇ ਚਾਹੁੰਦੇ ਨਹੀਂ ਹੈਗੇ, ਤੇ ਔਰ ਉਹ ਕੀ ਚਾਹੁੰਦੇ ਹੈਗੇ ਆ ਵੀ ਬਾਕੀ ਜਿਹੜਾ ਉਹਨਾਂ ਦੇ ਅੰਡਰ ਜਿਹੜੇ ਓਟੋਮਨ ਐਮਪਾਇਰ ਦੇ ਅੰਡਰ ਜਿਹੜੀਆਂ ਬਾਕੀ ਕੰਟਰੀਜ਼ ਆਉਂਦੀਆਂ ਸੀਗੀਆਂ, ਬਾਕੀ ਨੈਸ਼ਨੈਲਿਟੀਜ਼ ਆਉਂਦੀਆਂ ਸੀਗੀਆਂ, ਉਹ ਸੈਲਫ ਡਿਟਰਮੀਨੇਸ਼ਨ ਸਿਧਾਂਤ ਦੇ ਅਧੀਨ ਉਹ ਚਾਹੁੰਦੇ ਸੀਗੇ। ਉਹਨਾਂ ਦੀ ਜਿਹੜੀ ਹੈਗੀ ਆ ਪੀਸ ਸੈਟਲਮੈਂਟ ਹੋ ਗਈ ਸੀਗੀ, ਉਹ ਅਲੱਗ-ਅਲੱਗ ਹੋ ਚੁੱਕੇ ਸੀਗੇ ਆਲਰੇਡੀ। ਤੇ ਇਸ ਕਰਕੇ ਜਿਹੜਾ ਸੀਗੇ ਟਰਕੀ ਦੇ ਜਿਹੜੇ ਲੋਕ ਸੀਗੇ ਉਹ ਚਾਹੁੰਦੇ ਸੀਗੇ ਅਸੀਂ ਰਾਜਸ਼ਾਹੀ ਖਤਮ ਕਰਕੇ ਇੱਕ ਰਿਪਬਲਿਕ ਬਣਾਈ ਜਾਵੇ। ਤੇ ਇਹ ਜਿਹੜੇ ਲੋਕ ਇੱਥੇ ਜਿਹੜੀ ਮੂਵਮੈਂਟ ਚਲਾ ਰਹੇ ਆ ਬਿਲਕੁਲ ਹੀ ਇਹ ਬੇਬੁਨਿਆਦ ਹੈਗੀ ਆ। ਤੇ ਇਹ ਤਾਂ ਕਿਉਂਕਿ ਮੁਸਲਮਾਨ ਖਲੀਫ ਦੇ ਨਾਲ ਜਾਂ ਉਹਨਾਂ ਦੇ ਜਿਹੜਾ ਕ੍ਰਿਸਚਨ ਜਿਹੜੇ ਹੈਗੇ ਪੋਪ ਦੇ ਨਾਲ ਜੁੜੇ ਹੁੰਦੇ, ਇਦਾਂ ਉਹਦੇ ਨਾਲ ਜੁੜੇ ਸੀਗੇ। ਪਰ ਗਾਂਧੀ ਜਿਹੜਾ ਸੀਗਾ ਇਹਨਾਂ ਤੋਂ ਇੱਕ ਸਟੈਪ ਅੱਗੇ ਲੰਘ ਗਿਆ। ਤੇ ਗਾਂਧੀ ਨੇ ਜਿਹੜਾ ਸਟੈਂਡ ਲਿਆ ਸੀਗਾ ਵੀ ਮੈਂ ਇਹਨਾਂ ਦਾ ਕਹਿੰਦੇ ਵੀ ਪੂਰਾ ਇਹਨਾਂ ਦੇ ਨਾਲ ਖੜਾ ਹੈਗਾ ਆ। ਤੇ ਕਈ ਲੋਕਾਂ ਨੇ ਗਾਂਧੀ ਨੂੰ ਮਨਾ ਵੀ ਕੀਤਾ ਵੀ ਇਹ ਨੈਤਿਕ ਤੌਰ ਤੇ ਜਿਹੜਾ ਹੈਗਾ ਸਹੀ ਨਹੀਂ ਹੈਗਾ ਜਿਹੜਾ ਤੂੰ ਇਹਨਾਂ ਦੀ ਮਦਦ ਕਰ ਰਿਹਾ ਹੈ, ਕਿਉਂਕਿ ਉੱਥੇ ਦੇ ਲੋਕ ਨਹੀਂ ਚਾਹੁੰਦੇ ਹੈਗੇ, ਤੂੰ ਉਹਨਾਂ ਨੂੰ ਵੈਸੇ ਹੀ ਉਲਟਾ ਦੱਸ ਰਿਹਾ ਹੈਗਾ ਆ। ਤੇ ਗਾਂਧੀ ਕਹਿੰਦਾ ਨਹੀਂ ਜੀ, ਗਾਂਧੀ ਇਸ ਚੀਜ਼ ਨਾਲ ਪੂਰਾ ਸਹਿਮਤ ਸੀਗਾ ਵੀ ਜਿਹੜੀ ਖਿਲਾਫਤ ਮੂਵਮੈਂਟ ਹੈਗੀ ਆ ਮੁਹੰਮਦ ਅਲੀ ਤੇ ਇਹਨਾਂ ਨੇ ਭਰਾਵਾਂ ਨੇ ਜਿਹੜੇ ਅਲੀ ਬ੍ਰਦਰਸ ਨੇ ਸ਼ੁਰੂ ਕੀਤੀ ਆ, ਮੈਂ ਇਹਦੇ ਨਾਲ ਪੂਰਾ ਸਹਿਮਤ ਹੈਗਾ ਆ। ਇਹਦੇ ਨਾਲ ਹੀ ਜਿਹੜੀ ਇਹਨਾਂ ਨੂੰ ਜਿਹੜਾ ਨਿਆਂ ਮਿਲਣਾ ਹੈਗਾ ਆ। ਤੇ ਗਾਂਧੀ ਨੇ ਅਖਬਾਰ ਵਿੱਚ ਵੀ ਲਿਖਿਆ ਸੀਗਾ, ਕਹਿੰਦਾ ਵੀ ਜਿਹੜਾ ਟਰਕਿਸ਼ ਲੋਕਾਂ ਦਾ ਕਲੇਮ ਹੈਗਾ ਆ ਉਹ ਕਹਿੰਦੇ ਵੀ ਨੈਤਿਕ ਵੀ ਹੈਗਾ ਆ, ਨਿਆਂ ਸੰਗਤ ਵੀ ਹੈਗਾ ਆ। ਤੇ ਟਰਕੀ ਨੂੰ ਪੂਰਾ ਹੱਕ ਹੈਗਾ ਵੀ ਜੋ ਉਹਨਾਂ ਦੇ ਹੱਥ ਵਿੱਚ ਪਹਿਲਾਂ ਸੀਗਾ ਜਿਹੜਾ ਸਮਰਾਜ ਸੀਗਾ ਤੇ ਉਹਨੂੰ ਉਹ ਰੱਖਣ। ਤੇ ਇੱਕ ਟਰਕਿਸ਼ ਸੁਜ਼ਰੈਨਿਟੀ ਦੇ ਹੇਠਾਂ ਭਾਵ ਵੀ ਜਿਹੜੇ ਆਲੇ ਦੁਆਲੇ ਦੇ ਜਿਹੜੇ ਕੰਟਰੀ ਸੀਗੇ ਉਹਨਾਂ ਦੇ ਹੇਠਾਂ ਰਹਿਣ,
ਪਰ ਪਹਿਲਾਂ ਵਾਂਗੂ ਨਾ ਰਹਿਣ, ਵੀ ਸੁਜ਼ਰੈਨਿਟੀ ਦੇ ਹੇਠ ਅੰਡਰ ਰਹਿਣ। ਜਿੱਦਾਂ ਜਿਹੜਾ ਪ੍ਰਿੰਸਲੀ ਸਟੇਟਸ ਇੰਡੀਆ ਦੇ ਵਿੱਚ ਸੀਗੇ, ਉਹ ਬ੍ਰਿਟਿਸ਼ ਸੁਜ਼ਰੈਨਿਟੀ ਦੇ ਅੰਡਰ ਆਉਂਦੇ ਹੁੰਦੇ ਸੀਗੇ। ਪ੍ਰਿੰਸਲੀ ਸਟੇਟਸ, ਨਾਟ ਜਿਹੜੇ ਪ੍ਰੋਵਿੰਸ਼ੀਅਲ ਬ੍ਰਿਟਿਸ਼ ਪ੍ਰੋਵਿੰਸਸ ਸੀਗੇ, ਤੇ ਉਹਦਾ ਦੀ ਸੁਜ਼ਰੈਨਿਟੀ ਚਾਹੁੰਦਾ ਸੀਗਾ ਗਾਂਧੀ। ਤੇ ਉਹ ਕਹਿੰਦਾ ਵੀ ਟਰਕੀ ਜਿਹੜੇ ਹੈਗੇ ਲੋਕ ਹੈਗੇ ਆ, ਉਹ ਕਮਜ਼ੋਰ ਹੈਗੇ ਆ, ਕਿਉਂਕਿ ਉਹਨਾਂ ਦਾ ਜਿਹੜਾ ਜਰਨੈਲ ਹੈਗਾ ਆ ਉਹ ਕਮਜ਼ੋਰ ਹੈਗਾ ਆ, ਉਹਨਾਂ ਨੂੰ ਲੀਡਰ ਜਿਹੜਾ ਕਮਜ਼ੋਰ ਹੈਗਾ ਆ, ਤੇ ਜੇ ਉਹਨਾਂ ਨੂੰ ਕੋਈ ਸਹੀ ਦਿਸ਼ਾ ਦੇਣ ਨਾਲ ਮਿਲ ਜਾਵੇ ਤੇ ਉਹ ਫਿਰ ਸੰਭਲ ਜਾਣਗੇ ਤੇ ਆਪਣੇ ਰਾਸਤੇ 'ਚ ਆ ਜਾਣਗੇ। ਤੀਸਰਾ ਪੁਆਇੰਟ ਕਹਿੰਦਾ ਵੀ ਮੈਂ, ਕਿਉਂਕਿ ਮੇਰਾ ਜਿਹੜਾ ਇੰਟਰਸਟ ਜਿਹੜਾ ਹੈਗਾ ਟਰਕੀ ਜਾਂ ਟਰਕਿਸ਼ ottoman empire ਨੇ, ਇਸ ਕਰਕੇ ਕਿਉਂਕਿ ਮੈਨੂੰ ਮੇਰੇ ਆਪਣੇ ਦੇਸ਼ ਦੇ ਮੁਸਲਮਾਨਾਂ ਨਾਲ ਪਿਆਰ ਹੈਗਾ ਆ। ਤੇ ਚੌਥਾ ਕਹਿੰਦਾ ਆ ਵੀ ਜਿਹੜੇ ਹਿੰਦੂ ਆ, ਮੈਂ ਆਪਣੇ ਹਿੰਦੂ ਭਰਾਵਾਂ ਨੂੰ ਵੀ ਇਹੀ ਕਹਾਂਗਾ ਵੀ ਮੁਸਲਮਾਨਾਂ ਦੀ ਇਹ ਮਦਦ ਕਰਨ, ਤਾਂ ਕਿ ਜਿਹੜੇ ਅਲੀ ਬ੍ਰਦਰਸ ਲੱਗੇ ਹੈਗੇ ਆ ਵੀ ਖਲੀਫਾਤ ਨੂੰ ਬਚਾਉਣ ਲਈ ਉਹ ਚੀਜ਼ ਵਿੱਚ ਇਹਨਾਂ ਦੀ ਮਦਦ ਹੋਵੇ। ਇਹ ਜਿਹੜੇ ਪੁਆਇੰਟਸ ਆ ਗਾਂਧੀ ਆਪਣਾ ਅਖਬਾਰ ਦੇ ਵਿੱਚ ਇਹ ਦੱਸਦਾ ਹੈਗਾ ਆ। ਤੇ ਅੱਗੇ ਜਿਹੜਾ ਆਪਾਂ ਨੂੰ ਦੱਸਿਆ ਜਾਂਦਾ ਹੈਗਾ ਆ ਵੀ ਹੁਣ ਖਿਲਾਫਤ ਮੂਵਮੈਂਟ ਦੇ ਵਿੱਚੋਂ ਹੀ ਨਾਨ ਕੋਆਪਰੇਸ਼ਨ ਜਿਹੜੀ ਹੈਗੀ ਆ, ਜਾਂ ਕਹਿ ਸਕਦੇ ਇਹਨੂੰ ਪੰਜਾਬੀ ਮੰਦੂਲੀ ਕਹਿ ਸਕਦੇ ਆ, ਤੇ ਇਹ ਜਿਹੜੀ ਮੂਵਮੈਂਟ ਸੀਗੀ ਇਹ ਅਸਲ ਵਿੱਚ ਕਾਂਗਰਸ ਨੇ ਨਹੀਂ ਸ਼ੁਰੂ ਕੀਤੀ ਸੀ। ਇਹ ਸ਼ੁਰੂ ਜਿਹੜੇ ਸੀ ਖਿਲਾਫਤ ਨੇ ਕੀਤੀ ਸੀ, ਕਾਂਗਰਸ ਨੇ ਫਿਰ ਇਹਨੂੰ ਆਪਣਾ ਓਨ ਕਰ ਲਿਆ ਸੀਗਾ। ਤੇ ਹੋਇਆ ਕਿਦਾਂ ਸੀਗਾ, ਇਹਦੇ ਵਿੱਚ ਮੈਂ ਇਹਦਾ ਟੇਬਲਸ ਬਣਾਏ, ਇਹਦੇ ਡੇਟਸ ਲਿਖੀ ਆ। ਜਿੱਦਾਂ ਆਪਾਂ ਨੂੰ ਦੱਸਿਆ ਜਾਂਦਾ ਵੀ 7 ਸਤੰਬਰ 1920 ਦੇ ਵਿੱਚ ਕਾਂਗਰਸ ਸੈਸ਼ਨ ਜਿਹੜਾ ਕਲਕੱਤੇ ਵਿੱਚ ਹੋਇਆ ਸੀਗਾ, ਉਹਦੇ ਵਿੱਚ ਇਹਨਾਂ ਨੇ ਆਪਣੀ ਜਿਹੜੀ ਆ ਨਾਨ ਕੋਆਪਰੇਸ਼ਨ ਮੂਵਮੈਂਟ ਕਾਂਗਰਸ ਨੇ ਸ਼ੁਰੂ ਕੀਤੀ ਆ ਗਾਂਧੀ ਦੇ ਹੇਠਾਂ। ਹੁਣ ਇਹ ਤੋਂ ਪਹਿਲਾਂ ਕਿਹੜੀਆਂ ਘਟਨਾਵਾਂ ਹੁੰਦੀਆਂ ਉਹ ਵੀ ਜਾਣਨਾ ਜ਼ਰੂਰੀ ਹੈਗਾ। 7 ਸਤੰਬਰ ਦੀ ਗੱਲ ਆ। ਹੁਣ ਆਪਾਂ ਬੈਕ ਜਾਵਾਂਗੇ 1 ਸਾਲ ਪਹਿਲਾਂ, 27 ਅਕਤੂਬਰ 1919 ਦੇ ਵਿੱਚ ਜਿਹੜਾ ਸੀਗਾ ਖਿਲਾਫਤ ਮੂਵਮੈਂਟ ਸ਼ੁਰੂ ਹੁੰਦੀ ਹੈ। ਇਹ ਖਿਲਾਫਤ ਡੇ ਮਨਾਉਂਦੇ ਆ ਅਲੀ ਬ੍ਰਦਰਸ, ਤੇ ਉਹਦੇ ਵਿੱਚ ਗਾਂਧੀ ਵੀ ਉੱਥੇ ਹੁੰਦਾ ਇਹਨਾਂ ਨਾਲ। ਤੇ ਉਸ ਟਾਈਮ ਮੁਸਲਮਾਨ ਚਾਹੁੰਦੇ ਆ ਵੀ ਜਿਹੜੇ ਹਿੰਦੂਆਂ ਦੀ ਸਪੋਰਟ ਵੀ ਹੋਵੇ ਇਹਨਾਂ ਨੂੰ। ਤੇ 23 ਨਵੰਬਰ ਨੂੰ ਇਹ ਕੀ ਕਰਦੇ ਆ, ਪਹਿਲੀ ਕਾਨਫਰੰਸ ਰੱਖਦੇ ਦਿੱਲੀ ਦੇ ਵਿੱਚ। ਜਿਹੜਾ ਖਿਲਾਫਤ ਡੇ ਹੁੰਦਾ 27 ਅਕਤੂਬਰ 1919 ਦੇ ਵਿੱਚ, ਉਹਦੇ ਵਿੱਚ ਗਾਂਧੀ ਨਹੀਂ ਹੁੰਦਾ। ਉਹਦੇ ਵਿੱਚ ਪਹਿਲਾਂ ਖਿਲਾਫਤ ਡੇ ਮਨਾਉਂਦੇ ਆ ਵੀ ਅਸੀਂ ਜਿਹੜੀ ਜੰਗ ਜਿਹੜੀ ਖਲੀਫ ਨੂੰ ਬਚਾਉਣ ਲਈ ਆਪਣੀ ਲੜਾਈ ਛੇੜਦੀ ਆ ਭਾਰਤ ਵਿੱਚੋਂ। ਤੇ ਅਗਲੇ ਮਹੀਨੇ 23 ਨਵੰਬਰ ਨੂੰ 1919 ਦੇ ਵਿੱਚ ਪਹਿਲੀ ਕਾਨਫਰੰਸ ਹੁੰਦੀ ਖਿਲਾਫਤ ਦੀ ਦਿੱਲੀ ਦੇ ਵਿੱਚ। ਤੇ ਉਹਦੇ ਵਿੱਚ ਇਹ ਦੇਖਦੇ ਆ ਵੀ ਕੀ ਅਸੀਂ ਜਿਹੜੀ ਹੈ ਹੁਕਮਦੁਲੀ ਜਾਂ ਨਾਨ ਕੋਆਪਰੇਸ਼ਨ ਇਹ ਚੀਜ਼ ਨੂੰ ਇੱਕ ਹਥਿਆਰ ਦੀ ਤਰ੍ਹਾਂ ਵਰਤ ਸਕਦੇ ਆ। ਔਰ ਗਾਂਧੀ ਵੀ ਇਹਦੇ ਵਿੱਚ ਹੁੰਦਾ, ਗਾਂਧੀ ਵੀ ਇਹ ਚੀਜ਼ ਦਾ ਹਮਾਇਤ ਕਰਦਾ, ਕਿਉਂਕਿ ਉਸ ਵੇਲੇ ਮੁਸਲਮਾਨਾਂ ਨੂੰ ਜਿਹੜਾ ਹੈਗਾ ਹਿੰਦੂਆਂ ਦੀ ਸਪੋਰਟ ਦੀ ਲੋੜ ਹੁੰਦੀ ਹੈ। ਫਿਰ ਨਵੰਬਰ ਦਸੰਬਰ ਚਲਾ ਜਾਂਦਾ, ਜਨਵਰੀ ਚਲ ਜਾਂਦਾ, ਫਰਵਰੀ ਚਲ ਜਾਂਦਾ। ਤੇ 10 ਮਾਰਚ 1920 ਦੇ ਵਿੱਚ ਮੁਸਲਮਾਨ ਜਿਹੜੇ ਹੈਗੇ ਆ ਪੂਰਾ ਹੀ ਸਹਿਮਤ ਹੋ ਜਾਂਦੇ ਆ ਵੀ ਜਿਹੜੀ ਨਾਨ ਕੋਆਪਰੇਸ਼ਨ ਆ ਇਹ ਇੱਕ ਐਜੀਟੇਸ਼ਨ ਦਾ ਬਹੁਤ ਵਧੀਆ ਹਥਿਆਰ ਹੈਗਾ ਆ। ਤੇ ਉਸ ਤੋਂ ਬਾਅਦ ਅਪ੍ਰੈਲ ਚਲਾ ਜਾਂਦਾ। ਫਿਰ 3 ਜੂਨ ਨੂੰ ਕੀ ਹੁੰਦਾ ਹੈ 1920 ਦੇ ਵਿੱਚ, ਮੁਸਲਮਾਨਾਂ ਤੇ ਕਾਂਗਰਸ ਦੀ ਜਿਹੜੀ ਆ ਖਿਲਾਫਤ ਮੂਵਮੈਂਟ ਦੇ ਮੁਸਲਮਾਨ ਤੇ ਕਾਂਗਰਸ ਦੀ ਇਲਾਹਾਬਾਦ ਵਿੱਚ ਜੁਆਇੰਟ ਮੀਟਿੰਗ ਹੁੰਦੀ ਹੈ, ਜਿਹਦੇ ਵਿੱਚ ਸਪਰੂ ਤੇ ਜਵਾਹਰ ਲਾਲ ਨਹਿਰੂ ਦਾ ਪਿਓ ਮੋਤੀ ਲਾਲ ਨਹਿਰੂ ਤੇ ਐਨੀ ਬੇਸੰਤ ਇਹ ਸਾਰੇ ਹੀ ਇਹਦੇ ਵਿੱਚ ਜਾਂਦੇ ਹੈਗੇ ਆ। ਫਿਰ 6 ਦਿਨਾਂ ਬਾਅਦ 9 ਜੂਨ 1920 ਦੇ ਵਿੱਚ ਖਿਲਾਫਤ ਕਾਨਫਰੰਸ ਇਲਾਹਾਬਾਦ ਜਿਹਦੀ ਦੁਆਰਾ ਫਿਰ ਹੁੰਦੀ ਆ। ਉਹਦੇ ਵਿੱਚ ਗਾਂਧੀ ਸਿਰਫ ਇਕੱਲਾ ਹੀ ਇੱਕ ਹਿੰਦੂ ਹੁੰਦਾ, ਬਾਕੀ ਸਾਰੇ ਮੁਸਲਮਾਨ ਹੀ ਹੁੰਦੇ ਆ। ਔਰ ਉਹ ਪੂਰਾ ਪ੍ਰੋਗਰਾਮ ਕਰਦੇ ਆ ਵੀ ਨਾਨ ਕੋਆਪਰੇਸ਼ਨ ਲਾਂਚ ਕਿੱਦਾਂ ਕਰਨੀ ਹੈਗੀ ਆ। ਫਿਰ 22 ਜੂਨ ਨੂੰ 2 ਹਫ਼ਤੇ ਬਾਅਦ 1920 ਦੇ ਵਿੱਚ ਮੁਸਲਮਾਨ ਜਿਹੜਾ ਹੈਗਾ ਆ ਉਸ ਟਾਈਮ ਦੇ ਬ੍ਰਿਟਿਸ਼ ਵਾਇਸਰਾਏ ਨੂੰ ਮੈਸੇਜ ਭੇਜਦੇ ਆ ਵੀ ਜੇ ਤੁਸੀਂ ਸਾਡੀ ਗੱਲ ਨਾ ਮੰਨੀ, ਤੇ ਕਿਉਂਕਿ ਉਸ ਟਾਈਮ ਬ੍ਰਿਟਿਸ਼ ਜਿਹੜਾ ਸੀਗਾ ਉਹ ਜਿੰਨੀਆਂ ਵੀ ਟੈਰੀਟਰੀ ਸੀਗੀਆਂ ottoman empire ਦੀਆਂ ਸਾਰੀਆਂ ਹੀ ਉਹ ਹਥਿਆਉਣ ਦੇ ਵਿੱਚ ਬਿਜ਼ੀ ਸੀਗਾ। ਤੇ ਇਹਨਾਂ ਨੂੰ ਸੀਗਾ ਬ੍ਰਿਟਿਸ਼ ਨੂੰ ਪ੍ਰੈਸ਼ਰ ਪਾਇਆ ਜਾਊਗਾ ਇੱਥੋਂ, ਤੇ ਬ੍ਰਿਟਿਸ਼ ਜਿਹੜੀ ਹੈਗੇ ਉੱਥੋਂ ਜਿਹੜਾ ottoman ਦੇ ਉੱਤੋਂ ਜਿਹੜਾ ਹੱਥ ਚੱਕ ਲੈਣਗੇ। ਕਹਿੰਦੇ ਵੀ 1 ਅਗਸਤ ਦਿਨੇ ਤੁਹਾਨੂੰ 1920 ਤੱਕ, ਜੇ ਤੁਸੀਂ ਨਹੀਂ ਕੀਤਾ ਤੇ ਅਸੀਂ ਜਿਹੜੀ ਹੈਗੀ ਹੈ ਨਾਨ ਕੋਆਪਰੇਸ਼ਨ ਮੂਵਮੈਂਟ ਲਾਂਚ ਕਰ ਦੇਣੀ ਆ। ਉਦੋਂ ਗਾਂਧੀ ਵੀ ਚਿੱਠੀ ਲਿਖਦਾ ਹੈ ਵਾਇਸਰਾਏ ਨੂੰ ਬਈ ਜਿਹੜੀ ਖਿਲਾਫਤ ਮੂਵਮੈਂਟ ਆ ਉਹਨੂੰ ਵਾਜਬ ਠਹਿਰਾਉਣ ਲਈ। ਫਿਰ 1 ਹਫ਼ਤੇ ਬਾਅਦ 30 ਜੂਨ 1920 ਦੇ ਵਿੱਚ ਖਿਲਾਫਤ ਕਮੇਟੀ ਬੈਠਦੀ ਹੈ, ਤੇ ਉਹਦੇ ਵਿੱਚ ਇਹ ਰੈਜ਼ੋਲੂਸ਼ਨ ਪਾਸ ਕਰਦੇ ਆ ਵੀ ਅਸੀਂ ਨਾਨ ਜਿਹੜੀ ਆ ਕੋਆਪਰੇਸ਼ਨ ਮੂਵਮੈਂਟ ਸਟਾਰਟ ਕਰ ਦੇਣੀ ਹੈਗੀ ਆ। 1 ਜੁਲਾਈ ਆਉਂਦੀ ਹੈਗੀ ਆ 1920, ਉਹਦੇ ਵਿੱਚ ਕੀ ਹੈਗਾ ਆ ਵੀ ਗਾਂਧੀ ਜਿਹੜਾ ਹੁੰਦਾ ਹੈਗਾ ਆ ਉਹ ਵਾਇਸਰਾਏ ਨੂੰ ਨੋਟਿਸ ਭੇਜਦਾ ਹੈਗਾ ਆ ਵੀ ਅਸੀਂ ਜਿਹੜੀ ਹੈਗੀ ਆ 1 ਮਹੀਨੇ ਦੇ ਬਾਅਦ
ਜਿਹੜੀ ਹੈ ਖਿਲਾਫਤ ਮੂਵਮੈਂਟ ਸ਼ੁਰੂ ਕਰ ਦੇਣੀ ਹੈਗੀ ਆ। ਇਹਦੇ ਵਿੱਚ ਜਿਹੜੇ ਖਿਲਾਫਤ ਮੂਵਮੈਂਟ ਦੇ ਮੁਸਲਮਾਨ ਹੁੰਦੇ ਉਹ ਨਹੀਂ ਭੇਜਦਾ, ਗਾਂਧੀ ਆਪ ਨੋਟਿਸ ਭੇਜਦਾ ਵਾਇਸਰਾਏ ਨੂੰ। ਫਿਰ 1 ਅਗਸਤ, 1 ਮਹੀਨੇ ਬਾਅਦ 1 ਅਗਸਤ ਆ ਜਾਂਦੀ 1920 ਦੇ ਵਿੱਚ, ਇਹ ਨਾਨ ਕੋਆਪਰੇਸ਼ਨ ਮੂਵਮੈਂਟ, ਖਿਲਾਫਤ ਮੂਵਮੈਂਟ ਜਿਹੜੀ ਹੈਗੀ ਆ, ਖਿਲਾਫਤ ਮੂਵਮੈਂਟ ਦੇ ਲੋਕ ਜਿਹੜੇ ਹੈਗੇ ਆ ਨਾਨ ਕੋਆਪਰੇਸ਼ਨ ਲਾਂਚ ਕਰ ਦਿੰਦੇ ਆ। ਉਹਦੇ ਵਿੱਚ ਪਹਿਲਾਂ ਗਾਂਧੀ ਕੀ ਕਰਦਾ, ਆਪਣਾ ਜਿਹੜਾ ਉਹਨੂੰ ਮੈਡਲ ਮਿਲਿਆ ਹੁੰਦਾ ਆ ਬ੍ਰਿਟਿਸ਼ ਸਰਕਾਰ ਵੱਲੋਂ, ਕਿਉਂਕਿ ਬ੍ਰਿਟਿਸ਼ ਆਰਮੀ ਦੇ ਵਿੱਚ ਕੰਮ ਕਰਦਾ ਹੁੰਦਾ ਸੀ ਇੱਕ ਟਾਈਮ ਸਾਊਥ ਅਫਰੀਕਾ ਦੇ ਵਿੱਚ, ਉਹਦੇ ਵਿੱਚ ਉਹਨੂੰ ਮੈਡਲ ਮਿਲਦਾ। ਉਹ ਜਿਹੜਾ ਮੈਡਲ ਉਹਨੂੰ ਵਾਪਸ ਕਰ ਦਿੰਦਾ ਵੀ ਮੈਂ ਮੈਡਲ ਨਹੀਂ ਚਾਹੁੰਦਾ ਹੈਗਾ, ਵੀ ਅਸੀਂ ਇਹਨੂੰ ਤੁਹਾਡੀ ਜਿਹੜੀ ਹੁਕਮ ਦੂਲੀ ਕਰਦੇ ਆ, ਤੇ ਨਾਨ ਕੋਆਪਰੇਸ਼ਨ ਜਿਹੜੀ ਹੈ ਸ਼ੋਅ ਕਰਦਾ ਆਪਣੀ। ਤੇ 1 ਅਗਸਤ ਤੋਂ ਲੈ ਕੇ ਫਿਰ ਜਿਹੜਾ ਹੈਗਾ 1 ਸਤੰਬਰ ਤੱਕ ਗਾਂਧੀ ਤੇ ਅਲੀ ਬ੍ਰਦਰਸ ਜਿਹੜੇ ਹੈਗੇ ਸਾਰੇ ਬ੍ਰਿਟਿਸ਼ ਭਾਰਤ ਦੇ ਵਿੱਚ ਇਹ ਦੌਰਾ ਕਰਦੇ ਆ, ਤਾਂ ਕਿ ਹਿੰਦੂ ਮੁਸਲਿਮ ਏਕਤਾ ਜਿਹੜੀ ਹੈ ਬਣੀ ਰਹੇ। ਤੇ ਇਹਦੇ ਵਿੱਚ ਉਸ ਤੋਂ ਬਾਅਦ ਦੇਖ ਲਓ, ਇਹ ਹੈਗਾ 1 ਸਤੰਬਰ ਤੱਕ। ਔਰ 7 ਸਤੰਬਰ ਨੂੰ ਕਾਂਗਰਸ ਕੀ ਕਰਦੀ ਹੈ, ਕਲਕੱਤਾ ਦੇ ਸੈਸ਼ਨ ਦੇ ਵਿੱਚ ਕਹਿੰਦੀ ਆ ਵੀ ਅਸੀਂ ਵੀ ਕਾਂਗਰਸ ਦੇ ਪਲੇਟਫਾਰਮ ਤੋਂ ਅਸੀਂ ਵੀ ਨਾਨ ਕੋਆਪਰੇਸ਼ਨ ਮੂਵਮੈਂਟ ਜਿਹੜੀ ਸਟਾਰਟ ਕਰਨੀ ਹੈਗੀ ਆ। ਇਹ ਸਾਰੀ ਬੈਕਗ੍ਰਾਉਂਡ ਹੈ ਜਿਹੜੀ ਨਾਨ ਕੋਆਪਰੇਸ਼ਨ ਮੂਵਮੈਂਟ ਜਿਹੜੀ ਖਿਲਾਫਤ ਮੂਵਮੈਂਟ ਦਾ ਹਿੱਸਾ ਸੀਗੀ। ਫਿਰ ਇਹਨਾਂ ਨੇ, ਕਾਂਗਰਸ ਨੇ ਇੱਕ ਆਪਣਾ ਹਥਿਆਰ ਬਣਾ ਕੇ ਲਾਂਚ ਕੀਤੀ ਹੈ। ਤੇ ਇਹਦੇ ਵਿੱਚ ਦੇਖਣ ਨੂੰ ਕੀ ਮਿਲਦਾ, ਬਾਅਦ ਵਿੱਚ 1920 ਸਤੰਬਰ ਤੋਂ ਬਾਅਦ ਜਦੋਂ ਇਹਨਾਂ ਦੇ ਜੁਆਇੰਟ ਸਪੀਚਸ ਹੁੰਦੀਆਂ ਗਾਂਧੀ ਦੀਆਂ, ਅਲੀ ਬ੍ਰਦਰਸ ਸੀ, ਇਹਨਾਂ ਦੇ ਵਿੱਚ ਥੋੜਾ ਜਿਹਾ ਤਣਾਅ ਦੇਖਦਾ ਵੀ ਕੋਈ ਇੱਕ ਸਾਈਡ ਨੂੰ ਜਾ ਰਿਹਾ, ਦੂਸਰਾ ਜਿਹੜਾ ਹੈ ਦੂਸਰੀ ਸਾਈਡ ਨੂੰ ਜਾ ਰਿਹਾ ਹੈਗਾ ਆ। ਤੇ ਇਹ ਜਿਹੜਾ ਤਣਾਅ ਲੋਕਾਂ ਨੂੰ ਵੀ ਸਮਝ ਆਉਣ ਲੱਗ ਪੈਂਦਾ ਹੈਗਾ ਵੀ ਇਹ ਜਿਹੜਾ ਫਰਕ ਕਿਉਂ ਆ ਰਿਹਾ ਹੈਗਾ ਆ। ਤੇ ਉਸ ਤੋਂ ਬਾਅਦ ਆਪਾਂ ਹੁਣ ਗੱਲ ਕਰਾਂਗੇ ਵੀ ਇਹਦੀ ਬੈਕਗ੍ਰਾਉਂਡ ਜਿਹੜੀ ਹੈਗੀ ਆ ਕਿੱਥੋਂ ਸ਼ੁਰੂ ਹੁੰਦੀ ਹੈਗੀ ਆ। ਜਿਹੜੀ 1916 ਲਖਨਊ ਪੈਕਟ ਹੁੰਦਾ ਹੈ, ਕਾਂਗਰਸ ਜਿਹੜੀ ਹੈਗੀ ਆ ਪਹਿਲਾਂ ਤੋਂ ਹੀ ਉਹ ਇਹ ਕੋਸ਼ਿਸ਼ 'ਚ ਰਹੀ ਹੈ ਵੀ ਮੁਸਲਿਮ ਲੀਗ ਦੇ ਨਾਲ ਕਿੱਦਾਂ ਸਮਝੌਤਾ ਕਰਕੇ ਉਹ ਆਪਣਾ ਜਿਹੜਾ ਕੰਮ ਕਢਾ ਸਕੇ। ਇਸੇ ਕਰਕੇ ਇਹਨਾਂ ਨੇ 1916 ਦੇ ਵਿੱਚ ਲਖਨਊ ਪੈਕਟ ਕੀਤਾ ਸੀਗਾ, ਜਿਹਦੇ ਵਿੱਚ ਮੁਸਲਿਮ ਲੀਗ ਦੀਆਂ ਸਾਰੀਆਂ ਮੰਗਾਂ ਮੰਨਣ ਨੂੰ ਇਹ ਤਿਆਰ ਹੋ ਜਾਂਦੇ ਹੈਗੇ। ਤੇ ਇਹਦੇ ਜਿਹੜਾ ਜ਼ਿਕਰ ਦੱਸਦਾ ਹੈਗਾ ਆ ਵੀ ਜਿਹੜਾ ਆਪਣੇ ਸਵਾਮੀ ਸ਼ਰਧਾਨੰਦ ਆ, ਲਿਬਰੇਟਰ ਦਾ, ਆਪਣੇ ਲਿਬਰੇਟਰ ਮੈਂ ਜਰਨਲ ਆਉਂਦਾ ਸੀਗਾ, ਵੀਕਲੀ ਜਰਨਲ ਸੀਗਾ, ਉਹਦਾ ਜਿਹੜਾ ਐਡੀਟਰ ਸੀਗਾ ਸਵਾਮੀ ਸ਼ਰਧਾਨੰਦ। ਇਹ ਇਹਨਾਂ ਬਾਰੇ, ਕਾਂਗਰਸ ਦੇ ਬਾਰੇ ਦੱਸਦਾ ਹੈਗਾ ਵੀ ਇਹ ਕੀ ਦੱਸਦੇ ਹੈਗੇ ਆ। ਤੇ ਜਦੋਂ ਇਹਨਾਂ ਦੀ ਮੀਟਿੰਗ ਹੋਈ ਸੀਗੀ ਆਪਣੇ ਲਖਨਊ ਦੇ ਵਿੱਚ, ਉਹਦੇ ਵਿੱਚ ਕਾਂਗਰਸ ਦੀ ਜਦੋਂ ਮੀਟਿੰਗ ਹੋਈ ਸੀ ਉਹਦੇ ਵਿੱਚ ਕਿੰਨੇ ਹੀ ਮੁਸਲਮਾਨ, 4 ਗੁਣਾ ਮੁਸਲਮਾਨ ਜਿਹੜੇ ਜ਼ਿਆਦਾ ਸੀਗੇ ਕਾਂਗਰਸੀਆਂ ਨਾਲੋਂ। ਤੇ ਜ਼ਿਆਦਾਤਰ ਤਾਂ ਜਿਹੜੇ ਸੀਗੇ ਕਿਰਾਏ ਤੇ ਮੁਸਲਮਾਨ ਲਿਆਂਦੇ ਹੋਏ ਸੀਗੇ। ਤੇ ਇੱਧਰ ਹੀ ਉਹਨਾਂ ਨੇ ਜਾ ਕੇ ਦਿਖਾਵਾ ਕੀਤਾ ਜਾਵੇ ਵੀ ਜਿਹੜੇ ਮੁਸਲਮਾਨ ਜਿਹੜੇ ਹੈਗੇ ਆ, ਅਸੀਂ ਇਹਨਾਂ ਦੇ ਨਾਲ ਜਿਹੜੇ ਸਹਿਮਤ ਹੈਗੇ ਆ ਜਾਂ ਇਹਨਾਂ ਦੀ ਸਪੋਰਟ ਕਰਦੇ ਹੈਗੇ ਆ, ਪਰ ਇਹਨਾਂ ਨੇ ਬੰਦੇ ਆਪਣੇ ਹੀ ਉਹਦੇ ਵਿੱਚ ਖਰੀਦੇ ਹੋ ਸੀਗੇ। ਤੇ ਇਦਾਂ ਉਹ ਉਹਨਾਂ ਦਾ ਜਿਹੜਾ ਹੈਗਾ ਐਕਸਪੋਜ਼ ਕਰਦਾ ਹੈਗਾ ਇਹਨਾਂ ਨੂੰ ਵੀ ਕੀ ਕਾਂਗਰਸ ਕੀ ਕਰਦੀ ਸੀਗੀ। ਔਰ ਗਾਂਧੀ ਇਹਦੇ ਵਿੱਚ ਦੱਸਦਾ ਵੀ ਹੈਗਾ ਇੱਕ ਜਗ੍ਹਾ ਵੀ, ਕਹਿੰਦਾ ਹੈ ਵੀ ਅਸੀਂ ਇਹਨਾਂ ਨੂੰ ਹੈਲਪ ਤਾਂ ਕਰ ਰਹੇ ਹੈਗੇ ਆ ਕਿਉਂਕਿ ਖਿਲਾਫਤ ਮੂਵਮੈਂਟ ਜਿਹੜੀ ਆ ਮੁਹੰਮਦ ਅਲੀ ਤੇ ਸ਼ੌਕਤ ਅਲੀ ਨੇ ਚਲਾਈ ਹੈਗੀ, ਉਹ ਆਪਣਾ ਧਰਮ ਬਚਾਉਣ ਲਈ, ਕਿਉਂਕਿ ਖਲੀਫ ਨੂੰ ਆਪਣਾ ਜਿਹੜਾ ਮੁਹੰਮਦ ਦਾ ਪੈਰੋਕਾਰ ਮੰਨਦੇ ਉਹਨੂੰ ਬਚਾਉਣ ਲਈ ਇਹਨਾਂ ਨੇ ਆਪਣੀ ਧਾਰਮਿਕ ਮੂਵਮੈਂਟ ਚਲਾਈ ਆ। ਤੇ ਮੈਂ ਇਹਦੇ ਵਿੱਚ ਇਹ ਚਾਹੁੰਦਾ ਹੈਗਾ ਆ ਵੀ ਜੇ ਮੈਂ ਆਪਣੀ ਸਪੋਰਟ ਦੇਣਾ ਹੈਗਾ ਤੇ ਮੈਂ ਚਾਹੁੰਦਾ ਹਾਂ ਵੀ ਮੈਂ ਵੀ ਆਪਣੇ ਧਰਮ ਦੀ ਰਾਖੀ ਕਰਾਂ, ਤਾਂ ਕਿ ਜਿਹੜੀ ਆ ਗਾਵਾਂ ਹੈਗੀਆਂ ਉਹਨਾਂ ਦੀ ਜਿਹੜੀ ਹੈ ਸੇਫਟੀ ਇਨਸ਼ੋਰ ਹੋਵੇ, ਤਾਂ ਕਿ ਇਹ ਮੰਨਣ ਉਹ ਵੀ ਅਸੀਂ ਇਹਨਾਂ ਦੀ ਹੈਲਪ ਕਰਦੇ ਹਾਂ ਤੇ ਇਹ ਜਿਹੜੀ ਚੀਜ਼ ਹੈ ਅੱਗੇ ਗਾਵਾਂ ਦੀ ਜਿਹੜੀ ਹੈ ਸਿਕਿਉਰਿਟੀ ਹੋਵੇ, ਮੁਸਲਮਾਨ ਇਹਨਾਂ ਨੂੰ ਨਾ ਵਰਤਣ ਆਪਣੇ ਤਿਉਹਾਰਾਂ ਦੇ ਵਿੱਚ। ਇੱਦਾਂ ਕਰਨ ਦੇ ਨਾਲ ਜਿਹੜਾ ਸੀਗਾ ਗਾਂਧੀ ਦਾ 2 ਕਾਰਨ ਸੀਗੇ। ਪਹਿਲਾਂ ਤੇ ਮੁਸਲਮਾਨਾਂ ਨੂੰ ਕਾਂਗਰਸ ਵਿੱਚ ਲਿਆਉਣਾ, ਦੂਸਰਾ ਕਾਂਗਰਸ ਨੂੰ ਇੱਕ ਵੱਡੀ ਪਾਰਟੀ ਬਣਾਉਣਾ, ਇੱਕ ਵੱਡੀ ਤਾਕਤ ਇੰਡੀਆ ਦੇ ਵਿੱਚ ਸਥਾਪਿਤ ਕਰਨਾ। ਔਰ ਗਾਂਧੀ ਨੇ ਇਹ ਦੋਨੋਂ ਕੰਮ ਕਰਨ ਦੇ ਵਿੱਚ ਕਾਫੀ ਜਿਹੜੀ ਹੈਗੀ ਹੈ ਹੱਦ ਤੱਕ ਇਹ ਸਫਲ ਰਿਹਾ। ਤੇ 1919 ਦੇ ਵਿੱਚ ਜਦੋਂ ਆਪਣੇ ਜਿਹੜੀ ਮੂਵਮੈਂਟ ਚੱਲ ਰਹੀ ਸੀਗੀ, ਖਿਲਾਫਤ ਮੂਵਮੈਂਟ ਚੱਲੀ ਹੈ, ਫਿਰ ਨਾਨ ਕੋਆਪਰੇਸ਼ਨ 1920 ਦੇ ਵਿੱਚ ਨਾਨ ਕੋਆਪਰੇਸ਼ਨ ਚੱਲੀ ਹੈਗੀ ਹੈ। ਇਹਨਾਂ ਦੇ ਟਾਈਮ ਦੇ ਦੌਰਾਨ ਜਿਹੜੇ ਸੀਗੇ ਹਿੰਦੂ ਜਿਹੜੇ ਸੀਗੇ 3 ਧਿਰਾਂ ਦੇ ਵਿੱਚ ਵੰਡੇ ਹੋਏ ਸੀਗੇ। ਇੱਕ ਤਾਂ ਉਹ ਜਿਹੜੇ ਕਿ ਨਾਨ ਕੋਆਪਰੇਸ਼ਨ ਨੂੰ ਜਿਹੜਾ ਸੀਗਾ ਉਹਨੂੰ ਅਪੋਜ਼ ਕਰਦੇ ਸੀ, ਉਹਦਾ ਵਿਰੋਧ ਕਰਦੇ ਸੀਗੇ। ਦੂਸਰੇ ਉਹ ਹਿੰਦੂ ਸੀਗੇ ਜਿਹੜੇ ਕਿ ਮੁਸਲਮਾਨਾਂ ਨੂੰ ਇਸ ਸ਼ਰਤ ਦੇ ਨਾਲ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਸੀ ਖਿਲਾਫਤ ਮੂਵਮੈਂਟ ਦੇ ਵਿੱਚ, ਤਾਂ ਕਿ ਉਹ ਜਿਹੜਾ ਸੀਗਾ ਗਾਂ ਦੀ ਹੱਤਿਆ ਜਿਹੜੀ ਆ ਉਹ ਬੰਦ ਕਰ ਦੇਣ। ਤੀਸਰਾ ਧਿਰ ਉਹ ਸੀਗਾ, ਉਹ ਹਿੰਦੂ ਸੀਗੇ ਵੀ ਜਿਨ੍ਹਾਂ ਨੂੰ ਡਰ ਸੀਗਾ ਵੀ ਮੁਸਲਮਾਨ ਕਿਤੇ ਇੱਦਾਂ ਨਾ ਹੋ ਜਾਣ ਉਹ ਅਫਗਾਨ ਨੂੰ ਬੁਲਾ ਕੇ ਤੇ ਇੰਡੀਆ ਤੇ ਹਮਲਾ ਕਰਵਾ ਦੇਣ।
ਤੇ ਇਹਦੇ ਨਾਲ ਇਹ ਜਿਹੜਾ ਸਵਰਾਜ ਕੀ ਮਿਲਣਾ ਸਾਨੂੰ, ਵੀ ਸਾਨੂੰ ਦੁਬਾਰਾ ਮੁਸਲਿਮ ਰਾਜ ਆ ਜਾਏਗਾ। ਇੱਦਾਂ ਤਿੰਨ ਤਰ੍ਹਾਂ ਦੇ ਜਿਹੜੇ ਮੁਸਲਮਾਨ ਜਿਹੜੇ ਸੀਗੇ, ਜਿਹੜੇ ਵੰਡੇ ਹੋਏ, ਸੌਰੀ ਜਿਹੜੇ ਹਿੰਦੂ ਸੀਗੇ, ਤਿੰਨ ਧਿਰਾਂ ਦੇ ਵਿੱਚ ਵੰਡੇ ਹੋਏ ਸੀਗੇ। ਪਹਿਲੇ ਧਿਰ ਨੂੰ ਜਿਹੜਾ ਹੈਗਾ ਹੈ, ਗਾਂਧੀ ਕੀ ਕਹਿੰਦਾ ਆ, ਕਹਿੰਦਾ ਵੀ ਇਹ ਬੜੇ ਹੀ ਉਹਨਾਂ ਨੂੰ ਇਹ ਜ਼ਿਆਦਾ ਤਰਜੀਹ ਨਹੀਂ ਦਿੰਦਾ ਹੈ, ਜ਼ਿਆਦਾ ਇੰਪੋਰਟੈਂਸ ਨਹੀਂ ਦਿੰਦਾ ਹੈਗਾ, ਵੀ ਕਹਿੰਦਾ ਵੀ ਇਹ ਬੜਾ ਹੀ ਅਭਾਗੇ ਜਿਹੇ ਲੋਕ ਹੈਗੇ ਜਿਹੜੇ ਇੱਦਾਂ ਸੋਚਦੇ ਹੈਗੇ ਆ, ਜਿਹੜਾ ਵਿਰੋਧ ਕਰਦੇ ਆ। ਦੂਸਰਾ ਜਿਹੜਾ ਸੀਗਾ, ਜਿਹੜੇ ਚਾਹੁੰਦੇ ਸੀਗੇ ਮੁਸਲਮਾਨ, ਜਿਹੜੇ ਹਿੰਦੂ ਮੁਸਲਮਾਨਾਂ ਨੂੰ ਮਦਦ ਕਰਨਾ ਚਾਹੁੰਦੇ ਸੀਗੇ ਵੀ ਇਸ ਸ਼ਰਤ ਤੇ ਕਿ ਉਹ ਜਿਹੜੀ ਆ ਗਊ ਹੱਤਿਆ ਬੰਦ ਕਰ ਦੇਣ। ਉਹਨਾਂ ਦੇ ਬਾਰੇ ਗਾਂਧੀ ਕੀ ਕਹਿੰਦਾ, ਗਾਂਧੀ ਕਹਿੰਦਾ ਵੀ ਸਾਡੀ ਜਿਹੜੀ ਹੈਗੀ ਆ ਕੋਆਪਰੇਸ਼ਨ ਹੀ ਇੰਨੀ ਅਸੀਂ ਕਰਾਂਗੇ ਵੀ ਕਿਸੇ ਵੀ ਸ਼ਰਤ ਤੋਂ ਬਿਨਾਂ ਜਿਹੜੀ ਸਾਡੀ ਕੋਆਪਰੇਸ਼ਨ ਹੋਊਗੀ, ਉਹਦਾ ਮਤਲਬ ਹੀ ਇਹ ਹੋਊਗਾ ਵੀ ਜਿਹੜੀ ਗਊ ਦੀ ਰੱਖਿਆ ਮੁਸਲਮਾਨ ਕਰਨਗੇ, ਜਿਸ ਤਰ੍ਹਾਂ ਅਸੀਂ ਚਾਹੁੰਦੇ ਹੈਗੇ ਆ, ਉਹਨਾਂ ਦੀ ਜਿਹੜੀ ਗਊ ਹੱਤਿਆ ਉਹ ਬੰਦ ਕਰ ਦੇਣ। ਇੱਦਾਂ ਗਾਂਧੀ ਦਾ ਵਿਚਾਰ ਸੀਗਾ। ਤੇ ਤੀਸਰਾ ਜਿਹੜਾ ਸੀਗਾ ਵੀ ਉਹ ਲੋਕ ਜਿਹੜੇ ਸੀਗੇ ਵੀ ਉਹ ਹਿੰਦੂਆਂ ਦਾ ਧਿਰਾ, ਜਿਨ੍ਹਾਂ ਨੂੰ ਡਰ ਸੀਗਾ ਮੁਸਲਮਾਨ ਅਫਗਾਨਾਂ ਨੂੰ ਬੁਲਾ ਕੇ ਭਾਰਤ ਤੇ ਹਮਲਾ ਨਾ ਕਰਾ ਦੇਣ। ਇਹਦੇ ਬਾਰੇ ਗਾਂਧੀ ਕੀ ਕਹਿੰਦਾ ਹੈਗਾ ਆ ਵੀ ਇਹਨੂੰ ਰੋਕਣ ਲਈ ਕਹਿੰਦਾ ਆ ਵੀ ਮੁਸਲਮਾਨਾਂ ਤੇ ਅੰਗਰੇਜ਼ਾਂ ਦੇ ਵਿੱਚ ਜਿਹੜਾ ਯੁੱਧ ਨਾ ਛਿੜੇ, ਇਹਨੂੰ ਰੋਕਣ ਲਈ ਹਿੰਦੂਆਂ ਨੂੰ ਜਿਹੜੀ ਨਾਨ ਕੋਆਪਰੇਸ਼ਨ ਮੂਵਮੈਂਟ ਆ, ਖਿਲਾਫਤ ਮੂਵਮੈਂਟ ਦੇ ਵਿੱਚੋਂ ਨਿਕਲੀ ਆ, ਇਹਦੀ ਮਦਦ ਕੀਤੀ ਜਾਵੇ। ਕਿਉਂਕਿ ਗਾਂਧੀ ਮੰਨਦਾ ਸੀਗਾ ਵੀ ਹਿੰਦੂ ਜਿਹੜੇ ਆ ਕਦੀ ਵੀ ਅਫਗਾਨਾਂ ਦੀ ਮਦਦ ਨਹੀਂ ਕਰਨਗੇ। ਦੂਜਾ, ਗਾਂਧੀ ਨੂੰ ਇਹ ਵੀ ਪਤਾ ਸੀਗਾ ਵੀ ਜਿਹੜੀ ਬ੍ਰਿਟਿਸ਼ ਆਰਮੀ ਹੈਗੀ ਆ ਉਹ ਇੰਨੀ ਕੁ ਸਟਰੋਂਗ ਹੈਗੀ ਆ ਵੀ ਉਹ ਅਫਗਾਨ ਦਾ ਜਿਹੜਾ ਅਟੈਕ ਆ ਆਪਣੇ ਬ੍ਰਿਟਿਸ਼ ਪ੍ਰੋਵਿੰਸਿਸ ਤੇ ਹੋਣ ਨਹੀਂ ਦੇਣਾ ਉਹਨਾਂ ਨੇ। ਇਸ ਕਰਕੇ ਗਾਂਧੀ ਇਸ ਪੱਖੋਂ ਜਿਹੜਾ ਸੀਗਾ ਉਹਨੂੰ ਜ਼ਿਆਦਾ ਫਿਕਰ ਨਹੀਂ ਸੀਗਾ ਵੀ ਇਹ ਇੱਦਾਂ ਮੁਸਲਮਾਨ ਜਿਹੜੇ ਹੈਗੇ ਭਾਰਤ ਦੇ ਅਫਗਾਨੀ ਮੁਸਲਮਾਨਾਂ ਨੂੰ ਲਿਆਉਣਗੇ, ਇੱਥੇ ਭਾਰਤ ਤੇ ਅਟੈਕ ਕਰਨਗੇ। ਤੇ 1 ਸਾਲ ਦੇ ਵਿੱਚ ਹੀ ਜਿਹੜਾ ਸੀਗਾ ਮੁਸਲਮਾਨ ਜਿਹੜੇ ਸੀਗੇ ਉਹਨਾਂ ਦੇ ਵਿੱਚ ਤਬਦੀਲੀ ਆਉਣ ਲੱਗ ਪੈਂਦੀ ਹੈ, ਉਹਨਾਂ ਦੇ ਵਿਚਾਰਾਂ ਦੇ ਵਿੱਚ। ਤੇ ਗਾਂਧੀ ਇੱਕ ਟਾਈਮ ਚਾਹੁੰਦਾ ਸੀਗਾ ਵੀ ਜਿਹੜੀ ਹੈਗੀ ਹੈ ਵੀ ਬਿਨਾਂ ਖੂਨ ਖਰਾਬੇ ਤੋਂ ਸਾਰਾ ਦੇਸ਼ ਜਿਹੜਾ ਹੈਗਾ ਆ, ਜਦੋਂ ਅੰਗਰੇਜ਼ਾਂ ਦਾ ਵਿਰੋਧ ਕਰੇਗਾ ਤੇ ਉਹਦੇ ਨਾਲ ਜਿਹੜੀ ਸਾਡੀ ਜਿੱਤ ਪ੍ਰਾਪਤ ਹੋ ਜਾਏਗੀ। ਜਿੱਤ ਤੇ ਕੀ ਹੋਣੀ ਹੈਗੀ ਹੈ, ਤੇ ਮੁਸਲਮਾਨ ਜਿਹੜੇ ਕਾਲੇ ਪੈ ਗਏ। ਮੁਸਲਮਾਨਾਂ ਲਈ ਸਵਰਾਜ ਸੀਗਾ ਵੀ ਜਿਹੜਾ ਖਲੀਫ ਨੂੰ ਜਾਂ ਖਿਲਾਫਤ ਨੂੰ ਬਚਾਉਣਾ, ਉਹਨਾਂ ਲਈ ਉਹ ਜ਼ਿਆਦਾ ਇੰਪੋਰਟੈਂਟ ਸੀਗਾ। ਤੇ ਇਸ ਕਰਕੇ ਉਹ ਕਾਲੇ ਪੈ ਗਏ ਤੇ ਉਹਨਾਂ ਨੇ ਫਿਰ ਡਿਸਾਈਡ ਕੀਤਾ ਵੀ ਜੇ ਇਹ ਨਹੀਂ ਕਰਦੇ ਹੈਗੇ, ਅਸੀਂ ਨਹੀਂ ਚਾਹੁੰਦੇ ਹੈਗੇ ਵੀ ਅਸੀਂ ਉੱਥੇ ਗੂੰਗੇ ਬਣ ਕੇ, ਮੁਸਲਮਾਨ ਨਹੀਂ ਚਾਹੁੰਦੇ ਸੀਗੇ ਵੀ ਅਸੀਂ ਗੂੰਗੇ ਬਣ ਕੇ ਬੈਠੇ ਰਹੀਏ। ਉੱਧਰੋਂ ਜਿਹੜਾ ਟਰਕੀ ਜਿਹੜਾ ਹੈਗਾ ਆ ਉਹ ਬ੍ਰਿਟਿਸ਼ ਆਪਣੇ ਜਿਹੜਾ ਹੈਗਾ ਆ ਦਬਾਅ ਹੇਠਾਂ ਲੈ ਲਵੇ ਤੇ ਜਿਹੜਾ ਖਲੀਫ ਆ ਉਹਦੀ ਜਿਹੜੀ ਪੋਜੀਸ਼ਨ ਬਿਲਕੁਲ ਹੀ ਖਤਮ ਕਰ ਦੇਵੇ। ਅਸੀਂ ਇੰਨਾ ਵੇਟ ਨਹੀਂ ਕਰਨਾ। ਇਹ ਮੁਸਲਮਾਨ ਕਾਲੇ ਪੈ ਗਏ ਸੀਗੇ ਤੇ ਕਾਲੇ ਦੇ। ਪਰ ਗਾਂਧੀ ਕੀ ਕਹਿੰਦਾ ਸੀਗਾ ਵੀ ਜਿਹੜਾ ਜੇ ਸਵਰਾਜ ਆ ਜਾਂਦਾ ਸਾਡੇ ਤੋਂ, ਤਾਂ ਹੀ ਜਿਹੜਾ ਅਸੀਂ ਖਿਲਾਫਤ ਮੂਵਮੈਂਟ ਨੂੰ ਹੋਰ ਸਟਰੋਂਗ ਕਰ ਸਕਦੇ ਆ, ਜਿਹੜਾ ਟਰਕੀ ਦਾ ਖਲੀਫ ਆ ਉਹਨੂੰ ਬਚਾ ਸਕਦੇ ਹੈਗੇ ਆ। ਤੇ ਇਹਦੇ ਵਿੱਚ ਜਿਹੜਾ ਸੀਗਾ ਵੀ ਮੁਸਲਮਾਨਾਂ ਨੇ ਫਿਰ ਜਿਹੜਾ ਹੈਗਾ ਸਾਲ ਕੁ ਬਾਅਦ ਜਦੋਂ ਉਹ ਅੱਕ ਗਏ, ਜਦੋਂ ਦਿਖ ਰਿਹਾ ਉਹਨਾਂ ਨੂੰ ਕਿਤੇ ਗੱਲਬਾਤ ਬਣ ਨਹੀਂ ਰਹੀ ਹੈਗੀ ਔਰ ਖਲੀਫ ਜਿਹੜਾ ਸੀਗਾ ਖਤਰੇ ਵਿੱਚ ਸੀਗਾ, ਓਪੋਜੀਸ਼ਨ, ਉਹਦੇ ਵਿੱਚ ਫਿਰ ਇਹਨਾਂ ਨੇ ਗਾਂਧੀ ਦੀ ਗੱਲ ਜਿਹੜੀ ਹੈ ਸੁਣਨੀ ਜਿਹੜੀ ਬੰਦ ਕਰਤੀ। ਤੇ ਜਿਹੜਾ ਇਹਨਾਂ ਦਾ ਸਿਧਾਂਤ ਸੀਗਾ ਵੀ ਨਾਨ ਵਾਇਲੈਂਸ ਦਾ, ਉਹਨੂੰ ਵੀ ਖਤਮ ਕਰਤਾ। ਉਹਨੂੰ ਵੀ ਇਹਨਾਂ ਨੇ ਤਿਆਗਤਾ ਤੇ ਮੰਨਣ ਤੋਂ ਇਨਕਾਰ ਕਰਤਾ। ਭਾਵ ਵੀ ਉਹ ਜਿਹੜਾ ਹੈਗਾ ਵੀ ਮੁਸਲਮਾਨ ਜਿਹੜਾ ਨਾਨ ਕੋਆਪਰੇਸ਼ਨ ਲੈ ਕੇ ਚੱਲ ਰਹੇ ਸੀਗੇ, ਹੁਣ ਉਹ ਲੜਨ ਤੇ ਉਤਰਾਊ ਲੜਨ ਲਈ ਵੀ ਤਿਆਰ ਹੋ ਗਏ ਸੀਗੇ। ਤੇ ਇਸੇ ਕਰਕੇ ਕੀ ਕੀਤਾ ਮੁਸਲਮਾਨਾਂ ਨੇ ਜਿਹੜਾ ਅਫਗਾਨਿਸਤਾਨ ਦਾ ਅਮੀਰ ਸੀਗਾ, ਉੱਥੇ ਦਾ ਜਿਹੜਾ ਮੋਢੀ ਸੀਗਾ ਜਾਂ ਰਾਜਾ ਸੀਗਾ, ਉਹਨੂੰ ਨੇਮਦਾ ਦਿੱਤਾ ਵੀ ਤੁਸੀਂ ਆ ਕੇ ਇੱਥੇ ਬ੍ਰਿਟਿਸ਼ ਇੰਡੀਆ ਦੇ ਉੱਤੇ ਅਟੈਕ ਕਰੋ ਤੇ ਸਾਨੂੰ ਇਹਨਾਂ ਤੋਂ ਆਜ਼ਾਦ ਕਰਵਾਓ। ਤੇ ਉਹਨਾਂ ਨੇ ਜਿਹੜੇ ਮੁਸਲਮਾਨ ਇਹਦੇ ਵਿੱਚ ਜਿਹੜਾ ਸੀਗਾ ਵੀ ਕਿਹੜਾ ਇੱਦਾਂ ਦਾ, ਬਾਬਾ ਸਾਹਿਬ ਕਹਿੰਦੇ ਆ ਵੀ ਬੰਦਾ ਹੋਊਗਾ ਜਿਹਦਾ ਦਿਮਾਗ ਸਹੀ ਹੋਊਗਾ ਵੀ ਆਪਣੇ ਆਪ ਨੂੰ ਇੱਦਾਂ ਦੇ ਖਤਰਨਾਕ ਪ੍ਰੋਜੈਕਟ ਜਿਹੜਾ ਸੀਗਾ ਖਿਲਾਫਤ ਮੂਵਮੈਂਟ ਦੇ ਲੋਕਾਂ ਨੇ ਕੀਤਾ, ਉਹਦੇ ਨਾਲ ਆਪਣੇ ਆਪ ਨੂੰ ਕਿਹੜਾ ਜੋੜੀ ਰੱਖਣ ਦੇ ਵਿੱਚ ਸਹੀ ਗੱਲ ਸਮਝੂਗਾ। ਪਰ ਗਾਂਧੀ ਨੇ ਕੀ ਕੀਤਾ, ਗਾਂਧੀ ਨੇ ਕਹਿੰਦੇ ਵੀ ਇਹ ਸਮਝਣਾ ਔਖਾ ਨਹੀਂ ਹੈਗਾ। ਗਾਂਧੀ ਇੰਨਾ ਕੁ ਪਾਗਲ ਹੋ ਚੁੱਕਿਆ ਸੀਗਾ ਵੀ ਹਿੰਦੂ ਮੁਸਲਿਮ ਯੂਨਿਟੀ ਦੇ ਵਿੱਚ, ਉਹਨੂੰ ਸਭ ਕੁਝ ਭੁੱਲ ਹੀ ਗਿਆ ਸੀਗਾ ਵੀ ਇੰਡੀਆ ਦੇ ਵਿੱਚ ਜੇ ਅਟੈਕ ਹੋ ਜਾਂਦਾ ਹੈਗਾ ਆ ਤੇ ਉਹਦਾ ਅਫਗਾਨਿਸਤਾਨ ਜਦੋਂ ਅਟੈਕ ਕਰਨਗੇ ਬ੍ਰਿਟਿਸ਼ ਇੰਡੀਆ ਦੇ ਵਿੱਚ, ਉਹਦੇ ਵਿੱਚ ਬਾਕੀ ਜਿਹੜੇ ਇੰਡੀਅਨ ਲੋਕ ਆ ਉਹਨਾਂ ਦਾ ਨੁਕਸਾਨ ਵੀ ਹੋਣਾ ਹੈਗਾ। ਗਾਂਧੀ ਦੇ ਦਿਮਾਗ 'ਚ ਇੰਨਾ ਕੁ ਉਹਦੇ ਫਤੂਰ ਸੀਗਾ ਵੀ ਹਿੰਦੂ ਮੁਸਲਿਮ ਏਕਤਾ ਦੇ ਵਿੱਚ ਉਹਨੂੰ ਇਹ ਚੀਜ਼ਾਂ ਜਿਹੜੀਆਂ ਨਜ਼ਰ ਹੀ ਨਹੀਂ ਆਉਣੀਆਂ। ਇੱਥੋਂ ਤੱਕ ਕਿ ਉਹਨੇ ਇਹ ਵੀ ਲਿਖਿਆ ਵੀ ਜਿਹੜਾ ਕਹਿੰਦੇ ਆ ਵੀ ਆਪਣੇ ਸਾਨੂੰ ਕਹਿੰਦੇ ਆ ਵੀ ਕੁਛ ਹੱਦ ਤੱਕ ਜਿਹੜਾ ਹੈਗਾ ਆ
ਅਫਗਾਨਿਸਤਾਨ ਦੇ ਅਮੀਰ ਦੀ ਮਦਦ ਕਰਨੀ ਚਾਹੀਦੀ ਹੈ ਵੀ ਜੇ ਉਹ ਬ੍ਰਿਟਿਸ਼ ਸਰਕਾਰ ਦੇ ਵਿਰੁੱਧ ਕੋਈ ਲੜਾਈ ਛੇੜਦਾ ਹੈ। ਇੱਦਾਂ ਦੇ ਗਾਂਧੀ ਦੇ ਵਿਚਾਰ ਸੀਗੇ। ਬਾਬਾ ਸਾਹਿਬ ਕਹਿੰਦੇ ਵੀ ਇਹ ਤੋਂ ਵੱਡਾ ਬੰਦਾ ਜਿਹੜਾ ਹੈਗਾ ਪਾਗਲਪਨ ਕੀ ਹੋ ਸਕਦਾ ਹੈਗਾ ਆ ਵੀ ਹਿੰਦੂ ਮੁਸਲਿਮ ਏਕਤਾ ਨੂੰ ਬਚਾਉਣ ਤੋਂ। ਤੇ ਇਹ ਸਭ ਤੋਂ ਵੱਡਾ ਜਿਹੜਾ ਪਾਗਲਪਨ ਦਾ ਸਬੂਤ ਗਾਂਧੀ ਨੇ ਦਿੱਤਾ ਹੈਗਾ ਇਹਦੇ ਵਿੱਚ। ਗਾਂਧੀ ਆਪਣਾ ਯੰਗ ਇੰਡੀਆ ਦੇ ਵਿੱਚ 1920 ਦੇ ਵਿੱਚ ਲਿਖਦਾ ਵੀ ਹੈਗਾ ਹੈ। ਕੀ ਲਿਖਦਾ ਹੈ? ਕਹਿੰਦਾ ਵੀ ਮਹਾਤਮਾ ਗਾਂਧੀ ਕੀ ਜੈ ਨੂੰ ਕਹਿ ਕੇ ਇਦਾਂ ਕਹੋ ਵੀ ਤੁਸੀਂ ਹਿੰਦੂ ਮੁਸਲਮਾਨ ਕੀ ਜੈ। ਮੁਹੰਮਦ ਅਲੀ ਸ਼ੌਕਤ ਅਲੀ ਕੀ ਜੈ ਨੂੰ ਕਹਿਣ ਦੀ ਬਜਾਏ ਤੁਸੀਂ ਕਹੋ ਹਿੰਦੂ ਮੁਸਲਮਾਨ ਕੀ ਜੈ। ਹਿੰਦੂ ਕਹਿੰਦੇ ਸੀਗੇ ਬੰਦੇ ਮਾਤਰਮ, ਮੁਸਲਮਾਨ ਕਹਿੰਦੇ ਸੀਗੇ ਅੱਲਾਹੂ ਅਕਬਰ। ਤੇ ਜੇ ਉਧਰ ਹਿੰਦੂ ਕਹਿੰਦੇ ਸੀਗੇ ਅੱਲਾਹੂ ਅਕਬਰ ਤੇ ਮੁਸਲਮਾਨ ਕਹਿੰਦਾ ਸੀਗਾ ਬੰਦੇ ਮਾਤਰਮ। ਇੱਦਾਂ ਇਹਨਾਂ ਦੇ ਤਿੰਨ ਤਰ੍ਹਾਂ ਦੇ ਜਿਹੜੇ ਆ ਸਲੋਗਨ ਨਾਰੇ ਕੀਤੇ, ਅੱਲਾਹੂ ਅਕਬਰ, ਬੰਦੇ ਮਾਤਰਮ ਤੇ ਹਿੰਦੂ ਮੁਸਲਮਾਨ ਕੀ ਜੈ। ਇੱਦਾਂ ਦੇ ਨਾਰੇ ਗੂੰਜਦੇ ਸੀਗੇ। ਔਰ ਇਹ ਨਾਰਿਆਂ ਨੂੰ ਜਿਹੜਾ ਸੀਗਾ ਗਾਂਧੀ ਬੜਾ ਜਸਟੀਫਾਈ ਕਰਦਾ ਹੈਗਾ ਵੀ ਕਹਿੰਦਾ ਅੱਲਾਹੂ ਅਕਬਰ ਦੀ ਜਿਹੜੀ ਹੈਗੀ ਇੱਕ ਸਾਡੀ ਪ੍ਰੇਅਰ ਆ, ਪ੍ਰਾਰਥਨਾ ਆ। ਔਰ ਇਹ ਇੱਕ ਜਿਹੜਾ ਹੈਗਾ ਵੀ ਜਿਹੜਾ ਕਹਿ ਸਕਦੇ ਹਾਂ ਬੜੱਪਨ ਦਾ ਜਿਹੜਾ ਨਿਸ਼ਾਨੀ ਆ। ਤੇ ਬੰਦੇ ਮਾਤਰਮ ਨੂੰ ਕਹਿੰਦਾ ਸੀਗਾ ਵੀ ਇਹ ਜਿਹੜੀ ਸਾਡੀ ਇੱਕ ਜਿਹੜੀ ਆ ਰਾਸ਼ਟਰੀ ਕਹਿ ਸਕਦੇ ਆ ਵੀ ਇੱਛਾ ਹੈਗੀ ਆ ਵੀ ਜਿਹੜਾ ਇੰਡੀਆ ਹੈਗਾ ਆ ਉਹ ਆਪਣੀਆਂ ਉਚਾਈਆਂ ਤੱਕ ਪਹੁੰਚੇ। ਤੇ ਤੀਸਰਾ ਜਿਹੜਾ ਸੀਗਾ ਹਿੰਦੂ ਮੁਸਲਮਾਨ ਕੀ ਜੈ ਦਾ ਨਾਰਾ ਸੀਗਾ। ਉਹ ਗਾਂਧੀ ਕੀ ਕਹਿੰਦਾ ਹੈ ਵੀ ਕਹਿੰਦਾ ਇੰਡੀਆ ਕੁਝ ਵੀ ਨਹੀਂ ਹੈਗਾ ਜੇ ਹਿੰਦੂ ਮੁਸਲਮਾਨ ਦੀ ਜਿਹੜੀ ਯੂਨੀਅਨ ਤੋਂ ਬਿਨਾਂ। ਇੱਦਾਂ ਜਿਹੜਾ ਗਾਂਧੀ ਦਾ ਜਿਹੜਾ ਦਿਮਾਗ ਸੀਗਾ ਉਹਨੂੰ ਜਸਟੀਫਾਈ ਕਰਨ ਦੇ ਵਿੱਚ ਸੀਗਾ ਵੀ ਨਾਰੇ ਵੀ ਉਹਨਾਂ ਨੇ ਆਪੇ ਘੜੇ, ਨਾਰੇ ਕਿੱਦਾਂ ਸਹੀ ਹੈਗੇ ਆ ਉਹਦੇ ਵਿੱਚ ਜ਼ਿਆਦਾ ਸੀਗਾ। ਉਹਨੂੰ ਇਹ ਨਹੀਂ ਸੀਗਾ ਵੀ ਅਫਗਾਨਿਸਤਾਨ ਨੇ ਆ ਕੇ ਅਟੈਕ ਕਰ ਦੇਣਾ, ਇੱਥੇ ਤੋਂ ਲੋਕੀ ਮਰਨਗੇ, ਇੱਥੇ ਤੋਂ ਨੁਕਸਾਨ ਹੋਣਾ ਹੈਗਾ। ਇੰਨਾ ਕੁ ਉਹ ਪਾਗਲ ਹੋ ਚੁੱਕਾ ਸੀਗਾ ਹਿੰਦੂ ਮੁਸਲਿਮ ਯੂਨਿਟੀ ਦੇ ਵਿੱਚ। ਤੇ ਬਾਬਾ ਸਾਹਿਬ ਉਹੀ ਕਹਿੰਦੇ ਵੀ ਇੱਦਾਂ ਕਿਹੜਾ ਬੰਦਾ ਇਸ ਤੋਂ ਵੱਧ ਮੂਰਖ ਕਿਹੜਾ ਹੋ ਸਕਦਾ ਹੈਗਾ। ਤੇ ਇੱਥੋਂ ਤੱਕ ਕਿ ਮੁਸਲਮਾਨਾਂ ਨੇ ਕਈ ਹਿੰਦੂਆਂ ਦਾ ਕਤਲ ਵੀ ਕੀਤਾ। ਹੁਣ ਆਪਾਂ ਜੇ ਦੇਖਾਂਗੇ ਵੀ ਗਾਂਧੀ ਦਾ ਕੀ ਰੋਲ ਸੀਗਾ ਤੇ ਮੁਸਲਮਾਨ ਜਿਹੜੇ ਲੀਡਰ ਸੀਗੇ ਉਹਨਾਂ ਦਾ ਕੀ ਰੋਲ ਸੀਗਾ। ਇਹਦੇ ਵਿੱਚ ਜਿੰਨੀਆਂ ਵੀ ਇੱਥੇ ਤੁਸੀਂ ਦੇਖੋਗੇ ਵੀ ਇੱਕ ਆਪਣੇ ਸਵਾਮੀ ਸ਼ਰਧਾਨੰਦ ਜਿਹੜਾ ਹੈਗਾ ਆ 1926 ਦੇ ਵਿੱਚ ਉਹਨੂੰ ਅਬਦੁਲ ਰਸ਼ੀਦ ਨਾਂ ਦਾ ਮੁਸਲਮਾਨ ਮਾਰ ਦਿੰਦਾ ਆ। ਇੱਦਾਂ ਹੀ ਲਾਲਕ ਨਾਨਕ ਚੰਦ ਨੂੰ ਜਿਹੜਾ ਆਰਿਆ ਸਮਾਜੀ ਸੀਗਾ ਉਹਦਾ ਵੀ ਕਤਲ ਹੋ ਜਾਂਦਾ ਹੈ ਮੁਸਲਮਾਨ ਦੇ ਹੱਥੀਂ। ਇੱਦਾਂ ਹੀ ਇੱਕ ਜਿਹੜਾ ਰਾਜਪਾਲ ਹੁੰਦਾ ਹੈਗਾ ਹਿੰਦੂ ਜਿਹਨੇ ਰੰਗੀਲਾ ਰਸੂਲ ਲਿਖੀ ਸੀਗੀ ਉਹਦਾ ਵੀ ਕਤਲ 1929 ਦੇ ਵਿੱਚ ਇੱਕ ਮੁਸਲਮਾਨ ਦੇ ਹੱਥੋਂ ਹੋ ਜਾਂਦਾ ਆ। ਫਿਰ ਨੱਥੂ ਰਾਮਲ ਸ਼ਰਮਾ ਹੁੰਦਾ ਆ, ਉਹਦਾ ਵੀ ਕਤਲ ਅਬਦੁਲ ਕਯੂਮ ਕਰਦਾ ਹੈ 1934 ਦੇ ਵਿੱਚ। ਫਿਰ ਖੰਨਾ ਜਿਹੜਾ ਹੁੰਦਾ ਆ ਹਿੰਦੂ ਸਭਾ ਦਾ ਸੈਕਟਰੀ ਹੁੰਦਾ ਹੈਗਾ ਆ, ਉਹਨੂੰ ਵੀ ਜਿਹੜਾ ਹੈਗਾ 1938 ਦੇ ਵਿੱਚ ਉਹਦਾ ਕਤਲ ਕਰ ਦਿੰਦਾ ਆ। ਦੇਖ ਲਓ ਇੰਨਾ ਵੀ ਕਈ ਜਿਹੜੇ ਕਤਲ ਹੁੰਦੇ ਹੈਗੇ ਆ ਉਹਦੇ ਪ੍ਰਤੀ ਜਿਹੜੇ ਮੁਸਲਮਾਨ ਲੀਡਰ ਹੁੰਦੇ ਆ ਉਹ ਕਦੀ ਵੀ ਉਹਦੀ ਨਿੰਦਿਆ ਨਹੀਂ ਕਰਦੇ ਹੈਗੇ। ਉਹ ਉਲਟਾ ਨਿੰਦਿਆ ਕਰਨ ਦੀ ਬਜਾਏ ਉਹਨਾਂ ਨੂੰ ਕਹਿੰਦੇ ਆ ਵੀ ਇਹ ਜਿਹੜੇ ਸਾਡੇ ਇਹ ਜਿਹੜੇ ਦੇਸ਼ ਭਗਤ ਹੈਗੇ ਆ ਆਪਣੀ ਆਜ਼ਾਦੀ ਲਈ ਲੜ ਰਹੇ ਹੈਗੇ ਆ। ਪਰ ਗਾਂਧੀ ਦਾ ਵੀ ਜਿਹੜਾ ਰਿਸਪੌਂਸ ਸੀਗਾ ਵੀ ਬਹੁਤ ਹੀ ਗੈਰ ਜ਼ਿੰਮੇਵਾਰ ਰਿਸਪੌਂਸ ਸੀਗਾ ਉਹਦਾ। ਤੇ ਉਹਨੇ ਵੀ ਕਦੀ ਜਿਹੜਾ ਹੈਗਾ ਆ ਵੀ ਮੁਸਲਮਾਨ ਲੀਡਰਾਂ ਨੂੰ ਕਦੀ ਇਹ ਨਹੀਂ ਕਿਹਾ ਵੀ ਤੁਸੀਂ ਦੇਖੋ ਤੁਹਾਡੇ ਮੁਸਲਮਾਨ ਲੋਕੀ ਹਿੰਦੂਆਂ ਦਾ ਕਤਲ ਕਰ ਰਹੇ ਆ ਵੀ ਇਹਨੂੰ ਤੁਸੀਂ ਕੰਡੈਮ ਕਰੋ। ਇੱਦਾਂ ਉਹਨੇ ਕਦੀ ਨਹੀਂ ਕਿਹਾ ਹੈਗਾ। ਤੇ ਇਹ ਜਿਹੜੀ ਚੀਜ਼ ਹੈਗੀ ਆ ਇੱਥੋਂ ਤੱਕ ਕਹਿੰਦੇ ਆ ਵੀ ਮੁਸਲਮਾਨਾਂ ਦਾ ਚਲੋ ਸਮਝ ਲੱਗਦੀ ਆ ਵੀ ਉਹ ਚਾਹੁੰਦੇ ਮੁਸਲਮਾਨ ਹੈਗੇ ਆ ਕਿ ਮੁਸਲਮਾਨਾਂ ਨੇ ਮੁਸਲਮਾਨਾਂ ਦੀ ਫੇਵਰ ਕਰਨੀ। ਗਾਂਧੀ ਦਾ ਜਿਹੜਾ ਹੈਗਾ ਆ ਇੱਦਾਂ ਦਾ ਚੁੱਪ ਕਰਨ ਵਾਲਾ ਮਾਹੌਲ ਜਾਂ ਚੁੱਪ ਕਰਨ ਵਾਲਾ ਜਿਹੜਾ ਰਿਸਪੌਂਸ ਆ ਇਹ ਜਿਹੜਾ ਸਮਝਣ ਤੋਂ ਬਾਹਰ ਹੈਗਾ ਆ। ਤੇ ਗਾਂਧੀ ਨੇ ਕਦੇ ਵੀ ਇਹ ਪ੍ਰੋਟੈਸਟ ਨਹੀਂ ਕੀਤਾ ਵੀ ਇੰਨੇ ਹਿੰਦੂਆਂ ਦਾ ਜਿਹੜਾ ਕਤਲ ਹੋ ਗਿਆ ਹੈਗਾ ਆ, ਕਿਉਂਕਿ ਗਾਂਧੀ ਨਹੀਂ ਚਾਹੁੰਦਾ ਸੀਗਾ ਵੀ ਹਿੰਦੂ ਮੁਸਲਮਾਨ ਏਕਤਾ ਨੂੰ ਸੱਟ ਪਹੁੰਚੇ। ਤੇ ਉਹਨੇ ਨਾ ਹੀ ਕਦੇ ਮੁਸਲਮਾਨ ਲੀਡਰ ਸੀਗੇ ਉਹਨਾਂ ਦੀ ਨਿੰਦਿਆ ਕੀਤੀ ਹੈਗੀ ਹੈ ਪਬਲਿਕ ਪਲੇਟਫਾਰਮ ਤੇ। ਤੇ ਇਹਦੇ ਵਿੱਚ ਕੀ ਹੈਗਾ ਹੈ ਵੀ ਉਹ ਦਿਮਾਗ ਉਹਦਾ ਇੰਨਾ ਕੁ ਹੋ ਗਿਆ ਸੀਗਾ ਵੀ ਪਾਗਲ ਹਿੰਦੂ ਮੁਸਲਿਮ ਏਕਤਾ ਦੇ ਵਿੱਚ ਉਹਨੂੰ ਜਿਹੜੇ ਆ ਹਿੰਦੂਆਂ ਦੇ ਕਤਲ ਹੋ ਰਹੇ ਸੀਗੇ ਉਹ ਨਜ਼ਰ ਹੀ ਨਹੀਂ ਆਉਂਦੇ ਸੀਗੇ। ਇੱਥੋਂ ਤੱਕ ਕਿ ਉਸ ਤੋਂ ਬਾਅਦ ਕੀ ਹੋਇਆ, ਫਿਰ ਇੱਕ ਮੋਪਲਾ ਰਿਓਟ ਹੋਇਆ। ਮਾਲਾਬਾਰ ਕੋਸਟ ਜਿਹੜੀ ਹੈਗੀ ਆਪਣੇ ਕੇਰਲਾ ਦੇ ਜਿਹੜੀ ਆ ਸਾਊਥ ਮਾਲਾਬਾਰ ਕੋਸਟ ਦੇ ਵਿੱਚ ਹੈਗਾ ਮੋਪਲਾ ਨਾਂ ਦੇ ਜਿਹੜੇ ਸੀਗੇ ਮੁਸਲਮਾਨ ਰਹਿੰਦੇ ਹੁੰਦੇ ਸੀ ਕੇਰਲਾ ਦੇ ਵਿੱਚ। ਇਹਨਾਂ ਨੇ ਕੀ ਕੀਤਾ, ਉੱਥੇ ਦੰਗਾ ਕੀਤਾ। ਤੇ ਦੰਗਾ ਜਦੋਂ ਕੀਤਾ ਤੇ ਕਾਫੀ ਉੱਥੇ ਲੋਕਾਂ ਦਾ ਜਿਹੜਾ ਨੁਕਸਾਨ ਕੀਤਾ, ਬੱਚਿਆਂ ਦਾ, ਔਰਤਾਂ ਦਾ ਨੁਕਸਾਨ ਕੀਤਾ। ਔਰ ਗਾਂਧੀ ਦਾ ਜਿਹੜਾ ਇਹਦੇ ਵਿੱਚ ਵਿਚਾਰ ਸੀਗਾ ਉਹ ਵੀ ਬਹੁਤ ਘਟੀਆ ਸੀਗਾ। ਤੇ ਉਹਦੇ ਵਿੱਚ ਮੁਸਲਮਾਨਾਂ ਨੇ ਉਹਨੂੰ ਬੜਾ ਸਰਾਹਿਆ ਵੀ ਜਿਹੜੇ ਮੋਪਲਾ ਜਿਹੜਾ ਹੈਗਾ ਆ ਹੈ ਤਾਂ ਜਦੋਂ ਸ਼ੁਰੂ ਹੋਇਆ ਸੀਗਾ ਮੋਪਲਾ
ਦੰਗੇ ਜਿਹੜੇ ਸੀਗੇ ਉਹ ਹੋਏ ਤਾਂ ਬ੍ਰਿਟਿਸ਼ ਸਰਕਾਰ ਦੇ ਅਗੇਂਸਟ ਸੀਗੇ, ਪਰ ਲੋਕੀ ਜਿਹੜੇ ਉੱਥੇ ਹੈਗੇ ਆ ਵੀ ਉਹਨਾਂ ਦੇ ਵਿੱਚ ਇੰਨੀ ਕੁ ਜਿਹੜੀ ਹੈ ਨਫ਼ਰਤ ਦੀ ਭਾਵਨਾ ਪੈਦਾ ਹੋ ਗਈ ਸਰਕਾਰ ਦੇ ਪ੍ਰਤੀ, ਹਿੰਦੂਆਂ ਦੇ ਪ੍ਰਤੀ। ਉਹਨਾਂ ਨੇ ਕੀ ਕੀਤਾ, ਉੱਥੋਂ ਦੇ ਜਿਹੜੇ ਹਿੰਦੂ ਸੀਗੇ ਉਹਨਾਂ ਨੂੰ ਮਾਰਨਾ ਸ਼ੁਰੂ ਕਰਤਾ, ਘਰ ਲੁੱਟਣੇ ਸ਼ੁਰੂ ਕਰਤੇ, ਔਰਤਾਂ ਨੂੰ ਲੁੱਟਣਾ ਸ਼ੁਰੂ ਕਰਤਾ, ਅੱਗ ਲਾਤੀ, ਤੇ ਉੱਥੇ ਇੱਥੋਂ ਤੱਕ ਕਿ ਜ਼ਬਰਦਸਤੀ ਜਿਹੜਾ ਸੀਗਾ ਉਹਨਾਂ ਨੂੰ ਮੁਸਲਮਾਨ ਵੀ ਬਣਾਉਣ ਲੱਗ ਪਏ ਸੀਗੇ। ਤੇ ਇਹਦੇ ਵਿੱਚ ਗਾਂਧੀ ਜਿਹੜਾ ਹੈਗਾ ਆ ਉਹ ਹਿੰਦੂਆਂ ਨੂੰ ਕੀ ਕਹਿੰਦਾ ਹੈਗਾ ਵੀ ਕਹਿੰਦਾ ਤੁਸੀਂ ਹੌਸਲਾ ਰੱਖੋ, ਰੱਬ ਤੇ ਯਕੀਨ ਰੱਖੋ, ਆਪਣੇ ਆਪ ਨੂੰ ਜਿਹੜਾ ਹੈਗਾ ਆ ਦ੍ਰਿੜ ਵਿਸ਼ਵਾਸ ਰੱਖੋ ਵੀ ਤੁਸੀਂ ਜੇ ਖੜੇ ਰਹੇ ਤੇ ਇਹ ਚੀਜ਼ ਜਿਹੜੀ ਆ ਬੰਦ ਹੋ ਜਾਣੀ ਆ। ਇੱਕ ਟਾਈਮ ਮੁਸਲਮਾਨ ਜਿਹੜੇ ਹੈਗੇ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰਨਗੇ ਵੀ ਇਹ ਜਿਹੜਾ ਕੰਮ ਕਰ ਰਿਹਾ ਗਲਤ ਕਰ ਰਹੇ ਹੈਗੇ ਆ। ਇੱਥੋਂ ਤੱਕ ਕਿ ਕਾਂਗਰਸ ਰੈਜ਼ੋਲੂਸ਼ਨ ਵੀ ਇੱਦਾਂ ਦਾ ਪਾਸ ਕੀਤਾ, ਉਹਨਾਂ ਦਾ ਵੀ ਜਿਹੜਾ ਮੇਨ ਮਕਸਦ ਸੀਗਾ ਇੰਨਾ ਕੁ ਉਹ ਉਹਨਾਂ ਨੇ ਕੋਈ ਨਿੰਦਿਆ ਨਹੀਂ, ਇੱਥੋਂ ਤੱਕ ਕਿ ਇੱਦਾਂ ਦਾ ਕੋਈ ਸ਼ਬਦ ਨਹੀਂ ਵਰਤਿਆ ਜਿਹਦੇ ਨਾਲ ਇਹ ਜ਼ਾਹਿਰ ਹੋਵੇ ਵੀ ਉਹ ਮੁਸਲਮਾਨਾਂ ਦੇ ਵਿਰੋਧ ਵਿੱਚ ਬੋਲ ਰਹੇ ਹੈਗੇ ਆ। ਇੱਦਾਂ ਦਾ ਕਾਂਗਰਸ ਦਾ ਜਿਹੜਾ ਉਸ ਟਾਈਮ ਰਵੱਈਆ ਸੀਗਾ। ਤੇ ਇਹ ਤਾਂ ਹੁਣ ਗਾਂਧੀ ਤੇ ਕਾਂਗਰਸ ਤੋਂ ਪੋਚਾ ਪਾ ਰਹੇ ਸੀਗੇ ਵੀ ਇੰਨਾ ਕਤਲੇਆਮ ਹੋ ਰਿਹਾ। ਮੋਪਲਾ ਜਿਹੜਾ ਹੈਗਾ ਦੰਗਾ ਵੀ ਹੋਇਆ ਹੈਗਾ ਆ ਮਾਲਾਬਾਰ ਕੋਸਟ ਕੇਰਲਾ ਵਿੱਚ, ਇਹਨਾਂ ਨੇ ਤਾਂ ਪਰਦਾ ਪਾਇਆ। ਫਿਰ ਜਿਹੜਾ ਸੀਗਾ ਸਵਾਮੀ ਸ਼ਰਧਾਨੰਦ ਜਿਹੜਾ ਸੀਗਾ, ਇਹ ਬੰਦਾ ਜਿਹੜਾ ਸੀਗਾ ਲਿਬਰੇਟਰ ਦਾ ਜਿਹੜਾ ਸੰਪਾਦਕ ਸੀਗਾ, ਇਹਨੇ ਫਿਰ ਗਾਂਧੀ ਤੇ ਕਾਂਗਰਸ ਨੂੰ ਐਕਸਪੋਜ਼ ਕੀਤਾ। ਇਹਨੇ ਫਿਰ ਜਿਹੜਾ ਸੀਗਾ ਵੀ ਆਪਣੇ 1926 ਚ ਕੀ ਹੋਇਆ, ਆਪਣੇ 30 ਸਤੰਬਰ, ਉਹਦੇ ਵਿੱਚ ਵੀ ਦੱਸਿਆ ਹੈਗਾ ਵੀ ਜਿਹੜੇ ਮੁਸਲਮਾਨ ਤੇ ਕ੍ਰਿਸਚਨ ਸੀਗੇ ਨਾ ਉਹ ਗਾਂਧੀ ਦੇ ਅਗੇਂਸਟ ਸੀਗੇ। ਇੱਦਾਂ ਹੀ ਜੁਲਾਈ 1926 ਦੇ ਵਿੱਚ ਦੱਸਦਾ ਹੈਗਾ ਆ ਵੀ ਜਿਹੜਾ ਆਪਣੇ ਲੋਕੀ ਮੁਸਲਮਾਨ ਲੋਕੀ ਸੀਗੇ ਨਾ ਉਹ ਕੁਰਾਨ ਪੜ੍ਹਦੇ ਸੀਗੇ, ਉਹਦੇ ਵਿੱਚ ਉਹ ਦੱਸਦੇ ਸੀਗੇ ਵੀ ਅਸੀਂ ਜਿਹਾਦ ਛੇੜਤਾ ਆ, ਤੇ ਜਿਹੜੇ ਕਾਫਿਰ ਲੋਕ ਹੈਗੇ ਆ, ਜਿਹੜੇ ਨਾਨ ਮੁਸਲਿਮ ਲੋਕ ਹੈਗੇ, ਉਹਨਾਂ ਨੂੰ ਮਾਰਨਾ ਸ਼ੁਰੂ ਕਰਤਾ। ਤੇ ਗਾਂਧੀ ਇਹਦੇ ਵਿੱਚ ਉਹਨਾਂ ਨੂੰ ਦੱਸ ਰਹੇ ਸੀਗੇ ਵੀ ਇਹ ਜਿਹੜੇ ਹੈਗੀ ਸਾਰੀ ਬ੍ਰਿਟਿਸ਼ ਸਰਕਾਰ ਦੀ ਚਾਲ ਹੈਗੀ ਆ। ਤੇ ਸ਼ਰਧਾਨੰਦ ਕਹਿੰਦਾ ਸੀਗਾ ਵੀ ਮੁਸਲਮਾਨ ਸ਼ਰੇਆਮ ਏਦਾਂ ਕਹਿ ਰਹੇ ਸੀਗੇ। ਤੇ ਤੀਸਰਾ ਜਿਹੜਾ ਇੰਸਟੈਂਟ ਸੀਗਾ ਮੋਪਲਾ ਰਾਇਟ ਜਿਹੜੇ ਹੋਏ ਸੀਗੇ, ਮੋਪਲਾ ਦਾ ਦੰਗਾ ਹੋਇਆ ਸੀਗਾ, ਉਹਦੇ ਵਿੱਚ ਉਹ ਦੱਸਦਾ ਹੈਗਾ ਵੀ ਇਹਦੇ ਵਿੱਚ ਵੀ ਜਿਹੜਾ ਹੈਗਾ ਕਾਂਗਰਸ ਨੂੰ ਨੰਗਾ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਤੇ ਚੌਥਾ ਇਵੈਂਟ ਦੱਸਦਾ ਹੈਗਾ ਵੀ 31 ਅਗਸਤ ਨੂੰ ਜਿਹੜਾ ਹੁੰਦਾ ਹੈਗਾ ਆ ਜਿਹਦੇ ਵਿੱਚ ਇਹ ਆਪਣੇ ਖਿਲਾਫ ਜਿਹੜਾ ਗਾਂਧੀ ਨੇ ਜਦੋਂ ਅੱਗ ਕਹਿੰਦੇ ਸੀਗੇ ਵੀ ਅਸੀਂ ਬਾਹਰਲੇ ਜਿਹੜੇ ਹੈਗੇ ਆ ਕੱਪੜੇ ਜਿਹੜੇ ਹੈਗੇ ਆ ਉਹਨਾਂ ਨੂੰ ਅੱਗ ਲਾ ਦਾਂਗੇ, ਇੱਦਾਂ ਗਾਂਧੀ ਨੇ ਜਿਹੜੇ ਉੱਥੋਂ ਦੇ ਕਾਫੀ ਲੀਡਰ ਸੀਗੇ, ਨਹਿਰੂ ਹੋ ਗਿਆ ਆਪਣੇ ਮੋਤੀ ਲਾਲ ਨਹਿਰੂ ਤੇ ਗਾਂਧੀ, ਇਹਨਾਂ ਕਈ ਕਾਂਗਰਸੀਆਂ ਨੇ ਮਿਲ ਕੇ ਜਿਹੜੇ ਆ ਕੱਪੜੇ ਸਾੜੇ ਸੀਗੇ। ਔਰ ਖਿਲਾਫਤ ਦੇ ਮੁਸਲਮਾਨ ਜਿਹੜੇ ਸੀਗੇ ਉਹਨਾਂ ਨੇ ਗਾਂਧੀ ਦੀ ਪਰਮਿਸ਼ਨ ਦੇ ਨਾਲ ਜਿਹੜੇ ਕੱਪੜੇ ਸੀਗੇ ਉਹ ਉੱਥੇ ਟਰਕੀ ਦੇ ਵਿੱਚ ਭੇਜੇ ਵੀ ਜਿਹੜੇ ਉੱਥੇ ਲੋਕਾਂ ਨੂੰ ਲੋੜ ਹੈਗੀ ਆ ਉਹਨਾਂ ਨੂੰ ਉਹ ਕੱਪੜੇ ਜਿਹੜੇ ਆ ਉਹ ਵਰਤ ਸਕਣ। ਇੱਥੇ ਉਹ ਅੱਗ ਲਾਉਂਦੇ ਸੀਗੇ, ਮੁਸਲਮਾਨਾਂ ਨੇ ਕੱਪੜੇ ਉੱਥੇ ਭੇਜਤੇ ਵੀ ਤਾਂ ਕਿ ਉੱਥੇ ਉਹਨਾਂ ਦੇ ਕੰਮ ਆ ਸਕਣ, ਪਰ ਗਾਂਧੀ ਹੁਣੀ ਔਰ ਕਾਂਗਰਸ ਨੇ ਇੱਥੇ ਅੱਗ ਲਾ ਰਹੇ ਸੀਗੇ। ਇੱਦਾਂ ਦਾ ਉਹਨਾਂ ਦਾ ਜਿਹੜਾ ਸੀਗਾ ਵਿਵਹਾਰ ਸੀਗਾ। ਇਸ ਤੋਂ ਬਾਅਦ ਦੋ ਇੱਦਾਂ ਦੇ ਹੋਰ ਜਿਹੜੇ ਇੰਸੀਡੈਂਟ ਆਉਂਦੇ ਹੈਗੇ 1924 ਦੇ ਵਿੱਚ ਹੁਣ ਆ ਜਾਂਦੇ ਆਪਾਂ, ਤੇ ਜਿਹਦੇ ਵਿੱਚ ਗਾਂਧੀ ਜਿਹੜਾ ਹੈਗਾ ਆ ਇੱਕ ਫਾਸਟ ਰੱਖਦਾ ਹੈਗਾ ਆ, ਵਰਤ ਰੱਖਦਾ ਆਪਣਾ, ਤੇ ਤਾਂ ਕਿ ਹਿੰਦੂ ਮੁਸਲਿਮ ਏਕਤਾ ਨੂੰ ਜੋੜਿਆ ਜਾ ਸਕੇ। ਗਾਂਧੀ ਨੂੰ ਸਮਝ ਆ ਗਿਆ ਸੀਗਾ ਵੀ 1922 ਤੋਂ ਲੈ ਕੇ 20 ਤੋਂ ਲੈ ਕੇ 24 ਦੇ ਵਿੱਚ ਕਾਫੀ ਜਿਹੜਾ ਹੈਗਾ ਨੁਕਸਾਨ ਹੋਇਆ ਹੈਗਾ ਵੀ ਮੁਸਲਮਾਨ ਹਿੰਦੂ ਆਪਸ 'ਚ ਲੜ ਰਹੇ ਹੈਗੇ ਆ, ਪਰ ਕਹਿੰਦਾ ਵੀ ਮੈਂ ਫਾਸਟ ਕਰਨਾ ਹੈਗਾ ਆ ਮੁਹੰਮਦ ਅਲੀ ਦੇ ਘਰ। ਉਹਨੇ ਦੇਖਿਆ ਵੀ ਅਮੇਠੀ, ਸੰਭਲ ਤੇ ਗੁਲਬਰਗਾ ਦੇ ਵਿੱਚ ਕਾਫੀ ਜਿਹੜਾ ਹੈਗਾ ਆ ਹਿੰਦੂ ਮੁਸਲਮਾਨਾਂ ਦੇ ਵਿੱਚ ਤਣਾਅ ਹੋ ਗਿਆ ਹੈਗਾ ਆ, ਔਰ ਕੋਹਟ ਨਾਂ ਦੇ ਸ਼ਹਿਰ ਦੇ ਵਿੱਚ ਵੀ ਉੱਥੇ ਵੀ ਦੰਗੇ ਹੋਏ ਹੈਗੇ, ਉੱਥੇ ਵੀ ਕਾਫੀ ਨੁਕਸਾਨ ਹੋਇਆ ਹੈਗਾ ਆ। ਤੇ ਇਹ ਜਿਹੜੀ ਹੈ ਨਫ਼ਰਤ ਦੀ ਭਾਵਨਾ ਹੈਗੀ ਹਿੰਦੂ ਮੁਸਲਮਾਨਾਂ ਦੇ ਵਿੱਚ, ਇਹਨੂੰ ਦੂਰ ਕਰਨ ਲਈ ਹੁਣ ਮੈਂ ਪ੍ਰਾਸ਼ਚਿਤ ਕਰਾਂਗਾ। ਕਹਿੰਦਾ ਮੈਨੂੰ ਇਹਦਾ ਸੋਲੂਸ਼ਨ ਲੱਭਦਾ ਹੈਗਾ ਵੀ ਮੈਨੂੰ ਜਿਹੜਾ ਹੈਗਾ ਆ ਪ੍ਰਾਸ਼ਚਿਤ ਕਰਨਾ ਚਾਹੀਦਾ ਆ। ਤੇ ਪ੍ਰਾਸ਼ਚਿਤ ਕਿੱਦਾਂ ਕਰਦਾ ਸੀ ਗਾਂਧੀ? ਭੁੱਖ ਹੜਤਾਲ ਤੇ ਬੈਠ ਕੇ। ਤੇ ਉਹਦੇ ਵਿੱਚ ਕੀ ਸੀਗਾ ਉਹ ਕਿੱਥੇ ਕੀਤੀ ਉਹਨੇ, ਜਿਹੜਾ ਮੌਲਾਨਾ ਮੁਹੰਮਦ ਅਲੀ ਸੀਗਾ ਉਹਦੇ ਘਰ ਤੋਂ ਘਰੇ ਰਹਿ ਕੇ ਭੁੱਖ ਹੜਤਾਲ ਕੀਤੀ। ਉਹਦੇ ਦੋ ਡਾਕਟਰ ਸੀਗੇ, ਅੰਸਾਰੀ ਤੇ ਅਬਦੁਲ ਰਹਿਮਾਨ, ਉਹਦੀ ਜਿਹੜੇ ਮੈਡੀਕਲ ਐਡਵਾਈਜ਼ਰ ਸੀਗੇ। ਜਦੋਂ ਇਹਨੇ ਭੁੱਖ ਹੜਤਾਲ ਕੀਤੀ ਤੇ ਇਦਾਂ ਇਹਨੇ ਗਾਂਧੀ ਨੇ ਭੁੱਖ ਹੜਤਾਲ ਕੀਤੀ ਤਾਂ ਕਿ ਜਿਹੜੇ ਸੀਗੇ ਹਿੰਦੂ ਮੁਸਲਮਾਨ ਇਕੱਠੇ ਆ ਸਕਣ। ਦਿਮਾਗ ਗਾਂਧੀ ਦਾ ਹਲੇ ਵੀ ਉੱਥੇ ਫਸਿਆ ਸੀਗਾ। ਤੇ ਇਹਦੇ ਨਾਲ ਕੀ ਹੋਇਆ, ਅਸਰ ਤਾਂ ਲੋਕਾਂ ਦਾ ਜ਼ਿਆਦਾ ਨਹੀਂ ਹੋਇਆ। ਇਹ ਹੈ ਵੀ ਲੋਕੀ ਇਕੱਠੇ ਹੋ ਕੇ ਇੱਕ ਜਿਹੜੀ ਹੈਗੀ ਹੈ ਏਕਤਾ ਮੰਚ ਬਣਾਉਣ ਲੱਗ ਪਏ, ਪਰ ਹੌਲੀ ਹੌਲੀ ਉਹ ਜਿੱਦਾਂ ਬਣਾਉਂਦੇ ਸੀਗੇ ਉਦਾਂ ਹੀ ਲੋਕਾਂ ਦੇ ਜਿਹੜੇ ਵਿਚਾਰ ਸੀਗੇ ਇੱਕ ਜਗ੍ਹਾ ਤਾਂ ਹੈ ਨਹੀਂ ਸੀਗੇ ਹਿੰਦੂ ਮੁਸਲਮਾਨਾਂ ਦੇ, ਤੇ ਉਹ ਦਿਖਾਵੇ ਲਈ ਜਿਹੜਾ ਕਰ ਰਹੇ ਸੀਗੇ ਵੀ ਏਕਤਾ ਮੰਚ ਬਣਾ ਰਹੇ ਆ, ਤੇ ਉਹ ਤਾਂ ਨਤੀਜਾ ਜਿਹੜਾ ਸੀਗਾ ਕੋਈ ਨਿਕਲ ਨਹੀਂ ਰਿਹਾ ਸੀਗਾ। ਔਰ ਇਦਾਂ ਹੀ ਫਿਰ 1900 ਜਿਹੜਾ ਸੀਗਾ ਵੀ ਦੇਖ ਲਓ ਅੱਗੇ ਜਾਂਦੇ ਆ ਆਪਣੇ
ਜਦੋਂ ਰਾਊਂਡ ਟੇਬਲ ਕਾਨਫਰੰਸ ਦੀ ਗੱਲ ਆਉਂਦੀ ਹੈਗੀ ਉਹਦੇ ਵਿੱਚ ਵੀ ਜਿਹੜਾ ਸੀਗਾ ਇਹਨੇ ਮੁਸਲਮਾਨਾਂ ਦਾ ਵਿਰੋਧ ਨਹੀਂ ਕੀਤਾ। ਗਾਂਧੀ ਨੇ ਬਲੈਂਕ ਚੈੱਕ ਲਿਖ ਕੇ ਦੇ ਦਿੱਤਾ ਵੀ ਜਦੋਂ ਕਮਿਊਨਲ ਸੈਟਲਮੈਂਟ ਹੋਈ ਹੈ, ਪਰ ਸ਼ੁਰੂ ਇਹਦੇ ਵਿੱਚ ਨਹੀਂ ਲਿਖਿਆ ਹੈਗਾ, ਪਰ ਉਹਦੇ ਵਿੱਚ ਜਦੋਂ ਅਨਟੱਚੇਬਲਸ ਨੂੰ ਮਿਲਿਆ ਸੀਗਾ ਉਹਦੇ ਵਿੱਚ ਤਾਂ ਕਾਫੀ ਵਿਰੋਧ ਕੀਤਾ ਜਦੋਂ ਆਪਾਂ ਪੜ੍ਹ ਕੇ ਹਟੇ ਹਾਂ। ਪਰ ਇਹਦੇ ਵਿੱਚ ਉਹ ਕਹਿੰਦੇ ਗਾਂਧੀ ਨੇ ਜਿਹੜਾ ਸੀ ਰਾਊਂਡ ਟੇਬਲ ਕਾਨਫਰੰਸ ਦੇ ਵਿੱਚ ਵੀ ਵਿਰੋਧ ਕੀਤਾ ਸੀਗਾ, ਪਰ ਜਦੋਂ ਮੁਸਲਮਾਨਾਂ ਨੂੰ ਕਮਿਊਨਲ ਅਵਾਰਡ ਮਿਲ ਗਿਆ ਕਾਂਗਰਸ ਤੇ ਗਾਂਧੀ ਨੇ ਉਹਨੂੰ ਅਪਰੂਵ ਨਹੀਂ ਕੀਤਾ। ਪਰ ਜਦੋਂ ਕਾਂਗਰਸ ਨੇ ਵੋਟਿੰਗ ਪਾਈ ਆ ਉਹਦੇ ਵਿੱਚ ਇਹਨਾਂ ਨੇ ਉਹਦੇ ਅਗੇਂਸਟ ਨਹੀਂ ਵੋਟਿੰਗ ਪਾਈ ਹੈਗੀ। ਇਹ ਜਿਹੜਾ ਹੈਗਾ ਇਹ ਦੋਗਲੀ ਨੀਤੀ ਇਹਨਾਂ ਦੀ ਸੀਗੀ, ਸਾਹਮਣੇ ਆਉਂਦੀ ਹੈਗੀ ਆ। ਤੇ ਹੁਣ ਇਹਦਾ ਨਤੀਜਾ ਕੀ ਹੋਇਆ ਵੀ ਗਾਂਧੀ ਨੇ ਇੰਨੇ ਪ੍ਰਯਾਸ ਕੀਤੇ ਹੈਗੇ ਆ ਵੀ ਹਿੰਦੂ ਮੁਸਲਮਾਨ ਇੱਕ ਲੈਵਲ ਤੇ ਆ ਜਾਣ, ਇਕੱਠੇ ਹੋ ਜਾਣ, ਵੀ ਆਪਣਾ ਪਾਗਲਪਨ ਵੀ ਦਿਖਾਇਆ, ਵੀ ਦੇਸ਼ ਨੂੰ ਵੀ ਦਾਅ ਤੇ ਲਾ ਕੇ ਰੱਖਤਾ। ਜਦੋਂ ਅਫਗਾਨ ਨੇ ਵਾਰ ਕੀਤਾ ਉਸ ਤੋਂ ਬਾਅਦ ਹਿੰਦੂ ਮੁਸਲਮਾਨਾਂ ਦੇ ਵਿੱਚ ਕਿੰਨੇ ਦੰਗੇ ਹੁੰਦੇ ਹੈਗੇ ਆ, ਉਹਨੂੰ ਵੀ ਪਰਾ ਦਰਕਨਾਰ ਕਰਕੇ ਗਾਂਧੀ ਉਸੇ ਜਗ੍ਹਾ ਤੇ ਅੜਿਆ ਰਿਹਾ ਵੀ ਹਿੰਦੂ ਮੁਸਲਮਾਨ ਜਿਹੜੇ ਹੈਗੇ ਆ ਏਕਤਾ ਬਣੇ। ਇੱਥੋਂ ਤੱਕ ਕਿ ਖਿਲਾਫਤ ਮੂਵਮੈਂਟ ਵੀ ਜਿਹੜੀ ਹੋਈ ਹੈਗੀ ਆ ਉਹਦੇ ਵਿੱਚ ਵੀ ਹਾਲਾਂਕਿ ਟਰਕੀ ਦੇ ਲੋਕ ਚਾਹੁੰਦੇ ਹੈਗੇ, ਪਰ ਗਾਂਧੀ ਚਾਹੁੰਦਾ ਸੀਗਾ ਵੀ ਗਾਂਧੀ ਦੀ ਇੰਨੀ ਵੀ ਅੰਡਰਸਟੈਂਡਿੰਗ ਨਹੀਂ ਸੀਗੀ, ਉਹਦੇ ਵਿੱਚ ਵੀ ਇਹ ਪੱਕਾ ਅੜਿਆ ਰਿਹਾ। ਤੇ ਹੁਣ ਜਿਹੜਾ ਅੱਗੇ ਜਿਹੜਾ ਸੀਕੁਐਂਸ ਆਉਂਦਾ ਹੈਗਾ ਆ ਵੀ 1920 ਤੋਂ ਲੈ ਕੇ 1940 ਦੇ ਵਿੱਚ ਬਾਬਾ ਸਾਹਿਬ ਦੱਸਦੇ ਆ ਵੀ ਹਿੰਦੂਆਂ ਔਰ ਮੁਸਲਮਾਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਸੀਗਾ ਸਥਿਤੀ ਸੀਗੀ, ਕਿਸ ਤਰ੍ਹਾਂ ਦੀ ਰਿਲੇਸ਼ਨਸ਼ਿਪ ਸੀਗੀ। ਇੱਕ ਤਣਾਵਪੂਰਨ ਜਿਹੜੀ ਆ ਰਿਲੇਸ਼ਨਸ਼ਿਪ ਸੀਗੀ ਜਿਹਦੇ ਵਿੱਚ ਬਹੁਤ ਹੀ ਜਿਹੜੇ ਦੰਗੇ ਹੋਏ ਹੈਗੇ ਆ। 1920 ਦੇ ਵਿੱਚ ਮਾਲਾਬਾਰ ਦੇ ਵਿੱਚ ਹੁੰਦਾ ਜਿਹੜਾ ਮੋਪਲਾ ਦੰਗੇ ਹੁੰਦੇ ਆ ਜਿਹਦਾ ਆਪਾਂ ਗੱਲ ਕਰਕੇ ਹਟੇ ਹਾਂ। 1921 ਤੋਂ ਲੈ ਕੇ 1922 ਦੇ ਵਿੱਚ ਬੰਗਾਲ ਔਰ ਪੰਜਾਬ ਦੇ ਵਿੱਚ ਦੰਗੇ ਹੁੰਦੇ ਹੈਗੇ ਮੁਸਲਮਾਨਾਂ ਦੇ ਵਿੱਚ ਤੇ ਔਰ ਹਿੰਦੂਆਂ ਦੇ ਵਿੱਚ। 1923 ਔਰ 1924 ਦੇ ਵਿੱਚ ਵੀ ਹਿੰਦੂ ਮੁਸਲਮਾਨਾਂ ਦੇ ਵਿੱਚ ਦੰਗੇ ਹੁੰਦੇ ਆ ਜਿਹਦੇ ਵਿੱਚ 155 ਲੋਕ ਮਰ ਜਾਂਦੇ ਆ। 1924-25 ਵਿੱਚ ਵੀ ਦੰਗੇ ਹੁੰਦੇ ਹੈਗੇ ਆ ਦਿੱਲੀ, ਨਾਗਪੁਰ, ਲਖਨਊ, ਮੁਰਾਦਾਬਾਦ, ਭਗਲਪੁਰ, ਸ਼ਾਹਜਹਾਨਪੁਰ ਤੇ ਨਿਜ਼ਾਮ ਦਾ ਗੁਲਬਰਗਾ ਏਰੀਆ ਇਹਦੇ ਵਿੱਚ ਹੁੰਦੇ ਆ। 1924 ਔਰ 25 ਦੇ ਵਿੱਚ ਵੀ ਕਾਫੀ ਜਗ੍ਹਾ ਦੰਗੇ ਹੁੰਦੇ ਆ। ਇੱਕ ਕਲਕੱਤਾ ਦੇ ਵਿੱਚ ਜਿਹੜੇ ਹੁੰਦੇ ਆ 44 ਜਣੇ ਮਰ ਜਾਂਦੇ ਆ, 584 ਉਹਦੇ ਵਿੱਚ ਘਾਇਲ ਹੋ ਜਾਂਦੇ। ਇੱਦਾਂ ਹੀ ਜਿਹੜਾ ਹੈਗਾ ਕੰਕੀ ਨਾਰਾ ਦੇ ਵਿੱਚ ਵੀ ਜਿਹੜੀ ਆ ਦੰਗੇ ਹੁੰਦੇ ਹੈਗੇ ਉਹਦੇ ਵਿੱਚ ਵੀ ਜਿਹੜੇ 66 ਲੋਕ ਜਿਹੜੇ ਮਰ ਜਾਂਦੇ ਹੈਗੇ ਆ। ਫਿਰ 1926 ਦੇ ਵਿੱਚ ਵੀ ਦੰਗੇ ਜਿਹੜੇ ਹੁੰਦੇ ਆ ਲਗਾਤਾਰ ਹੀ ਚੱਲਦੇ ਰਹਿੰਦੇ ਹੈਗੇ ਆ। 1926-27 ਦੇ ਵਿੱਚ ਵੀ ਕਲਕੱਤਾ, ਬੰਗਾਲ, ਪੰਜਾਬ ਤੇ ਯੂਪੀ ਦੇ ਵਿੱਚ 40 ਵਾਰ ਦੰਗੇ ਹੁੰਦੇ ਹੈਗੇ ਆ ਤੇ 196 ਲੋਕ ਮਰਦੇ ਆ ਤੇ 1600 ਲੋਕ ਜਿਹੜੇ ਆ ਜ਼ਖਮੀ ਹੋ ਜਾਂਦੇ ਹੈਗੇ ਆ। ਤੇ ਇਹ ਜਿਹੜੇ 1927-28 ਦੇ ਵਿੱਚ ਵੀ ਕਾਫੀ ਦੰਗੇ, 25 ਵਾਰ ਦੰਗੇ ਹੁੰਦੇ। ਇੱਦਾਂ ਹੀ 1927 ਦੇ ਵਿੱਚ ਵੀ ਲਾਹੌਰ ਦੇ ਵਿੱਚ ਕਾਫੀ ਦੰਗੇ ਹੁੰਦੇ ਹੈਗੇ। ਇਹਦੇ ਵਿੱਚ ਦੰਗਿਆਂ ਦੇ ਵਿੱਚ ਜਿਹੜਾ ਸੀਗਾ ਮੁਸਲਮਾਨ ਔਰ ਸਿੱਖਾਂ ਦੇ ਵਿੱਚ ਕਾਰਨ ਸੀਗਾ ਦੰਗਿਆਂ ਦਾ। ਇੱਦਾਂ ਹੀ 1927 ਦੇ ਵਿੱਚ ਰੰਗੀਲਾ ਰਸੂਲ ਤੇ ਜਿਹੜੀ ਲਿਖੀ ਸੀਗੀ ਵੀ ਜਿਹੜੇ ਉਹਦੇ ਆਪਣੇ ਪ੍ਰੋਫਿਟ ਮੁਹੰਮਦ ਸੀਗਾ ਉਹਦੀ ਜਿਹੜੀ ਆ ਪਰਸਨਲ ਲਾਈਫ, ਉਹਦੀ ਮੈਰਿਜ ਲਾਈਫ ਦੇ ਬਾਰੇ ਜੋ ਗਲਤ ਮਲਤ ਹਿੰਦੂਆਂ ਨੇ ਲਿਖਿਆ ਸੀਗਾ ਉਹਨੂੰ ਰੰਗੀਲਾ ਰਸੂਲ ਕਹਿੰਦੇ ਸੀਗੇ। ਤੇ ਇਹਦੇ ਵਿੱਚ ਮੁਸਲਮਾਨਾਂ ਨੇ ਵੀ ਲਿਖਿਆ ਸੀਗਾ ਸਿਤਾਕਾ ਚਨਾਲਾ, ਜਿਹਦੇ ਵਿੱਚ ਜਿਹੜਾ ਉਹਨਾਂ ਨੇ ਸੀਤਾ ਨੂੰ ਭੰਡਾਰੀ ਉਹਨੂੰ ਇੱਕ ਵੈਸ਼ਾ ਦੀ ਤਰ੍ਹਾਂ ਦੱਸਿਆ ਗਿਆ। ਇਹਨਾਂ ਚੀਜ਼ਾਂ ਕਰਕੇ ਵੀ ਕਾਫੀ ਇਹਨਾਂ ਦੇ ਵਿੱਚ ਜਿਹੜਾ ਹੈਗਾ ਤਣਾਅ ਜ਼ਿਆਦਾ ਵੱਧ ਗਿਆ ਤੇ ਜਿਹੜੇ ਆ ਦੰਗੇ ਹੋਏ। 1938-29 ਦੇ ਵਿੱਚ ਵੀ ਕਾਫੀ ਦੰਗੇ ਹੋਏ। 29-30 ਦੇ ਵਿੱਚ ਵੀ ਲਾਹੌਰ ਦੇ ਵਿੱਚ ਕਾਫੀ ਦੰਗੇ ਹੋਏ। ਇਹਦੇ 1930-31 ਦੇ ਵਿੱਚ ਵੀ ਜਦੋਂ ਇਹਨਾਂ ਨੇ ਸਿਵਲ ਡਿਸਓਬੀਡੀਐਂਸ ਮੂਵਮੈਂਟ ਚਲਾਈ ਹੈਗੀ ਉਹਦੇ ਚੱਲਦੇ ਨਾਲ ਹੀ ਦੰਗੇ ਸ਼ੁਰੂ ਹੋ ਗਏ ਇੰਡੀਆ ਦੇ ਵਿੱਚ। ਕਈ ਜਗ੍ਹਾ ਦੰਗੇ ਹੋਏ, ਬੰਗਾਲ ਦੇ ਵਿੱਚ ਦੰਗੇ ਹੋਏ, ਯੂਪੀ ਦੇ ਵਿੱਚ, ਮਦਰਾਸ ਦੇ ਵਿੱਚ, ਫਿਰ ਆਪਣੇ ਬਿਹਾਰ, ਉੜੀਸਾ ਦੇ ਵਿੱਚ ਹੋਏ ਆ। ਦੰਗੇ ਕਿੱਥੇ ਹੁੰਦੇ ਸੀਗੇ ਜਦੋਂ ਇਹ ਬਕਰੀਦ ਮਨਾਉਂਦੇ ਹੁੰਦੇ ਸੀਗੇ ਮੁਸਲਮਾਨ, ਉਦੋਂ ਹੁੰਦੇ ਸੀਗੇ। ਜੇ ਕਿ ਮੁਸਲਮਾਨਾਂ ਦਾ ਜਿਹੜਾ ਸੀਗਾ ਆਪਣੇ ਹਿੰਦੂਆਂ ਦਾ ਜਦੋਂ ਇਹਨਾਂ ਦੇ ਮੁਹੱਰਮ ਮਨਾਉਂਦੇ ਸੀਗੇ ਤੇ ਉਦੋਂ ਵੀ ਇਹ ਜਿਹੜੇ ਸੀਗੇ ਵੀ ਹਿੰਦੂਆਂ ਨੂੰ ਇਤਰਾਜ਼ ਹੁੰਦਾ ਸੀਗਾ, ਉੱਥੇ ਇੱਟਾਂ ਸਿੱਟ ਦਿੰਦੇ ਹੁੰਦੇ ਸੀਗੇ, ਇੱਦਾਂ ਦੰਗੇ ਸ਼ੁਰੂ ਹੋ ਜਾਂਦੇ ਹੁੰਦੇ ਸੀਗੇ। ਇੱਦਾਂ ਇਹਨਾਂ ਦੇ ਜਿਹੜੇ ਹੈਗੇ 1931-32 ਦੇ ਵਿੱਚ ਵੀ ਕਾਫੀ ਜਿਹੜੇ ਆ ਦੰਗੇ, ਕਾਨਪੁਰ ਦੇ ਵਿੱਚ 300 ਮੌਤਾਂ ਹੋ ਗਈਆਂ ਉਹਦੇ ਵਿੱਚ। 1932-33 ਦੇ ਵਿੱਚ ਵੀ ਦੰਗੇ ਜਿਹੜੇ ਹੈਗੇ ਥੋੜਾ ਠੱਲ ਪੈ ਗਈ ਸੀ ਕਿਉਂਕਿ ਉੱਥੇ ਜਿਹੜੀ ਬ੍ਰਿਟਿਸ਼ ਸਰਕਾਰ ਜਿਹੜੀ ਉਹਨਾਂ ਦੀ ਆਰਮੀ ਜਿਹੜੀ ਸੀਗੀ ਜਾਂ ਪੁਲਿਸ ਸੀਗੀ ਸਟਰੋਂਗ ਸੀਗੀ ਥੋੜੀ। 1933-34 ਦੇ ਵਿੱਚ ਵੀ ਫਿਰ ਵੀ ਇਹਨਾਂ ਦੇ ਫਿਰ ਸ਼ੁਰੂ ਹੋ ਗਏ ਦੰਗੇ। ਆਗਰੇ ਦੇ ਵਿੱਚ ਹੋਏ, ਮਦਰਾਸ ਦੇ ਵਿੱਚ ਹੋਏ। ਜਦੋਂ ਇਹਨਾਂ ਦੇ ਤਿਉਹਾਰ ਹੁੰਦੇ ਸੀਗੇ ਹਿੰਦੂ ਮੁਸਲਮਾਨਾਂ ਦੇ ਉਦੋਂ ਇਹ ਦੰਗੇ ਜਿਹੜੇ ਸ਼ੁਰੂ ਕਰ ਦਿੰਦੇ ਹੁੰਦੇ। ਛੋਟੀ-ਛੋਟੀਆਂ ਗੱਲਾਂ ਤੋਂ ਵੀ ਦੰਗੇ ਇਹਨਾਂ ਦੇ ਹੋ ਜਾਂਦੇ ਹੁੰਦੇ ਸੀ। 1934, 35, 36, 37, 38, 39 ਤੇ 40 ਤੱਕ ਦੰਗੇ ਹੀ ਹੁੰਦੇ ਰਹੇ ਆ। 20 ਸਾਲ ਇੱਦਾਂ ਦਾ ਮਾਹੌਲ ਰਿਹਾ ਹਿੰਦੂ ਮੁਸਲਮਾਨਾਂ ਦੇ ਵਿੱਚ ਜਿੱਥੇ ਕਿ ਕਿੰਨੇ ਹੀ ਲੋਕ ਮਾਰੇ ਗਏ। ਇੱਕ ਸਿਵਲ ਵਾਰ ਦੀ ਤਰ੍ਹਾਂ ਜਿਹੜੀ ਸਿਚੁਏਸ਼ਨ ਇੱਥੇ ਕ੍ਰੀਏਟ ਹੋ ਗਈ ਸੀ ਇੰਡੀਆ ਦੇ ਵਿੱਚ, ਜਿਹੜੀ ਕਿ ਗਾਂਧੀ ਨੂੰ ਕਦੀ ਨਜ਼ਰ ਨਹੀਂ ਆਈ ਹੈਗੀ। ਤੇ ਇਹ ਜਿਹੜੀ ਹੈ ਬਾਬਾ ਸਾਹਿਬ ਦੱਸਦੇ ਆ ਵੀ ਇਹ ਭਾਰਤ ਦਾ ਹਾਲ ਹੈ। ਇੱਥੋਂ ਤੱਕ ਕਿ ਬੰਬੇ ਦੇ ਵਿੱਚ ਵੀ ਇਦਾਂ ਹੀ ਹੋਇਆ। ਬੰਬੇ ਦੇ ਵਿੱਚ ਵੀ
1893 ਦੇ ਵਿੱਚ ਪਹਿਲੀ ਵਾਰ ਹਿੰਦੂ ਮੁਸਲਮਾਨ ਦੰਗੇ ਹੋਏ ਆ, ਫਿਰ 1893 ਤੋਂ 1829 ਦੇ ਵਿੱਚ ਸ਼ਾਂਤੀ ਰਹੀ ਹੈ। ਉਸ ਤੋਂ ਬਾਅਦ ਫਿਰ ਦੰਗੇ ਸ਼ੁਰੂ ਹੋ ਗਏ। 1829 ਤੋਂ ਲੈ ਕੇ ਅਪ੍ਰੈਲ 1929 ਤੋਂ ਲੈ ਕੇ ਅਪ੍ਰੈਲ 1938 ਦੇ ਵਿੱਚ 9 ਸਾਲਾਂ ਦੇ ਵਿੱਚ 10 ਵਾਰ ਦੰਗੇ ਹੋਏ ਆ, ਔਰ 10 ਸਾਲਾਂ ਦੇ ਵਿੱਚ 210 ਦਿਨ ਲੋਕੀ ਜਿਹੜੇ ਲੜਦੇ ਰਹੇ ਆ ਦੰਗਿਆਂ ਦੇ ਵਿੱਚ। 550 ਲੋਕੀ ਮਾਰੇ ਗਏ ਔਰ 4500 ਲੋਕੀ ਜ਼ਖਮੀ ਹੋਏ ਆ। ਇੰਨਾ ਜਿਹੜਾ ਹੈਗਾ ਨੁਕਸਾਨ ਹੋਇਆ ਹੈਗਾ ਆ। ਤੇ ਫਿਰ ਕਹਿੰਦੇ ਆ ਵੀ ਹਿੰਦੂ ਮੁਸਲਿਮ ਏਕਤਾ ਜਿਹੜੀ ਹੈ ਇਕੱਠੀ ਹੈਗੀ ਹੈ ਜਾਂ ਬਰਕਰਾਰ ਹੈਗੀ ਹੈ। ਤੇ ਇਹਦੇ ਵਿੱਚ ਹੁਣ ਜਿਹੜਾ ਪੰਜਵਾਂ ਪਾਰਟ ਹੈਗਾ, ਜਿੱਦਾਂ ਉੱਪਰ ਦੇਖ ਕੇ ਟਾਈਮ ਵੀ 1920 ਤੋਂ ਲੈ ਕੇ 1940 ਦੇ ਵਿੱਚ ਹਿੰਦੂ ਮੁਸਲਮਾਨ ਦੇ ਵਿੱਚ ਜਿੰਨਾ ਤਣਾਅ ਸੀਗਾ, ਦੰਗੇ ਹੋਇਆ, ਇੱਕ ਸਿਵਲ ਵਾਰ ਵਾਲੀ ਕੰਡੀਸ਼ਨ 20 ਸਾਲ ਤੱਕ ਜਿਹੜੀ ਬਣੀ ਰਹੀ ਇੰਡੀਆ ਦੇ ਵਿੱਚ। ਫਿਰ ਇਹ ਚਾਹੁੰਦੇ ਹੈਗੇ ਆ ਵੀ ਇਹ ਗਾਂਧੀ ਨੂੰ ਜਿਹੜਾ ਹੈਗਾ, ਇਹਨਾਂ ਤੋਂ ਬਾਅਦ ਵੀ ਜਿਹੜੀ ਸਮਝ ਨਹੀਂ ਲੱਗੀ ਵੀ ਹਿੰਦੂ ਮੁਸਲਿਮ ਜਿਹੜਾ ਹੈਗੀ ਹੈ ਏਕਤਾ ਦਾ ਜਿਹੜਾ ਇਹ ਸੁਪਨਾ ਲੈ ਕੇ ਚੱਲ ਰਿਹਾ, ਇਹ ਜ਼ਮੀਨੀ ਹਕੀਕਤ ਨੂੰ ਨਹੀਂ ਦੇਖ ਰਿਹਾ ਹੈਗਾ ਬੰਦਾ। ਇਹਦੇ ਵਿੱਚ ਬਾਬਾ ਸਾਹਿਬ ਦੱਸਦੇ ਆ ਵੀ ਔਰਤਾਂ ਦਾ ਵੀ ਜਿਹੜਾ ਹੈਗਾ ਰੈਕਡ ਆਪਣੇ ਤੋਂ ਘੱਟ ਸੀਗਾ, ਪਰ 1932 ਦੇ ਵਿੱਚ ਜਿਹੜਾ ਕਤਲੇਆਮ ਹੋਇਆ ਜਾਂ ਜਿਹੜੀ ਦੰਗੇ ਹੋਏ ਆ, ਉਹਦੇ ਵਿੱਚ ਥੋੜਾ ਬਹੁਤ ਰੈਕਡ ਔਰਤਾਂ ਦਾ ਵੀ ਆਉਂਦਾ ਹੈਗਾ ਆ। ਤੇ ਇਹਦੇ ਵਿੱਚ ਦੱਸਦੇ ਬਾਬਾ ਸਾਹਿਬ 1922 ਤੋਂ ਲੈ ਕੇ 1927 ਦੇ ਵਿੱਚ ਜਿਹੜੀਆਂ ਹੈਗੀਆਂ 568 ਔਰਤਾਂ ਜਿਹੜੀਆਂ ਅਗਵਾ ਕੀਤੀਆਂ ਗਈਆਂ, ਜਿਨ੍ਹਾਂ ਦੇ ਵਿੱਚ 101 ਜਿਹੜੀਆਂ ਅਣਵਿਆਹੀਆਂ ਸੀਗੀਆਂ ਤੇ 447 ਜਿਹੜੀਆਂ ਵਿਆਹੀਆਂ ਸੀਗੀਆਂ। ਤੇ ਜਿਹੜੀਆਂ 67 ਵਿਆਹੀਆਂ ਸੀਗੀਆਂ, ਉਹਨਾਂ ਦੇ ਵਿੱਚ 331 ਹਿੰਦੂ ਸੀਗੀਆਂ, 122 ਮੁਸਲਮਾਨ ਤੇ 2 ਕ੍ਰਿਸਚਨ, ਤੇ 12 ਦਾ ਨਹੀਂ ਪਤਾ ਸੀਗਾ ਵੀ ਕੌਣ ਹੈਗੇ ਆ। ਤੇ 10% ਸਾਰੀ ਰਿਪੋਰਟਿੰਗ ਹੁੰਦੀ ਹੈ ਇਹਦੇ ਵਿੱਚ। ਤੇ 10% ਮਤਲਬ 90% ਰਿਪੋਰਟਿੰਗ, ਜੇ ਉਹ 90% ਆਪਾਂ ਸਾਰੀ ਮਿਲਾਵਾਂਗੇ ਤੇ ਉਹਦੇ ਹਿਸਾਬ ਨਾਲ 35,000 ਜਿਹੜੀਆਂ ਔਰਤਾਂ ਆ ਉਹ ਅਗਵਾ ਕੀਤੀਆਂ ਗਈਆਂ ਸਿਰਫ ਬੰਗਾਲ ਦੇ ਵਿੱਚ 1922 ਤੋਂ ਲੈ ਕੇ 1927 ਦੇ ਵਿੱਚ। ਇੰਨਾ ਕੁ ਜਿਹੜਾ ਸੀਗਾ ਹਾਲ ਜਿਹੜਾ ਮਾੜਾ ਸੀਗਾ। ਤੇ ਜੇ ਇਹਨਾਂ ਦਾ ਇੱਕ ਕਮਿਊਨਿਟੀ ਦਾ ਦੂਸਰੇ ਕਮਿਊਨਿਟੀ ਦੇ ਪ੍ਰਤੀ ਵੀ ਕਿੰਨਾ ਪ੍ਰੇਮ ਹੈਗਾ ਹੈ ਜਾਂ ਜੇ ਭਾਈਚਾਰਾ ਕਿੰਨਾ ਆ, ਉਹ ਇੱਥੋਂ ਪਤਾ ਲਾਇਆ ਜਾ ਸਕਦਾ ਵੀ ਉਹਨਾਂ ਦੂਸਰੀ ਕਮਿਊਨਿਟੀ ਦੀਆਂ ਔਰਤਾਂ ਪ੍ਰਤੀ ਕੀ ਵਤੀਰਾ ਹੈਗਾ ਆ। ਇਹਦੇ ਵਿੱਚ ਬਾਬਾ ਸਾਹਿਬ ਇੱਕ ਐਗਜ਼ਾਮਪਲ ਦਿੰਦੇ ਹੈਗੇ ਆ ਵੀ ਇਹਦੇ ਵਿੱਚ ਕਿੰਨਾ ਉਹਨਾਂ ਨੇ ਜਿਹੜੇ ਹਿੰਦੂ ਔਰਤ ਨੂੰ ਮੁਸਲਮਾਨਾਂ ਨੇ ਕਤਲੇਆਮ ਕੀਤਾ, ਪਰੇਸ਼ਾਨ ਮੁਸਲਮਾਨਾਂ ਨੇ ਹਿੰਦੂ ਔਰਤ ਨੂੰ ਪਰੇਸ਼ਾਨ ਕੀਤਾ। ਵੀ ਇਹ ਸਟੋਰੀ ਜਿਹੜੀ ਹੈਗੀ ਬੰਗਾਲ ਦੀ ਹੈਗੀ, ਗੋਬਿੰਦਪੁਰ ਦੀ। ਉਹਦੇ ਵਿੱਚ ਕੀ ਸੀਗਾ ਵੀ ਇੱਕ ਰਾਧਾ ਵੱਲਭ ਪਟੇਲ ਨਾਂ ਦਾ ਜਿਹੜਾ ਬੰਦਾ ਸੀਗਾ, ਉਹਦਾ ਮੁੰਡਾ ਸੀਗਾ ਹਰਿੰਦਰ, ਉਹਦਾ ਚੱਕਰ ਚੱਲ ਗਿਆ ਮੁਸਲਮਾਨ ਔਰਤ ਦੇ ਨਾਲ। ਉਹਦੇ ਗੈਰ ਕਾਨੂੰਨੀ ਸੰਬੰਧ ਸੀਗੇ। ਤੇ ਇਹ ਜਦੋਂ ਮੁਸਲਮਾਨਾਂ ਨੂੰ ਪਤਾ ਲੱਗਾ ਤੇ ਉਹ ਚਾਹੁੰਦੇ ਸੀਗੇ ਵੀ ਇਹ ਜਿਹੜੀ ਮੁਸਲਮਾਨ ਔਰਤ ਉਹਨਾਂ ਕੋਲ ਰਹੇ, ਤੇ ਉਹਨਾਂ ਨੇ ਨਾਲ ਆਪਣੇ ਨੇ ਰੱਖੀ ਹੈਗੀ। ਤੇ ਉਹਨਾਂ ਨੇ ਕੀ ਕੀਤਾ, ਮੁਸਲਮਾਨਾਂ ਨੇ ਜਿਹੜਾ ਸੀਗਾ ਰਾਧਾ ਵੱਲਭ ਤੇ ਹਰਿੰਦਰ ਉਹਦਾ ਮੁੰਡਾ, ਜਿਹਦਾ ਉਹਦਾ ਆਪਣੇ ਕੀ ਕਹਿੰਦੇ ਆਪਣਾ ਨਜਾਇਜ਼ ਸੰਬੰਧ ਜਿਹੜੇ ਸੀਗੇ, ਤੇ ਉਹਦੇ ਅਗੇਂਸਟ ਮੁਸਲਮਾਨਾਂ ਨੇ ਇਹਨਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਵੀ ਰਾਧਾ ਵੱਲਭ ਦੇ ਔਰਤ ਨੂੰ ਤੇ ਉਹਦੇ ਬੱਚਿਆਂ ਨੂੰ। ਤੇ ਇੱਕ ਜਗ੍ਹਾ ਜਦੋਂ ਮੌਕਾ ਮਿਲਦਾ ਆ, ਉਹ ਰਾਧਾ ਵੱਲਭ ਦੀ ਔਰਤ ਜਦੋਂ ਇਕੱਲੀ ਹੁੰਦੀ ਉਹਨੂੰ ਫੜ ਕੇ ਲੈ ਜਾਂਦੇ, ਉਹਦਾ ਰੇਪ ਕਰਦੇ ਆ ਇਹ। ਤੇ ਉਹਨੂੰ ਫਿਰ ਬੜਾ ਉਹ ਤਸੀਹੇ ਦਿੰਦੇ ਆ। ਫਿਰ ਉਹ ਬਚਾ ਕੇ ਨੱਠਦੀ ਆ, ਕਿਸੇ ਘਰ ਜਾ ਕੇ ਲੁਕਦੀ ਆ, ਰਜਨੀ ਨਾਂ ਦੀ ਔਰਤ ਦੇ ਵਿੱਚ ਘਰ 'ਚ ਜਾ ਕੇ ਲੁਕਦੀ ਹੈ। ਤੇ ਉਸ ਤੋਂ ਬਾਅਦ ਜਦੋਂ ਉਹਨੂੰ ਪਤਾ ਲੱਗਦਾ ਮੁਸਲਮਾਨ ਉੱਥੇ ਵੀ ਘੇਰਾ ਕਰ ਲੈਂਦੇ ਆ। ਤੇ ਫਿਰ ਉਹ ਕੀ ਜਿਹੜਾ ਹੁੰਦਾ ਵੀ ਰਾਧਾ ਵੱਲਭ ਹੁੰਦਾ, ਉਹਨੂੰ ਗਲੀਆਂ 'ਚ ਘੁਮਾਉਂਦੇ ਹੈਗੇ ਆ। ਤੇ ਇੱਦਾਂ ਇਹਨਾਂ ਨੇ ਤਸ਼ੱਦਦ ਕਰਦੇ ਆ ਵੀ ਇਹ ਜਿਹੜਾ ਹੈਗਾ ਹੈ ਵੀ ਇੱਕ ਜਾਨਵਰਾਂ ਵਾਲਾ ਵਿਹਾਰ ਜਿਹੜਾ ਔਰਤਾਂ ਨਾਲ ਉਹਨਾਂ ਨੇ ਕੀਤਾ ਹੈਗਾ ਹੈ। ਵੀ ਇੱਥੋਂ ਕੀ ਪਤਾ ਲੱਗਦਾ ਵੀ ਤੁਹਾਨੂੰ ਜਿਹੜੀ ਉਹਨਾਂ ਦੀ ਮਾਨਸਿਕਤਾ ਕੀ ਹੈਗੀ ਆ, ਕਿੰਨਾ ਕੁ ਭਾਈਚਾਰਾ ਨਜ਼ਰ ਆਉਂਦਾ ਹੈਗਾ, ਜਿੱਥੇ ਤੁਸੀਂ ਇੱਕ ਇਨਸਾਨ ਦੀ ਜਿਹੜੀ ਹੈਗੀ ਹੈ ਕਦਰ ਨਹੀਂ ਕਰਦੇ ਹੈਗੇ ਤੇ ਇੱਕ ਜਾਨਵਰ ਤੋਂ ਵੀ ਬੱਤਰ ਜਿਹੜਾ ਉਹਦੇ ਨਾਲ ਸਲੂਕ ਕਰਦੇ ਹੈਗੇ ਆ। ਇਹਦਾ ਜਿਹੜਾ ਕਾਂਗਰਸ ਨੇ ਇਸ ਚੀਜ਼ ਤੇ ਪਰਦਾ ਪਾਇਆ ਤੇ ਜਿਹੜਾ ਸੀਗਾ ਇਸ ਚੀਜ਼ ਤੋਂ ਗੁੱਸੇ ਹੋ ਗਏ। ਤੇ ਹਿੰਦੁਸਤਾਨ ਦਾ ਜਿਹੜਾ ਐਡੀਟਰ ਸੀਗਾ, ਉਹਨੇ ਜਿਹੜੀਆਂ ਆਪਣੀਆਂ ਗੱਲਾਂ ਛਾਪੀਆਂ, ਉਹਦੇ ਵਿੱਚ ਇਹਨਾਂ ਨੇ ਹਿੰਦੂ ਏਕਤਾ ਨੂੰ ਜਿਹੜਾ ਹੈਗਾ ਆ ਲੋਕਾਂ ਸਾਹਮਣੇ ਲਿਆਂਦਾ ਵੀ ਤੁਸੀਂ ਤਾਂ ਇੱਕ ਦੂਜੇ ਨੂੰ ਮਾਰਨ ਤੇ ਤਿਆਰ ਹੋ ਜਾਂਦੇ, ਇੱਕ ਦੂਜੇ ਦੇ ਔਰਤਾਂ ਦੀ ਇੱਜ਼ਤ ਨਹੀਂ ਕਰਦੇ ਹੈਗੇ, ਇੱਜ਼ਤ ਲੁੱਟਦੇ ਹੈਗੇ ਆ। ਵੀ ਇਹ ਕਿੱਥੇ ਜਿਹੜੀ ਹੈ ਹਿੰਦੂ ਮੁਸਲਿਮ ਏਕਤਾ ਕਿੱਥੇ ਨਜ਼ਰ ਆਉਂਦੀ ਹੈਗੀ ਹੈ। ਤੇ ਕਈ ਲੋਕ ਫਿਰ ਵੀ ਇਹ ਮੰਨਦੇ ਸੀਗੇ, ਇਹਨਾਂ ਚੀਜ਼ਾਂ ਤੋਂ ਬਾਵਜੂਦ ਵੀ ਇਹ ਮੰਨਦੇ ਸੀਗੇ ਵੀ ਕਹਿੰਦੇ ਇੱਕ ਜਿਹੜੀ ਸੈਂਟਰਲ ਗਵਰਨਮੈਂਟ ਆ ਉਹ ਸਾਰੇ ਲੋਕਾਂ ਨੂੰ ਇੱਕ ਰਾਸ਼ਟਰ ਦੇ ਵਿੱਚ ਪਰੋ ਕੇ ਰੱਖੇਗੀ। ਇੱਕ ਤਾਂ ਇਹ ਸੀਗਾ ਇਹਨਾਂ ਦਾ ਵਿਚਾਰ। ਦੂਜਾ ਵਿਚਾਰ ਸੀਗਾ ਵੀ ਜੇ ਮੁਸਲਮਾਨਾਂ ਦੀਆਂ ਸਾਰੀਆਂ ਡਿਮਾਂਡਸ ਮੰਨ ਲਈਆਂ ਜਾਣ ਤਾਂ ਹਿੰਦੂ ਮੁਸਲਿਮ ਏਕਤਾ ਜਿਹੜੀ ਬਣੀ ਰਹੇਗੀ। ਇਹਦੇ ਵਿੱਚ ਬਾਬਾ ਸਾਹਿਬ ਕਹਿੰਦੇ ਆ ਵੀ ਜਿਹੜੀ ਸੈਂਟਰਲ ਗਵਰਨਮੈਂਟ ਦਾ ਜਿਹੜੀ ਹੈਗੀ ਆ, ਇਹ ਜਿਹੜਾ ਇਹਨਾਂ ਦਾ ਯਕੀਨ ਹੈਗਾ ਹਿੰਦੂਆਂ ਦਾ ਵੀ ਸੈਂਟਰਲ ਗਵਰਨਮੈਂਟ ਸਾਰੇ ਜਿਹੜੇ ਲੋਕ ਹੈਗੇ ਆ ਅਲੱਗ-ਅਲੱਗ ਮਜ਼ਹਬਾਂ ਦੇ, ਉਹਨਾਂ ਨੂੰ ਇੱਕ ਰਾਸ਼ਟਰ ਵਿੱਚ ਪਰੋ ਕੇ ਰੱਖੇਗੀ। ਇਹ ਜਿਹੜਾ ਗਲਤ ਹੈਗਾ ਆ। ਉੱਪਰ
ਸਾਨੂੰ ਡੇਟਾ ਇੰਨਾ ਹੈ ਵੀ ਦੰਗੇ ਕਿੰਨੇ ਹੋਏ ਆ, ਕਿੰਨਾ ਨੁਕਸਾਨ ਹੋਇਆ ਹੈਗਾ ਆ, ਤੇ ਇਹਨਾਂ ਤੋਂ ਅਕਲ ਲੈਣੀ ਚਾਹੀਦੀ ਹੈ। ਤੇ ਬਾਕੀ ਐਗਜ਼ਾਮਪਲ ਜਿੱਦਾਂ ਬਾਬਾ ਸਾਹਿਬ ਕਰਦੇ ਹੈ, ਹਮੇਸ਼ਾ ਹੀ ਐਗਜ਼ਾਮਪਲ ਦਿੰਦੇ ਹੈਗੇ ਇੰਟਰਨੈਸ਼ਨਲ ਲੈਵਲ ਦਾ। ਉਹਦੇ ਵਿੱਚ ਬਾਬਾ ਸਾਹਿਬ ਦੱਸਦੇ ਆ ਵੀ ਜਿੱਦਾਂ ਫਰਾਂਸ, ਇੰਗਲੈਂਡ, ਇਟਲੀ, ਜਰਮਨੀ ਦੇ ਵਿੱਚ ਕਈ ਤਰ੍ਹਾਂ ਦੇ ਲੋਕ ਜਿਹੜੇ ਆ, ਕਈ ਤਬਕਿਆਂ ਦੇ ਲੋਕ ਜਿਹੜੇ ਰਹਿੰਦੇ ਹੈਗੇ ਆ, ਉੱਥੇ ਇੱਕ ਸਾਂਝੀ ਗਵਰਨਮੈਂਟ ਹੈਗੀ ਹੈ, ਕਿਉਂਕਿ ਗਵਰਨਮੈਂਟ ਉੱਥੇ ਕੰਮ ਹੈਗਾ। ਗਵਰਨਮੈਂਟ ਦੀ ਜਿਹੜੀ ਆ ਲੋਕਾਂ ਨੂੰ ਜੋੜਨ ਦੀ ਤਾਕਤ ਧਰਮ ਦੇ ਤਾਕਤ ਨਾਲ ਉੱਥੇ ਜ਼ਿਆਦਾ ਆ। ਔਰ ਇਹਦੇ ਉਲਟ ਐਗਜ਼ਾਮਪਲ ਦਿੱਤਾ ਆਸਟਰੀਆ, ਹੰਗਰੀ, ਚੈਕੋਸਲੋਵੇਕੀਆ, ਟਰਕੀ ਦੇ ਵਿੱਚ ਸਾਂਝੀ ਗਵਰਨਮੈਂਟ ਜਿਹੜੀ ਹੈਗੀ ਆ ਇੰਨੀ ਸਟਰੋਂਗ ਨਹੀਂ ਸੀਗੀ। ਉਹਦੇ ਵਿੱਚ ਜਿਹੜੀਆਂ ਧਾਰਮਿਕ ਤੇ ਉਹਦੇ ਵਿੱਚ ਜਿਹੜੀਆਂ ਸੀਗੀਆਂ ਭਾਸ਼ਾ ਦੇ ਆਧਾਰ ਤੇ ਤਾਕਤਾਂ ਸੀਗੀਆਂ, ਉਹ ਜ਼ਿਆਦਾ ਸ਼ਕਤੀਸ਼ਾਲੀ ਸੀਗੀਆਂ। ਇਸ ਕਰਕੇ ਉੱਥੇ ਜਿਹੜੀ ਆ ਇਹ ਕਈ ਲੋਕਾਂ ਜਿਹੜੇ ਲੋਕ ਜਿਹੜੇ ਡਿਫਰੈਂਟ ਸੈਕਟ ਦੇ, ਰਿਲੀਜਨ ਦੇ, ਰੇਸ ਦੇ ਲੋਕ ਸੀ, ਉਹਨਾਂ ਨੂੰ ਇਕੱਠਾ ਨਹੀਂ ਕਰ ਸਕੀ। ਇਸ ਕਰਕੇ ਆਸਟਰੋ ਹੰਗੇਰੀਅਨ ਤੇ ਜਿਹੜੀ ਆ ਓਟੋਮਨ ਐਮਪਾਇਰ ਜਿਹੜੀ ਟੁੱਟ ਜਾਂਦੀ ਹੈਗੀ ਆ। ਤੇ ਇਸ ਕਰਕੇ ਗਵਰਨਮੈਂਟ ਜਿਹੜੀ ਹੈ, ਸੈਂਟਰਲ ਗਵਰਨਮੈਂਟ ਹਰੇਕ ਜਗ੍ਹਾ ਹੀ ਇੱਕ ਯੂਨੀਫਾਈਂਗ ਪਾਵਰ ਦੀ ਤਰ੍ਹਾਂ ਨਹੀਂ ਕੰਮ ਕਰਦੀ ਹੈਗੀ। ਇੰਡੀਆ ਦੇ ਵਿੱਚ ਦੇਖੋ ਜਿਹੜੀ ਹੈਗੀ ਆ ਰਾਜਨੀਤੀ ਜਿਹੜੀ ਆ ਨਸਲਵਾਦ, ਧਰਮ ਔਰ ਜਿਹੜੀ ਆ ਭਾਸ਼ਾ, ਇਹ ਬਹੁਤ ਸਟਰੋਂਗ ਹੈਗੀ ਹੈ। ਇਹ ਚੀਜ਼ਾਂ ਜਿਹੜੀਆਂ ਇੱਕ ਕਾਮਨ ਜਾਂ ਸੈਂਟਰਲ ਗਵਰਨਮੈਂਟ ਦੇ ਵਿੱਚ ਉਹਨੂੰ ਸਟਰੋਂਗ ਗਵਰਨਮੈਂਟ ਦੇ ਬਣਾਉਣ ਦੇ ਵਿੱਚ ਇਹ ਰੋੜਾ ਬਣੇਗੀ। ਜੇ ਲੋਕੀ ਇਹ ਕਹਿੰਦੇ ਆ ਵੀ ਇਹਦੇ ਵਿੱਚ ਭਾਰਤ ਨੂੰ ਟਾਈਮ ਨਹੀਂ ਜ਼ਿਆਦਾ ਮਿਲਿਆ, ਇਹ ਜਿਹੜੀ ਗੱਲ ਹੈਗੀ ਬਿਲਕੁਲ ਗਲਤ ਹੈਗੀ ਆ। 150 ਸਾਲ ਹੋ ਗਏ ਹੈਗੇ ਆ ਵੀ ਜਦੋਂ ਬ੍ਰਿਟਿਸ਼ ਸਰਕਾਰ ਜਿਹੜੀ ਹੈਗੀ ਰਾਜ ਕਰ ਰਹੀ ਇੰਡੀਆ ਤੇ, 150 ਸਾਲ ਤੱਕ ਤੇ ਇਹਨਾਂ ਦੀ ਸੈਂਟਰਲ ਗਵਰਨਮੈਂਟ ਰਹੀ ਆ। ਇੰਨਾ ਟਾਈਮ ਨਹੀਂ, ਇੰਨੇ ਟਾਈਮ ਦੇ ਵਿੱਚ ਇਹ ਇਕੱਠਾ ਨਹੀਂ ਕਰ ਸਕੇ ਸਾਰੇ ਤਬਕਿਆਂ ਨੂੰ ਜਾਂ ਧਰਮ ਦੇ ਲੋਕਾਂ ਨੂੰ ਇੰਡੀਆ ਦੇ ਵਿੱਚ, ਤੇ ਹੋਰ ਕਿੰਨਾ ਟਾਈਮ ਚਾਹੀਦਾ ਹੈਗਾ ਆ। ਬਾਬਾ ਸਾਹਿਬ ਕਹਿੰਦੇ ਇੰਡੀਅਨ ਲੋਕਾਂ ਦੇ ਵਿੱਚ ਇਹ ਪੈਸ਼ਨ ਹੀ ਹੈ ਨਹੀਂ, ਇਹ ਡਿਜ਼ਾਇਰ ਹੀ ਹੈ ਨਹੀਂ ਵੀ ਅਸੀਂ ਇਕੱਠੇ ਹੋਣਾ ਆ, ਇਹ ਡਿਜ਼ਾਇਰ ਹੀ ਹੈ ਨਹੀਂ ਵੀ ਸਾਡੀ ਇੱਕ ਸਾਂਝੀ ਜਿਹੜੀ ਆ ਕੱਪੜੇ ਹੋਣ, ਸਾਡੀ ਸਾਂਝੀ ਭਾਸ਼ਾ ਹੋਵੇ। ਉਹ ਆਪਣੇ ਜਿਹੜੇ ਆ ਲੋਕਲ ਲੈਵਲ ਤੇ ਜਾਂ ਸੂਬੇ ਪੱਧਰ ਤੇ ਜਿਹੜੇ ਉਹਨਾਂ ਦੇ ਮਾਨਸਿਕਤਾ ਉਹਨੂੰ ਛੱਡ ਕੇ ਇੱਕ ਰਾਸ਼ਟਰ ਪੱਧਰ ਤੇ ਮਾਨਸਿਕਤਾ ਜਿਹੜੀ ਹੈ ਇਕੱਠੇ ਹੋ ਕੇ ਬਣਾਉਣ। ਇੱਦਾਂ ਦੀ ਲੋਕਾਂ ਦੇ ਵਿੱਚ ਇੱਕ ਮੈਂਟੈਲਿਟੀ ਹੈ ਨਹੀਂ ਹੈਗੀ, ਸੋਚ ਹੈ ਨਹੀਂ, ਇੱਦਾਂ ਦਾ ਜਿਹੜਾ ਭਾਵਨਾ ਨਹੀਂ ਹੈਗੀ। ਤੇ ਹਿੰਦੂ ਜਿਹੜੇ ਹੈਗੇ ਮੁਸਲਮਾਨਾਂ ਤੇ ਇਲਜ਼ਾਮ ਲਾਉਂਦੇ ਆ। ਤੁਸੀਂ ਗੁਜਰਾਤੀ ਨੂੰ ਦੇਖ ਲਓ, ਗੁਜਰਾਤੀ ਕਹਿੰਦਾ ਵੀ ਮੈਂ ਗੁਜਰਾਤੀ ਹਾਂ, ਮਹਾਰਾਸ਼ਟਰੀਅਨ ਕਹਿੰਦਾ ਮੈਂ ਮਹਾਰਾਸ਼ਟਰੀਅਨ ਹਾਂ, ਪੰਜਾਬੀ ਕਹਿੰਦਾ ਮੈਂ ਪੰਜਾਬੀ, ਮਦਰਾਸੀ ਕਹਿੰਦਾ ਮੈਂ ਮਦਰਾਸੀ ਹਾਂ ਜੀ। ਤੇ ਇਹਨਾਂ ਦੇ ਆਪਸ ਵਿੱਚ ਜਿਹੜੀ ਸੁਲ੍ਹਾ ਨਹੀਂ ਹੁੰਦੀ, ਤੇ ਇਹ ਫਿਰ ਇਹ ਮੁਸਲਮਾਨਾਂ ਤੇ ਇਲਜ਼ਾਮ ਲਾਉਂਦੇ ਆ ਵੀ ਮੁਸਲਮਾਨ ਕਹਿੰਦਾ ਵੀ ਮੈਂ ਮੁਸਲਮਾਨ ਪਹਿਲਾਂ ਤੇ ਇੰਡੀਆ ਵਿੱਚ ਬਾਅਦ ਚ ਆਉਂਦਾ ਆ। ਇਹ ਆਪਸ ਵਿੱਚ ਇੰਨੀ ਫੋਟਿਆ ਤੇ ਮੁਸਲਮਾਨਾਂ ਨੂੰ ਕਿੱਦਾਂ ਇਹ ਇਲਜ਼ਾਮ ਲਾ ਰਹੇ ਹੈਗੇ ਆ। ਤੇ ਦੂਜਾ ਪੁਆਇੰਟ ਜਿਹੜਾ ਕਹਿੰਦੇ ਹੈਗੇ ਆ, ਜੇ ਹਿੰਦੂ ਮੁਸਲਮਾਨਾਂ ਦੀ ਯੂਨਿਟੀ, ਜੇ ਮੁਸਲਮਾਨਾਂ ਦੀ ਜਿਹੜੀ ਡਿਮਾਂਡਸ ਮੰਨ ਲਈ ਜਾਵੇ ਤੇ ਉਹਦੇ ਨਾਲ ਜਿਹੜੀ ਹਿੰਦੂ ਮੁਸਲਿਮ ਯੂਨਿਟੀ ਜਿਹੜੀ ਆ ਬਚੀ ਰਹੇਗੀ। ਇਹਦੇ ਵਿੱਚ ਸਾਈਮਨ ਕਮਿਸ਼ਨ ਦੱਸਦਾ ਹੈਗਾ ਆਪਣੀ ਰਿਪੋਰਟ ਦੇ ਵਿੱਚ, ਕਹਿੰਦਾ ਵੀ ਇਹ ਜਿਹੜੀ ਚੀਜ਼ਾਂ ਹੈਗੀਆਂ ਆ, ਇਹ ਜਿਹੜਾ ਤਣਾਅ ਹੈਗਾ ਆ ਹਿੰਦੂ ਮੁਸਲਮਾਨਾਂ ਦੇ ਵਿੱਚ, ਇਹ ਇਸ ਕਰਕੇ ਆ ਵੀ ਆਉਣ ਵਾਲਾ ਜਿਹੜਾ ਇਹਨਾਂ ਦਾ ਰਾਜਨੀਤਿਕ ਭਵਿੱਖ ਆ, ਪੋਲੀਟੀਕਲ ਫਿਊਚਰ, ਉਹ ਕਿਸ ਤਰ੍ਹਾਂ ਦਾ ਹੋਊਗਾ। ਇਸੇ ਚੀਜ਼ ਕਰਕੇ ਇਹਨਾਂ ਦੇ ਵਿੱਚ ਇੰਨੀ ਕਿ ਜਿਹੜੀ ਟੈਨਸ਼ਨ ਪੈਦਾ ਹੋ ਚੁੱਕੀ ਹੈਗੀ ਆ। ਔਰ ਉਸ ਤੋਂ ਟੈਨਸ਼ਨ ਨੂੰ ਹੋਰ ਅੱਗ ਦੇਣ ਲਈ ਧਾਰਮਿਕ ਭਾਵਨਾਵਾਂ ਜਾਂ ਜਿਹੜੇ ਦੰਗੇ ਹੋਏ ਹੈਗੇ ਆ, ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਬਹੁਤ ਹੀ ਵਧਾ ਚੜਾ ਦਿੱਤਾ ਹੈਗਾ ਆ। ਤੇ ਜੇ ਬੰਦਾ ਕੋਈ ਕਹਿੰਦਾ ਹੈਗਾ ਵੀ ਇਹਨਾਂ ਦੀ ਡਿਮਾਂਡ ਵੀ ਪੂਰੀ ਹੋ ਜਾਵੇ, ਤਾਂ ਵੀ ਜਿਹੜੀ ਰਾਜਨੀਤਿਕ ਏਕਤਾ ਹੈਗੀ ਆ ਉਹ ਨਹੀਂ ਹੋ ਸਕਦੀ ਹੈਗੀ। ਜਿਹੜਾ ਵੀ ਬੰਦਾ ਇਦਾਂ ਸੋਚਦਾ ਉਹ ਬਹੁਤ ਹੀ ਵੱਡੇ ਭੁਲੇਖੇ ਵਿੱਚ ਆ, ਬਹੁਤ ਹੀ ਭਰਮ ਦੇ ਵਿੱਚ ਹੈਗਾ ਆ। ਤੇ ਇਹ ਚੀਜ਼ ਵੀ ਸੋਚਣੀ ਜਿਹੜੀ ਹੈਗੀ ਆ ਗਲਤ ਹੈਗੀ ਆ। ਉਸ ਤੋਂ ਬਾਅਦ ਜਿਹੜਾ ਹੈਗਾ ਬਾਬਾ ਸਾਹਿਬ ਰਿਨਾਨ ਜਿਹੜਾ ਇਤਿਹਾਸਕਾਰ ਹੋਇਆ ਤੇ ਬਰਾਈਸ ਦਾ ਇਤਿਹਾਸਕਾਰ ਹੋਇਆ ਹੈ, ਉਹਦੇ ਵਿੱਚ ਉਹਨਾਂ ਦੇ ਐਗਜ਼ਾਮਪਲ ਦਿੰਦੇ ਹੈਗੇ ਆ ਵੀ ਜਦੋਂ ਬਰਾਈਸ ਦਾ ਐਗਜ਼ਾਮਪਲ ਦਿੰਦੇ, ਜਰਮਨ ਅੰਪਾਇਰ ਜਿਹੜੀ ਸੀਗੀ ਉਹਦਾ ਐਗਜ਼ਾਮਪਲ ਦਿੰਦੇ ਹੈਗੇ ਆ ਵੀ ਉਹਦੇ ਵਿੱਚ ਜਿਹੜਾ ਸੀਗਾ, ਜਿਹੜੀ ਯੂਨਿਟੀ ਸੀਗੀ ਉਹ ਇੱਕ ਨੈਤਿਕ ਤੌਰ ਤੇ, ਇੱਕ ਸਮਾਜਿਕ ਤੌਰ ਤੇ ਯੂਨਿਟੀ ਸੀਗੀ, ਇਸ ਕਰਕੇ ਉਹ ਇਕੱਠੇ ਰਹੇ ਹੈਗੇ ਆ। ਔਰ ਇਹਦੇ ਵਿੱਚ ਫਿਰ ਅੱਗੇ ਐਗਜ਼ਾਮਪਲ ਆਉਂਦਾ ਹੈਗਾ ਆ ਆਪਣੇ ਹੋਲੀ ਅੰਪਾਇਰ ਦਾ, ਤੇ ਜਿਹੜੇ ਸੀਗੇ ਹੋਲੀ ਰੋਮਨ ਅੰਪਾਇਰ ਤੇ ਰੋਮਨ ਅੰਪਾਇਰ ਦਾ। ਰੋਮਨ ਅੰਪਾਇਰ ਦੇ ਵਿੱਚ ਜਿਹੜਾ ਕ੍ਰਿਸਚੀਅਨਿਟੀ ਹੈ ਨਹੀਂ ਸੀਗੀ ਉਹਦੇ ਵਿੱਚ ਜਿਹੜੇ ਲੋਕੀ ਇਕੱਠੇ ਸੀਗੇ ਜਾਂ ਜਿਹੜੀਆਂ ਸਟੇਟਸ ਇਕੱਠੀਆਂ ਸੀਗੀਆਂ ਸਮਰਾਜ ਦੇ ਵਿੱਚ, ਉਹ ਇਸ ਕਰਕੇ ਸੀਗਾ ਕਿ ਉੱਥੋਂ ਦੇ ਲੋਕੀ ਜਿਹੜੇ ਮਿਲਟਰੀ ਪਾਵਰ ਔਰ ਪੋਲੀਟੀਕਲ ਪਾਵਰ ਦੇ ਨਾਲ ਯੂਨਾਈਟਿਡ ਸੀਗੇ, ਤੇ ਇਸ ਕਰਕੇ ਉਹ ਇਕੱਠੇ ਸੀਗੇ। ਜਦੋਂ ਕ੍ਰਿਸਚੀਅਨਿਟੀ ਫੈਲੀ ਹੈਗੀ ਹੈ, ਇਹ ਜਿਹੜਾ ਉੱਪਰ ਜਿਹੜਾ ਆਪਾਂ ਗੱਲ ਕਰਕੇ ਟਾਈਮ, ਜਿਹੜਾ ਪੋਲੀਟੀਕਲ ਪਾਵਰ ਤੇ ਮਿਲਟਰੀ ਪਾਵਰ ਕਰਕੇ ਰੋਮਨ ਅੰਪਾਇਰ ਜਿਹੜੀ ਜੁੜੀ ਰਹੀ ਆ, ਜਦੋਂ ਇਹ ਜੁੜੀ ਥੋੜੀ ਦੇਰੀ ਰਹੀ ਹੈ, ਟੁੱਟ ਗਈ ਹੈ ਬਾਅਦ ਵਿੱਚ। ਤੇ ਜਦੋਂ ਇਹਦੇ ਵਿੱਚ ਧਰਮ ਕ੍ਰਿਸਚੀਅਨਿਟੀ ਦਾ ਜਿਹੜਾ ਅਭਾਵ ਜਿਹੜਾ ਆ ਜਾਂਦਾ ਹੈਗਾ, ਅਸਰ ਆ ਜਾਂਦਾ ਹੈਗਾ ਆ, ਉਸ ਤੋਂ ਬਾਅਦ ਇਹ ਜਿਹੜੀ ਰੋਮਨ ਅੰਪਾਇਰ ਕਈ 100 ਸਾਲ ਚੱਲੀ ਹੈਗੀ ਹੈ।
ਕਿਉਂਕਿ ਜਿਹੜਾ ਧਰਮ ਹੈਗਾ ਆ ਉਹ ਲੋਕਾਂ ਨੂੰ ਜੋੜ ਕੇ ਰੱਖਦਾ ਹੈਗਾ ਆ ਤੇ ਕਈ ਸਾਲਾਂ ਤੱਕ। ਇਹ ਜਿਹੜੀ ਚੀਜ਼ ਆ ਭਾਰਤ ਦੇ ਵਿੱਚ ਜਿਹੜੀ ਆ ਇਹ ਕਨਸੈਪਟ ਨਹੀਂ ਚੱਲਣਾ ਹੈਗਾ। ਇੱਕ ਮਿਕਸਡ ਸਟੇਟ ਜਿਹੜੀ ਹੈ ਭਾਰਤ ਦੇ ਵਿੱਚ ਮੁਸਲਮਾਨ ਔਰ ਹਿੰਦੂ ਜਿਹੜੇ ਹੈਗੇ ਆ ਨਹੀਂ ਚੱਲ ਸਕਦੇ ਹੈਗੇ। ਇਸੇ ਤਰ੍ਹਾਂ ਹੀ ਜਿਹੜਾ ਹੈਗਾ ਹੰਗੇਰੀਅਨ, ਆਸਟਰੋ ਹੰਗੇਰੀਅਨ ਜਾਂ ਓਟੋਮਨ ਐਮਪਾਇਰ ਫੇਲ ਹੋ ਗਈ ਹੈ ਕਿਉਂਕਿ ਐਗਜ਼ਾਮਪਲ ਸੀਗਾ ਮਿਕਸਡ ਸਟੇਟ ਦਾ। ਇਸੇ ਕਰਕੇ ਜਿਹੜਾ ਭਾਰਤ ਦੇ ਵਿੱਚ ਵੀ ਇਹ ਸੁਪਨਾ ਜਿਹੜਾ ਦੇਖਣਾ ਇਹ ਬਿਲਕੁਲ ਗਲਤ ਹੈਗਾ ਆ। ਔਰ ਇਹਦੇ ਨਾਲ ਹੀ ਜਿਹੜਾ ਬਾਬਾ ਸਾਹਿਬ ਜਿਹੜਾ ਹੈਗਾ ਚੈਪਟਰ ਖਤਮ ਕਰਦੇ ਆ ਵੀ ਕਹਿੰਦੇ ਸਾਡੀ ਜਿਹੜੀ ਯੂਨਿਟੀ ਹੈਗੀ ਆ ਮਿਕਸਡ ਸਟੇਟ ਦੇ ਨਾਲ ਅਸੀਂ ਇਹ ਕਨਸੈਪਟ ਨਹੀਂ ਲਾ ਸਕਦੇ। ਕਿਤੇ ਨਾ ਕਿਤੇ ਇਹ ਜਿਹੜੀ ਮਿਕਸਡ ਸਟੇਟ ਆ ਮੁਸਲਮਾਨ ਨੇਸ਼ਨ ਔਰ ਹਿੰਦੂ ਨੇਸ਼ਨ ਇੱਕ ਜਗ੍ਹਾ ਆ ਕੇ ਟੁੱਟ ਜਾਣਾ ਹੈਗਾ ਆ। ਇਹਦੇ ਵਿੱਚ ਦੇਸ਼ ਦਾ ਨੁਕਸਾਨ ਹੈਗਾ। ਇਸ ਕਰਕੇ ਇਹ ਜਿਹੜੀ ਮੰਗ ਹੈਗੀ ਇਹਨਾਂ ਦੀ ਜਾਂ ਹਿੰਦੂਆਂ ਦੀ ਜਿਹੜੀ ਆਲਟਰਨੇਟਿਵ ਦੇ ਰਹੇ ਆ ਇਹ ਜਿਹੜਾ ਹੈ ਬੇਬੁਨਿਆਦ ਹੈਗਾ ਆ। As I said, is not about the ultimate future. Our difficulty is how to make the heterogeneous mess that we have today take a decision in common and march in a cooperative way on that road which is bound to lead us to unity.